Channel Y. Channel Y, a South Asian Canadian channel. Hi, this is Priyanka Chopra and you're watching Channel Y. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का #1 रेडियो स्टेशन FM 91.9 Television. You are watching Channel Y. Channel Y. Prime Minister, welcome. It's a pleasure to be back. Online, SouthAsianDaily.com. The biggest South Asian media group, Y Media. This part of the program is brought to you by Midweek Newspaper, published every Tuesday. ਵੈਲਕਮ ਬੈਕ। ਸਾਡੇ ਨਾਲ ਜੁੜ ਚੁੱਕੇ ਹੈ ਜੀ ਜੁਦਵੀਰ ਜੈਸਵਾਲ ਜੀ, ਗਰੁੱਪ ਐਡੀਟਰ ਸੀਓ। ਜੁਦਵੀਰ ਜੈਸਵਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ ਜੀ। ਔਰ ਚੈਨਲ ਵਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ। ਥੈਂਕ ਯੂ ਸਰ। ਮੈਂ ਜ਼ਰੂਰ ਪੁੱਛਣਾ ਚਾਹੂੰਗਾ ਜੁਦਵੀਰ ਜੀ, ਬਲੂ ਸਟਾਰ ਦਾ ਜਿਹੜੀ ਐਨਵਰਸਰੀ ਆ ਰਹੀ ਹੈਗੀ ਹੈ ਜੂਨ ਦੇ ਮਹੀਨੇ ਦੇ ਵਿੱਚ ਜਿਹੜੀ ਹੈਗੀ ਹੈ ਜੀ, ਅਤੇ ਉਹਦੇ ਮੱਦੇ ਨਜ਼ਰ ਦੇ ਵਿੱਚ ਪੰਜਾਬ ਦੀ ਸਿਕਿਉਰਿਟੀ ਤੇ ਕਈ ਪੋਲੀਟੀਕਲ ਲੀਡਰਸ ਵੱਲੋਂ ਜਿਹੜੇ ਬਿਆਨ ਤੇ ਸਪਿਰਿਚੁਅਲ ਲੀਡਰਸ ਵੱਲੋਂ ਜਿਹੜੇ ਬਿਆਨ ਆਏ ਹੈ, ਤੁਸੀਂ ਕਿਆ ਮੰਨਦੇ ਹੋ ਕਿ ਜਿਹੜੀ ਪੰਜਾਬ ਦੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦੇ ਪੋਲੀਟੀਕਲ ਸਮੀਕਰਨ ਬਣ ਸਕਦੇ ਹਨ ਜੀ? ਦੇਖੋ, ਆਪਰੇਸ਼ਨ ਬਲੂ ਸਟਾਰ ਦੀ ਜਦੋਂ ਵੀ ਐਨਵਰਸਰੀ ਆਉਂਦੀ ਹੈ ਜੂਨ ਦੇ ਪਹਿਲੇ ਹਫਤੇ ਦੇ ਵਿੱਚ, ਉਸ ਵੇਲੇ ਪੰਜਾਬ ਦੇ ਵਿੱਚ ਟੈਨਸ਼ਨਸ ਥੋੜ੍ਹੀਆਂ ਵੱਧਦੀਆਂ ਨੇ ਔਰ ਸਿਕਿਉਰਿਟੀ ਦੀ ਜੇ ਅਸੀਂ ਗੱਲ ਕਰੀਏ ਤਾਂ ਸਿਕਿਉਰਿਟੀ ਥੋੜ੍ਹੀ ਜਿਹੀ ਬੀਫ ਅਪ ਕੀਤੀ ਜਾਂਦੀ ਹੈ ਜਦੋਂ ਵੀ ਐਸਾ ਮਸਲਾ ਹੁੰਦਾ ਹੈ। ਔਰ ਦੂਸਰਾ, ਇਸ ਵਾਰ ਜਿੱਥੇ ਨਾ ਸਿਰਫ ਆਪਰੇਸ਼ਨ ਬਲੂ ਸਟਾਰ ਦੇ ਉੱਤੇ ਇਹ ਮਸਲਾ ਤੇ ਸਰਗਰਮ ਹੋ ਹੀ ਰਿਹਾ, ਉਹਦੇ ਨਾਲ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਨੇ, ਉਹਨਾਂ ਨੇ ਜਿਹੜਾ ਕਿਹਾ ਹੈਗਾ ਕਿ ਸਿੱਖਾਂ ਨੂੰ ਹਥਿਆਰ ਰੱਖਣੇ ਚਾਹੀਦੇ, ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਨੇ ਔਰ ਟ੍ਰੇਨਿੰਗ ਵੀ ਜਿਹੜੀ ਹੈ ਉਹਨਾਂ ਨੂੰ ਸ਼ਸਤਰਾਂ ਦੀ ਕਰਨੀ ਚਾਹੀਦੀ ਹੈ। ਸੋ ਇਹਦੇ 'ਤੇ ਵੀ ਅਲੱਗ-ਅਲੱਗ ਰਾਏ ਜਿਹੜੀ ਆਈ ਹੈ। ਜਿੱਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਕੋਈ ਲੁਕ ਛਿਪ ਕੇ ਨਹੀਂ ਰੱਖ ਰਹੇ ਹਾਂ ਹਥਿਆਰ ਜਿਹੜੇ ਨੇ, ਅਸੀਂ ਤਾਂ ਓਪਨਲੀ ਜਿਹੜੇ ਲਾਇਸੈਂਸੀ ਹਥਿਆਰ ਹੈ ਉਹਨਾਂ ਦੀ ਰੱਖਾਂਗੇ ਵੀ ਔਰ ਟ੍ਰੇਨਿੰਗ ਵੀ ਦੇਵਾਂਗੇ। ਹੁਣ ਇਸ ਮੁੱਦੇ ਦੇ ਉੱਤੇ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਭਗਵੰਤ ਮਾਨ ਸਾਹਿਬ, ਉਹਨਾਂ ਨੇ ਇਸ 'ਤੇ ਬੜੀ ਕੜੀ ਓਬਜੈਕਸ਼ਨ ਜਤਾਈ ਹੈ। ਉਹਨਾਂ ਨੇ ਕਿਹਾ ਹੈ ਕਿ ਮਾਡਰਨ ਹਥਿਆਰਾਂ ਦੀ ਜ਼ਰੂਰਤ ਨਹੀਂ, ਅੱਜ ਮਾਡਰਨ ਐਜੂਕੇਸ਼ਨ ਦੀ ਜ਼ਰੂਰਤ ਹੈ। ਸੋ ਪਹਿਲਾਂ ਤਾਂ ਆਮ ਆਦਮੀ ਪਾਰਟੀ ਵੱਲੋਂ ਔਰ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਵੱਲੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਜਿਹੜੇ ਬਿਆਨ ਆਏ ਨੇ ਉਹਦੇ 'ਤੇ ਸਵਾਲ ਖੜੇ ਕਰ ਦਿੱਤੇ ਗਏ ਨੇ। ਦੂਸਰਾ, ਕਾਂਗਰਸ ਵੱਲੋਂ ਅਮਰਿੰਦਰ ਰਾਜਾ ਵੜਿੰਗ ਹੋਣਾ ਨੇ ਵੀ ਪਹਿਲਾਂ ਵੀ ਕਹਿ ਦਿੱਤਾ ਸੀਗਾ, ਉਹਨੇ ਕਿਹਾ ਵੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਬਦਲਿਆ ਜਾਵੇ। ਇਹ ਇੱਕ ਪਾਰਟੀ ਨੂੰ ਸਪੋਰਟ ਕਰ ਰਹੇ ਨੇ, ਇੱਕ ਪਾਰਟੀ ਦੀ ਗੱਲ ਕਰ ਰਹੇ ਨੇ, ਅਕਾਲੀ ਸੋਚ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ। ਔਰ ਕਾਂਗਰਸ ਦੇ ਕਈ ਹੋਰ ਲੀਡਰਸ ਨੇ ਵੀ ਇਹਦੇ 'ਤੇ ਸਵਾਲ ਖੜੇ ਕਰ ਦਿੱਤੇ। ਅੱਛਾ, ਫਿਰ ਇਸ ਦੇ ਉੱਤੇ ਬੀਜੇਪੀ ਵੱਲੋਂ ਵੀ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੱਤੇ ਗਏ ਔਰ ਅਕਾਲੀ ਦਲ ਜਿਹੜਾ ਹੈਗਾ ਉਹ ਇਹਨੂੰ ਕਿਤੇ ਨਾ ਕਿਤੇ ਸਪੋਰਟ ਕਰ ਰਿਹਾ। ਅਕਾਲੀ ਦਲ ਦਾ ਕਹਿਣਾ ਹੈ ਕਿ ਨਹੀਂ, ਇਹ ਜੋ ਵੀ ਕਹਿ ਰਹੇ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ, ਇਹ ਕਨਸੈਪਟ ਠੀਕ ਹੈ। ਸੋ ਇਹਦੇ ਉੱਤੇ ਅਲੱਗ-ਅਲੱਗ ਰਾਏ ਹੈ ਜੀ ਸਾਰਿਆਂ ਦੀ। SGPC ਨੇ ਸਪੋਰਟ ਕੀਤਾ। SGPC ਜ਼ਾਹਿਰ ਜੀ ਗੱਲ ਹੈ, ਉਹਨਾਂ ਨੇ ਅਕਾਲ ਤਖਤ ਵੱਲੋਂ ਜੋ ਹੁਕਮ ਹੁੰਦੇ ਨੇ SGPC ਨੇ ਇਹਨੂੰ ਸਪੋਰਟ ਕੀਤਾ। ਸੋ ਇੱਕ ਤਾਂ ਇਹ ਹੈਗਾ। ਦੂਸਰਾ, ਬਾਏ ਐਂਡ ਲਾਰਜ ਜਿਹੜਾ ਆਪਰੇਸ਼ਨ ਬਲੂ ਸਟਾਰ ਦੀ ਇਸ ਵਾਰ ਦੀ ਜਿਹੜੀ ਐਨਵਰਸਰੀ ਆ, ਕੁਝ ਟੈਨਸ਼ਨ ਜ਼ਰੂਰ ਸੀਗੀਆਂ ਪਹਿਲਾਂ, ਲੇਕਿਨ ਓਵਰਆਲ ਹਾਲਾਤ ਸੁਖਾਵੇਂ ਰਹੇ ਆ। ਹਾਲਾਂਕਿ ਬੜਾ ਕੰਸਰਨ ਇਸ ਲਈ ਵੀ ਸੀਗਾ ਕਿਉਂਕਿ ਕਿਤੇ ਨਾ ਕਿਤੇ ਰੀਸੈਂਟ ਜਿਹੜੇ ਇੰਸੀਡੈਂਟਸ ਹੋਏ ਨੇ ਪੰਜਾਬ ਦੇ ਵਿੱਚ, ਲਾਅ ਐਂਡ ਆਰਡਰ ਦੇ ਉੱਤੇ ਸਵਾਲੀਆ ਨਿਸ਼ਾਨ ਬਹੁਤ ਜ਼ਿਆਦਾ ਹੈ। ਚਾਹੇ ਇੱਕ ਕਬੱਡੀ ਪਲੇਅਰ ਦਾ ਦਿਨ ਦਹਾੜੇ ਕਤਲ ਹੋ ਜਾਣਾ, ਫਿਰ ਸਿੱਧੂ ਮੂਸੇਵਾਲਾ ਉਹਨਾਂ ਦਾ ਕਤਲ ਹੋ ਜਾਣਾ ਔਰ ਹੋਰ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਬੜੀਆਂ ਤੇਜ਼ੀ ਨਾਲ ਉੱਥੇ ਹੋ ਰਹੀਆਂ ਨੇ ਔਰ ਜਿਹਦੇ ਕਾਰਨ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਸ ਤਰ੍ਹਾਂ ਦੀ ਰਹੇਗੀ ਇਹਦੇ 'ਤੇ ਬੜੇ ਮੈਸਿਵ ਕੰਸਰਨ ਸੀਗੇ। ਲੇਕਿਨ ਓਵਰਆਲ ਹੁਣ ਅਸੀਂ ਕਹਿ ਸਕਦੇ ਕਿ ਓਵਰਆਲ ਜਿਹੜੀ ਹੈ ਬਲੂ ਸਟਾਰ ਦੀ ਜਿਹੜੀ ਐਨਵਰਸਰੀ ਸੀਗੀ, ਡਰ ਸੀਗਾ ਕਿ ਜੂਨ ਦੇ ਪਹਿਲੇ ਹਫ਼ਤੇ ਕੋਈ ਵੱਡੀ ਅਣਸੁਖਾਵੀ ਘਟਨਾ ਨਾ ਹੋ ਜਾਏ। ਪਰ ਚਲੋ ਓਵਰਆਲ ਹਾਲਾਤ ਜਿਹੜੇ ਨੇ ਉਹ ਠੀਕ ਰਹੇ ਨੇ। ਪਰ ਹਜੇ ਕਈ ਚੀਜ਼ਾਂ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਔਰ ਹਜੇ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ, ਕੁਝ ਖਦਸ਼ਾ ਹੈ ਔਰ ਖਾਸ ਕਰ ਜੋ ਗੈਂਗ ਵਾਰ ਇੱਕ ਪਾਸੇ ਛਿੜ ਗਈ ਹੈ ਉਹ ਵੀ ਇੱਥੇ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ। ਦੂਸਰਾ, ਆਪਰੇਸ਼ਨ ਬਲੂ ਸਟਾਰ ਦੇ ਬਾਰੇ ਜਦੋਂ ਵੀ ਆਉਂਦਾ ਹੈ ਮੈਂ ਇੱਕ ਹੀ ਗੱਲ ਹਮੇਸ਼ਾ ਕਹਿੰਦਾ ਹੈ, ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਮੇਰੇ ਖਿਆਲ ਦੇ ਨਾਲ ਜੇ ਬੈਕਗਰਾਊਂਡ 'ਚ ਜਾਣਾ ਫਿਰ ਤਾਂ ਬੜਾ ਕੁਝ ਅਸੀਂ ਕਰ ਸਕਦੇ ਹਾਂ। ਅੱਜ ਸ਼ਾਇਦ ਸਮੇਂ ਇਜਾਜ਼ਤ ਨਹੀਂ ਦੇਗਾ। ਜੋ ਕੁਛ 1984 ਜੂਨ ਦੇ ਵਿੱਚ ਹੋਇਆ ਉਹਦੇ ਬੈਕਗਰਾਊਂਡ 'ਤੇ ਅਸੀਂ 47 ਦੇ ਨਾਲ ਵੀ ਜੋੜ ਸਕਦੇ ਹਾਂ, 47 ਨਾਲ ਵੀ ਜੋੜ ਸਕਦੇ ਹਾਂ। ਉਸ ਤੋਂ ਬਾਅਦ ਕੀ ਡਿਵੈਲਪਮੈਂਟਸ ਹੋਈਆਂ,
ਫਿਰ ਅਸੀਂ 1978 ਦੇ ਵਿੱਚ ਜੋ ਡਿਵੈਲਪਮੈਂਟਸ ਹੋਈਆਂ 1978 ਉਹਦੇ ਨਾਲ ਵੀ ਜੋੜ ਸਕਦੇ ਹਾਂ, ਔਰ ਫਿਰ 1979 80 81 ਬੜਾ ਕੁਝ ਉਸ ਦਰਮਿਆਨ ਹੁੰਦਾ ਰਿਹਾ। ਪਰ ਮੋਟੇ ਤੌਰ ਦੇ ਉੱਤੇ ਗੱਲ ਇਹ ਸੀਗੀ ਕਿ ਸਿਆਸਤ ਸੀਗੀ ਬੇਸਿਕਲੀ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ, ਦੋਨੋਂ ਹੀ ਸੱਤਾ ਚਾਹੁੰਦੇ ਸੀਗੇ, ਜੋ ਅੱਜ ਵੀ ਚਾਹੁੰਦੇ ਨੇ। ਅੱਜ ਵੀ ਕਾਂਗਰਸ ਵੀ ਚਾਹੁੰਦੀ ਹੈ ਸੱਤਾ ਤੇ ਅਕਾਲੀ ਦਲ ਵੀ ਅੱਜ ਸੱਤਾ ਚਾਹੁੰਦਾ, ਔਰ ਨੋ ਡਾਊਟ ਕਿ ਨਵੀਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ, ਉਹ ਤਾਂ ਖੈਰ ਹੁਣੇ ਆਈ। ਉਸ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਰੋਲ ਨਹੀਂ ਸੀਗਾ ਪੰਜਾਬ ਦੇ ਵਿੱਚ, ਔਰ ਬੀਜੇਪੀ ਦਾ ਵੀ ਕੋਈ ਬਹੁਤਾ ਰੋਲ ਨਹੀਂ ਸੀ ਪੰਜਾਬ 'ਚ। ਮੇਨ ਤੇ ਉਸ ਵੇਲੇ ਅਕਾਲੀ ਦਲ ਤੇ ਕਾਂਗਰਸ ਹੀ ਸੀਗੇ। ਔਰ ਉਸ ਦਰਮਿਆਨ ਅਕਾਲੀ ਦਲ ਨੂੰ ਕਾਊਂਟਰ ਕਰਨ ਲਈ, ਕਿਉਂਕਿ ਅਕਾਲੀ ਦਲ ਅੱਜ ਵੀ ਜਿਸ ਤਰ੍ਹਾਂ ਹੁਣ ਅਕਾਲੀ ਦਲ ਹੁਣ ਜੇ ਤੁਸੀਂ ਹੁਣ ਰੀਸੈਂਟ ਦੇਖੋ ਡਿਵੈਲਪਮੈਂਟ ਫਿਰ ਉਸੇ ਤਰ੍ਹਾਂ ਹੋ ਰਹੀਆਂ। ਅਕਾਲੀ ਦਲ ਇੱਕ ਵਾਰ ਫਿਰ, ਅਕਾਲੀ ਦਲ ਦਾ ਸਟੈਂਡ ਕੀ ਰਿਹਾ ਕਿ ਅਕਾਲੀ ਦਲ ਕਦੇ ਪੰਥਕ ਮੁੱਦਿਆਂ ਨੂੰ ਉਛਾਲਦਾ ਹੈ, ਔਰ ਜਦ ਉਹਨੂੰ ਲੱਗਦਾ ਕਿ ਪੰਥਕ ਮੁੱਦੇ ਥੋੜ੍ਹੇ ਜਿਹੇ ਪਿੱਛੇ ਪੈ ਰਹੇ ਨੇ, ਫਿਰ ਉਹ ਕਿਤੇ ਨਾ ਕਿਤੇ ਸੋਸ਼ੀਓ ਇਕਨੋਮਿਕ ਫੈਕਟਰਸ, ਕਿ ਕਦੇ BSP ਦੇ ਨਾਲ ਜਾ ਕੇ ਮਿਲ ਗਏ, ਥੋੜ੍ਹੇ ਜਿਹੇ ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਅਸੀਂ ਹਿੰਦੂ ਸਿੱਖ ਏਕਤਾ ਨੂੰ ਅਸੀਂ ਬਚਾ ਕੇ ਰੱਖਿਆ, ਕਦੇ ਹਿੰਦੂ ਸਿੱਖ ਏਕਤਾ, ਕੋਈ ਨਾ ਕੋਈ ਕਾਰਡ ਅਕਾਲੀ ਦਲ ਕੋਲ ਹਮੇਸ਼ਾ ਰਿਹਾ। ਲੇਕਿਨ ਜੇ ਅਸੀਂ 70s ਦੀ ਗੱਲ ਕਰੀਏ ਉਸ ਦੌਰ ਦੇ ਵਿੱਚ, ਤਾਂ ਅਕਾਲੀ ਦਲ ਕੋਲ ਕਾਰਡ ਪੰਥਕ ਹੀ ਸੀਗਾ, ਅਕਾਲੀ ਦਲ ਕੋਲ ਇਹੀ ਸੀਗਾ। ਔਰ ਅਕਾਲੀ ਦਲ ਕਹਿੰਦਾ ਸੀਗਾ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਈ ਲੜ ਰਹੇ ਹਾਂ, ਅਸੀਂ ਪੰਜਾਬੀਆਂ ਦੇ ਹੱਕਾਂ ਲਈ ਲੜਾਈ ਲੜ ਰਹੇ ਹਾਂ, ਸਾਡੀ ਲੜਾਈ ਦਿੱਲੀ ਦੇ ਨਾਲ ਹੈ। ਸੋ ਐਸੀਆਂ ਜਦੋਂ ਗੱਲਾਂ ਕਰਦੇ ਸੀਗੇ ਤੇ ਕਾਂਗਰਸ ਨੂੰ ਵੀ ਲੱਗਾ ਕਿ ਜੇ ਅਸੀਂ ਕੋਈ ਨਾ ਕੋਈ ਐਸੀ ਤਾਕਤ ਖੜੀ ਕਰੀਏ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਦੇ ਵਿੱਚੋਂ ਹੋਵੇ, ਔਰ ਜੋ ਇਸ ਵੇਲੇ BJP ਵੀ ਤਿਆਰੀ ਕਰ ਰਹੀ ਹੈ। ਤੁਸੀਂ ਦੇਖੋ ਨਾ, ਲਾਈਨ ਲਗਾ ਕੇ ਅੱਜ BJP ਦੇ ਵਿੱਚ ਲੋਕ ਸ਼ਾਮਿਲ ਹੋ ਰਹੇ ਨੇ, ਕਿਉਂਕਿ ਜੇ ਤੁਸੀਂ ਦਿੱਲੀ ਤੋਂ ਅੱਜ ਲਿਆ ਕੇ ਕਿਸੇ ਨੂੰ ਬਿਠਾਓਗੇ ਇੱਥੇ, ਕਿਹਨੂੰ ਲਿਆ ਕੇ ਬਿਠਾਓਗੇ? ਕੀ ਅੱਜ ਪੰਜਾਬ ਦੇ ਲੋਕਾਂ ਨੂੰ ਅਮਿਤ ਸ਼ਾਹ ਜੀ ਮਨਜ਼ੂਰ ਨੇ? ਨਹੀਂ। ਯੋਗੀ ਆਦਿੱਤਿਆਨਾਥ ਜੀ ਮਨਜ਼ੂਰ ਨੇ? ਨਹੀਂ। ਕਿਆ ਤੁਸੀਂ ਹਰਸ਼ਵਰਧਨ ਸਾਹਿਬ ਜਾਂ ਦਿੱਲੀ ਤੋਂ ਕਿਸੇ ਨੂੰ ਵੀ ਲਿਆ ਕੇ ਤੁਸੀਂ ਬਿਠਾਓਗੇ, ਕੋਈ ਮਨਜ਼ੂਰ ਨਹੀਂ ਕਰੇਗਾ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਈਵਨ ਕੇਜਰੀਵਾਲ ਸਾਹਿਬ ਨੂੰ ਵੀ ਭਗਵੰਤ ਮਾਨ ਸਾਹਿਬ ਨੂੰ ਅੱਗੇ ਲਿਆਉਣਾ ਪਿਆ। ਕੇਜਰੀਵਾਲ ਸਾਹਿਬ ਦਾ ਦਿਲ ਕਰਦਾ ਸੀਗਾ ਕਿ ਰਾਘਵ ਚੱਡਾ ਨੂੰ ਬਣਾ ਦਈਏ ਕੁਝ, ਜਾਂ ਮੈਂ ਖੁਦ ਬਣ ਜਾਵਾਂ ਚੀਫ ਮਿਨਿਸਟਰ, ਪਰ ਕੇਜਰੀਵਾਲ ਸਾਹਿਬ ਨੂੰ ਵੀ ਭਗਵੰਤ ਮਾਨ ਸਾਹਿਬ ਨੂੰ ਹੀ ਕੁਰਸੀ ਤੇ ਬਿਠਾਉਣਾ ਪਿਆ। ਇਸੇ ਤਰ੍ਹਾਂ ਉਸ ਵੇਲੇ ਕਾਂਗਰਸ ਨੂੰ ਵੀ ਲੱਗਦਾ ਸੀ ਕਿ ਕੋਈ ਸਿੱਖਾਂ ਦੇ ਵਿੱਚੋਂ ਹੀ ਹੋਵੇ, ਕੋਈ ਨਾ ਕੋਈ ਤਾਕਤ ਵਿੱਚੋਂ ਖੜੀ ਕੀਤੀ ਜਾਵੇ, ਕੋਈ ਵਿੱਚੋਂ ਹੀ ਜਿਹੜਾ ਅਕਾਲੀ ਦਲ ਨੂੰ ਕਾਊਂਟਰ ਕਰੇ। ਔਰ ਇਸ ਸਿਆਸਤ ਦੇ ਤਹਿਤ ਜੋ ਅਕਾਲੀ ਦਲ ਦੇ ਖਿਲਾਫ ਉਹਨਾਂ ਨੇ ਜੋ ਸਿਆਸਤ ਰਚੀ, ਉਹ ਕਾਂਗਰਸ ਕਿਤੇ ਨਾ ਕਿਤੇ ਉਹਦੇ ਆਪਣਾ ਤਾਣਾ ਬਾਣਾ ਜੋ ਜਾਲ ਉਹਨਾਂ ਨੇ ਬੁਣਿਆ ਸੀਗਾ, ਉਹ ਆਪੇ ਕਿਤੇ ਕਾਂਗਰਸ ਉਹਦੇ ਵਿੱਚ ਫਸ ਕੇ ਰਹਿ ਗਈ। ਔਰ ਹਾਲਾਤ ਇੰਨੇ ਬੇਕਾਬੂ ਹੋ ਗਏ, ਜੋ ਕੁਝ ਅਸੀਂ ਦੇਖਿਆ ਹੀ 1978 ਸ਼ੁਰੂ ਕਰ ਲਓ, 79 80s 81, ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਅਲਟੀਮੇਟਲੀ ਪੰਜਾਬ ਦੇ ਵਿੱਚ, ਜਿਹਨੂੰ ਅਸੀਂ ਕਾਲਾ ਦੌਰ ਕਹਿੰਦੇ ਹਾਂ, ਕਾਲਾ ਦੌਰ ਇਸ ਲਈ ਕਹਿੰਦੇ ਹਾਂ ਕਿ ਉਸ ਦੌਰ ਦੇ ਵਿੱਚ ਪੰਜਾਬੀਆਂ ਦੀ ਡੈਥ ਹੋ ਰਹੀ ਸੀ। ਜੇ ਅਸੀਂ ਗੱਲ ਕਰੀਏ ਉਸ ਦੌਰ 'ਚ, ਹੋਰ ਤਾਂ ਜੇ ਅਸੀਂ ਕਹੀਏ ਬਾਹਰੋਂ ਤਾਂ ਕਿੰਨੇ ਕੁ ਬੰਦੇ ਸੀਗੇ, ਕੋਈ ਬਿਹਾਰ ਤੋਂ ਨਹੀਂ ਸੀਗਾ, ਕੋਈ ਬੰਗਾਲ ਤੋਂ ਨਹੀਂ ਸੀਗਾ, ਕੋਈ ਕਿਤੋਂ ਹੋਰ ਨਹੀਂ ਸੀਗਾ। ਉਸ ਕਾਲੇ ਦੌਰ ਦੇ ਵਿੱਚ ਦੋਨੋਂ ਤਰਫ, ਚਾਹੇ ਅਸੀਂ ਇਹ ਗੱਲ ਕਰੀਏ ਕਿ ਜਿਹੜੀ ਲਹਿਰ ਚੱਲੀ ਹੈ ਉਹਦੇ ਵਿੱਚ ਜਿਹੜੇ ਨੌਜਵਾਨ ਸੀਗੇ ਉਹ ਵੀ ਸਾਰੇ ਪੰਜਾਬੀ ਸੀਗੇ। ਉਸ ਲਹਿਰ ਦੇ ਵਿੱਚ ਕੋਈ ਬੰਦਾ ਬਿਹਾਰ ਤੋਂ ਤਾਂ ਆਇਆ ਨਹੀਂ ਸੀ, ਕੋਈ ਬੰਦਾ ਗੁਜਰਾਤ ਤੋਂ ਨਹੀਂ ਸੀ, ਕੋਈ ਕਿਤੋਂ ਨਹੀਂ ਸੀ। ਸਾਰਾ ਜਿੰਨੇ ਵੀ ਬੰਦੇ ਸੀਗੇ ਉਸ ਖਾਲਿਸਤਾਨ ਦੀ ਲਹਿਰ ਦੇ ਵਿੱਚ, ਉਹ ਸਾਰੇ ਪੰਜਾਬੀ ਸੀਗੇ। ਔਰ ਦੂਸਰੀ ਤਰਫ ਜਿਹੜੀ ਪੁਲਿਸ ਸੀਗੀ, ਕਿਉਂਕਿ ਲੜਾਈ ਤਾਂ ਮੇਨ ਇਹਨਾਂ 'ਚ ਹੋ ਰਹੀ ਆ, ਔਰ ਜਿਹੜਾ ਕਾਮਨ ਲੋਕ ਇਹਦੇ 'ਚ ਪਿਸ ਰਹੇ ਸੀਗੇ ਉਹ ਵੀ ਪੰਜਾਬੀ ਸੀਗੇ। ਸੋ ਤਿੰਨੇ ਧਿਰਾਂ ਜਿਹੜੀਆਂ ਸੀਗੀਆਂ, ਜਿਹੜੀਆਂ ਪਿਸ ਰਹੀਆਂ ਸੀ ਉਸ ਕਾਲੇ ਦੌਰ 'ਚ। ਇੱਕ ਲਹਿਰ ਦੇ ਵਿੱਚ ਜਿਹੜੇ ਲੋਕ ਸ਼ਾਮਿਲ ਸੀ, ਪੰਜਾਬ ਪੁਲਿਸ ਦੇ ਵਿੱਚ ਸ਼ਾਮਿਲ ਸੀ, ਤੀਸਰੇ ਆਮ ਲੋਕ ਆ, ਤਿੰਨੇ ਜਿਹੜੇ ਲੋਕ ਸੀਗੇ ਉਹ ਪੰਜਾਬੀ ਸੀਗੇ, ਜਿਹੜੇ ਇਸ ਕਾਲੇ ਦੌਰ ਦੇ ਵਿੱਚ ਬੜੀ ਬੁਰੀ ਤਰ੍ਹਾਂ ਪਿਸੇ, ਬੜੀ ਬੁਰੀ ਤਰ੍ਹਾਂ। ਕਿਉਂ? ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਉਹ ਆਮ ਆਦਮੀ ਜਿਹਨੂੰ ਪਤਾ ਹੀ ਕੁਝ ਨਹੀਂ ਸੀਗਾ ਕੀ ਹੋ ਰਿਹਾ, ਜਿਹਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ। ਉਹ ਸ਼ਾਮ ਨੂੰ ਘਰੋਂ ਬਾਹਰ ਨਹੀਂ ਸੀ ਨਿਕਲ ਪਾ ਰਿਹਾ, ਅੰਧਾਧੁੰਦ ਗੋਲੀਆਂ ਚੱਲ ਰਹੀਆਂ ਸੀਗੀਆਂ, ਐਲੀਗੇਸ਼ਨ ਕਿਸੇ ਤੇ ਵੀ ਲੱਗਦੇ ਰਹੇ। ਹੁਣ ਬੱਸਾਂ 'ਚੋਂ ਜਦੋਂ ਕੱਢ ਕੇ ਬੇਗੁਨਾਹ ਮਾਰੇ ਗਏ, ਉਹ ਤਾਂ ਫਿਰ ਐਲੀਗੇਸ਼ਨ ਸੀਗੇ ਕਿ ਜਿਹੜੀ ਸਰਕਾਰ ਕਹਿੰਦੀ ਸੀ ਇਹ ਜਿਹੜੇ ਖੜਕੂ ਨੇ ਉਹ ਮਾਰ ਰਹੇ ਨੇ ਬੱਸਾਂ 'ਚੋਂ ਬੇਗੁਨਾਹ ਨੂੰ ਕੱਢ ਕੇ। ਜਿਹੜੇ ਲਹਿਰ ਦੇ ਬੰਦੇ ਸੀ ਖੜਕੂ ਸੀਗੇ, ਉਹ ਕਹਿੰਦੇ ਨਹੀਂ ਜੀ ਇਹ ਸਰਕਾਰੀ ਬੰਦੇ ਸਾਰਾ ਕੰਮ ਕਰਾ ਰਹੇ ਨੇ। ਬੰਬ ਬਲਾਸਟ ਹੋ ਰਹੇ ਸੀਗੇ, ਗੋਲੀਆਂ ਰੋਜ਼ ਚੱਲ ਰਹੀਆਂ ਸੀਗੀਆਂ, ਆਏ ਦਿਨ ਕਦੇ ਜਲੰਧਰ ਰੈਣਕ ਬਾਜ਼ਾਰ 'ਚ ਗੋਲੀ ਚੱਲ ਰਹੀ ਹੈ, ਕਦੇ ਲੁਧਿਆਣੇ 'ਚ ਗੋਲੀ ਚੱਲ ਰਹੀ ਹੈ, ਕਦੇ ਬੈਂਕ ਡਕੈਤੀਆਂ ਹੋ ਰਹੀਆਂ ਨੇ, ਕਦੇ ਆਮ ਲੋਕਾਂ ਨੂੰ ਤਾਂ ਇਹਦੇ ਵਿੱਚ ਪਿਸਣਾ ਪੈ ਹੀ ਰਿਹਾ ਸੀ। ਸੋ ਆਮ ਲੋਕ ਜਿਹੜੇ ਮਾਰੇ ਜਾ ਰਹੇ ਸੀਗੇ ਉਹ ਸਭ ਤੋਂ ਪਹਿਲਾਂ ਤਾਂ ਉਹ ਪਿਸ ਰਹੇ ਸੀ। ਉਸ ਤੋਂ ਬਾਅਦ ਜੇ ਅਸੀਂ ਕਹਿ ਦਈਏ ਕਿ ਪੁਲਿਸ ਨੇ ਕੋਈ ਧੱਕਾ ਕਰਨ 'ਚ ਕੋਈ ਕਮੀ ਨਹੀਂ ਛੱਡੀ, ਬਹੁਤ ਸਾਰੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ, ਟੌਰਚਰ ਕੀਤਾ ਗਿਆ, ਪਰਿਵਾਰਾਂ ਨੂੰ ਪਰੇਸ਼ਾਨ ਕੀਤਾ ਗਿਆ। ਸੋ ਹਿਊਮਨ ਰਾਈਟਸ ਦਾ ਬੜਾ ਵੱਡਾ ਕਾਂਡ ਉਸ ਦੌਰ ਦੇ ਵਿੱਚ ਹੋਇਆ। ਔਰ ਦੂਸਰੀ ਤਰਫ ਜੇ ਅਸੀਂ ਕਹੀਏ ਕਿ ਜੀ ਖੜਕੂ ਲਹਿਰ ਵਾਲੇ ਲੋਕਾਂ ਨੇ ਕਿਤੇ ਉਹਨਾਂ ਨੇ ਕੋਈ ਘੱਟ ਕੀਤੀ, ਉਹਨਾਂ ਨੇ ਵੀ ਘੱਟ ਨਹੀਂ ਕੀਤੀ, ਪੁਲਿਸ ਵਾਲੇ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਪੁੱਛੋ, ਉਹਨਾਂ ਦੇ ਨਾਲ ਵੀ ਬੜਾ ਕੁਝ ਹੋਇਆ। ਸੋ ਇਹ ਨੁਕਸਾਨ ਹਰ ਪਾਸੇ ਪੰਜਾਬੀਆਂ ਦਾ ਹੋਇਆ, ਹਰ ਤਿੰਨੋਂ ਧਿਰਾਂ ਦੇ ਵਿੱਚ ਨੁਕਸਾਨ ਹਰ ਪਾਸੇ ਪੰਜਾਬੀਆਂ ਦਾ ਹੋਇਆ, ਜੋ ਨਹੀਂ ਹੋਣਾ ਚਾਹੀਦਾ ਸੀ, ਵਿਚ ਇਜ਼ ਵੈਰੀ ਵੈਰੀ ਅਨਫੋਰਚੂਨੇਟ, ਬੜੀ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ ਸੀ। ਸੋ ਉਹਦੇ ਤੋਂ ਜਿਹੜੀ ਸਿੱਖ ਆ ਅਸੀਂ ਜੋ ਲੈ ਸਕਦੇ ਹਾਂ ਉਸ ਦੌਰ ਤੋਂ, ਮੰਗਾਂ ਜਾਇਜ਼ ਸੀਗੀਆਂ,
ਹਰ ਸਟੇਟ ਚਾਹੁੰਦੀ ਹੈ ਕਿ ਸਾਨੂੰ ਵੱਧ ਅਧਿਕਾਰ ਮਿਲਣ, ਰਾਜਾਂ ਦੇ ਵੱਧ ਅਧਿਕਾਰ ਦੀ ਮੰਗ ਸੀ, ਮੰਗਾਂ ਜਾਇਜ਼ ਸੀਗੀਆਂ ਜੋ ਅੱਜ ਵੀ ਉੱਥੇ ਖੜੀਆਂ ਨੇ। ਔਰ ਇਸ ਕਾਲੇ ਦੌਰ ਨੇ, ਅਸੀਂ ਜੇ ਮੋਟੇ ਤੌਰ ਤੇ ਗੱਲ ਕਰੀਏ 1978 ਤੋਂ ਲੈ ਕੇ 1998 ਤੱਕ ਦੀ ਜੇ ਅਸੀਂ ਗੱਲ ਕਰੀਏ ਤੇ ਪੰਜਾਬ ਨੂੰ ਬਹੁਤ ਪਿੱਛੇ ਛੱਡ ਦਿੱਤਾ। ਹਾਲਾਂਕਿ 1992 ਫਰਵਰੀ 1992 ਫਰਵਰੀ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਲਹਿਰ ਖਤਮ ਹੋ ਗਈ, ਖੜਕੂ ਲਹਿਰ ਖਤਮ ਹੋ ਗਈ, ਅਸੀਂ ਸਾਰਾ ਕੁਝ ਕੰਟਰੋਲ ਕਰ ਲਿਆ। ਲੇਕਿਨ ਅਸੀਂ ਸਾਰੇ ਜਾਣਦੇ ਹਾਂ 1995 ਦੇ ਵਿੱਚ ਚੀਫ ਮਿਨਿਸਟਰ ਬੇਅੰਤ ਸਿੰਘ ਉਹਨਾਂ ਦਾ ਕਤਲ ਹੁੰਦਾ ਹੈ। 97 ਦੇ ਵਿੱਚ ਅਗੇਨ ਦੇਰ ਵਾਜ਼ ਅ ਮੇਜਰ ਸਪਾਈਕ ਇਨ ਵਾਇਲੈਂਸ, 1997 ਦੇ ਵਿੱਚ ਮੇਜਰ ਸਪਾਈਕ ਸੀਗੀ। ਫਿਰ 98 ਥੋੜੀ ਹੋਈ, ਫਿਰ ਹੌਲੀ ਹੌਲੀ ਲਗਭਗ ਖਤਮ ਹੋ ਗਈ। ਸੋ ਇਹ 20 ਸਾਲ ਦਾ ਮੋਟਾ ਵਕਵਾ ਤੁਸੀਂ ਲੈ ਸਕਦੇ ਹੋ, 1978 1978 ਤੋਂ ਲੈ ਕੇ 1998 20 ਸਾਲ ਦੇ ਇਸ ਕਾਲੇ ਦੌਰ ਦੇ ਵਿੱਚ ਬੜਾ ਕੋਈ। ਔਰ ਇਹ 20 ਸਾਲਾਂ ਨੇ ਪੰਜਾਬ ਨੂੰ ਬਹੁਤ ਪਿੱਛੇ ਲਿਆਤਾ। ਇਕੋਨਮੀ ਜਿਹੜੀ ਪੰਜਾਬ ਦੀ ਉਹ ਤਬਾਹ ਹੋ ਗਈ। ਦੇਖੋ ਅੱਜ ਜੇ ਬੜੀ ਵਾਰ ਅਸੀਂ ਗੱਲ ਕਰਦੇ ਹਾਂ ਸਾਊਥ ਦੇ ਵਿੱਚ ਬੈਂਗਲੋਰ, ਹੈਦਰਾਬਾਦ, ਚੇਨਈ, ਇਹ ਤਿੰਨੇ ਸਿਟੀਜ਼ ਹੱਬ ਬਣ ਗਈਆਂ ਹਰ ਚੀਜ਼ ਦਾ। ਸਭ ਤੋਂ ਪਹਿਲਾਂ ਤੇ ਸੌਫਟਵੇਅਰ ਇੰਡਸਟਰੀ ਦਾ ਹੱਬ ਬਣ ਗਈਆਂ। ਬਹੁਤ ਸਾਰਾ ਸੌਫਟਵੇਅਰ ਐਕਸਪੋਰਟ ਕੀਤਾ ਉਹਨਾਂ ਨੇ ਔਰ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਇਹਨਾਂ ਸ਼ਹਿਰਾਂ ਨੇ ਕਮਾਏ। ਜੇ ਉਸ ਤੋਂ ਬਾਅਦ ਕਿਤੇ ਕੋਈ ਹੱਬ ਬਣਿਆ ਤੇ ਫਿਰ ਨੋਇਡਾ ਬਣਿਆ। ਅਸੀਂ ਮੋਹਾਲੀ ਨੂੰ IT ਸਿਟੀ ਬਣਾਉਣ ਦੀ ਕੋਸ਼ਿਸ਼ਾਂ ਤਾਂ ਕਰਦੇ ਰਹੇ ਪਰ ਉੱਥੇ ਇਨਵੈਸਟਮੈਂਟ ਨਹੀਂ ਆਈ, ਲੋਕ ਨਹੀਂ ਆਏ। ਫਿਰ ਅਸੀਂ ਇੱਕ ਹੋਰ ਬੜੀ ਵੱਡੀ ਰੈਵੋਲੂਸ਼ਨ, ਆਟੋ ਰੈਵੋਲੂਸ਼ਨ ਮਿਸ ਕਰ ਗਏ। ਉਹ ਆਟੋ ਰਿਵੋਲੂਸ਼ਨ ਪੰਜਾਬ ਦੇ ਵਿੱਚ ਨਹੀਂ ਆ ਸਕੀ। ਕੌਣ ਲਾਏਗਾ? ਜਿਹੜੀ ਇੰਡਸਟਰੀ ਸੀਗੀ ਉਹ ਵੀ ਪਲਾਇਨ ਕਰ ਗਈ ਪੰਜਾਬ ਤੋਂ, ਕਿਉਂਕਿ ਜਿੱਥੇ ਸਟੇਬਿਲਿਟੀ ਨਾ ਹੋਏ। ਅੱਜ ਜੇ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ, ਰੀਸੈਂਟਲੀ ਮੈਂ ਪਾਕਿਸਤਾਨ ਦੇ ਜਿਹੜੇ ਬਿਜ਼ਨਸ ਪਰਸਨ ਨੇ ਔਰ ਪਾਕਿਸਤਾਨ ਦੇ ਫਾਈਨੈਂਸ ਮਿਨਿਸਟਰ ਨੇ, ਉਹਨਾਂ ਸਾਰਿਆਂ ਦੇ ਬਿਆਨ ਮੇਲ ਖਾ ਰਹੇ ਨੇ। ਉਹ ਕਹਿੰਦੇ ਪਾਕਿਸਤਾਨ, ਅਸੀਂ IMF ਤੋਂ ਲੋਨ ਲੈ ਕੇ ਕੰਮ ਨਹੀਂ ਚੱਲੇਗਾ। ਪਾਕਿਸਤਾਨ ਨੂੰ $41 ਬਿਲੀਅਨ ਇਸ ਸਾਲ ਚਾਹੀਦਾ, 41 ਬਿਲੀਅਨ। ਇਹ ਪਾਕਿਸਤਾਨ ਦੇ ਫਾਈਨੈਂਸ ਮਿਨਿਸਟਰ ਦੀ ਸਟੇਟਮੈਂਟ ਹੈ, ਰੀਸੈਂਟ ਸਟੇਟਮੈਂਟ ਹੈ। ਪਾਕਿਸਤਾਨ ਦੇ ਫਾਈਨੈਂਸ ਮਿਨਿਸਟਰ ਜਦ ਹੁਣ ਕਹਿੰਦੇ ਨੇ $41 ਬਿਲੀਅਨ ਚਾਹੀਦਾ, ਪਾਕਿਸਤਾਨ ਦੇ ਬਿਜ਼ਨਸਮੈਨ ਕਹਿੰਦੇ ਨੇ ਸਾਨੂੰ 37 ਬਿਲੀਅਨ ਚਾਹੀਦਾ। ਚਲੋ ਉਹਨਾਂ ਦਾ ਆਪਣਾ ਹਿਸਾਬ ਹੈ 37 40। ਬਟ ਇੱਕ ਚੀਜ਼ ਕਾਮਨ ਹੈ ਪਾਕਿਸਤਾਨ ਦੀ ਬਿਜ਼ਨਸ ਕਮਿਊਨਿਟੀ ਔਰ ਪਾਕਿਸਤਾਨ ਦੇ ਫਾਈਨੈਂਸ ਮਿਨਿਸਟਰ 'ਚ। ਉਹ ਕਹਿੰਦੇ ਇੰਡੀਆ ਦੀ ਅੱਜ $650 ਬਿਲੀਅਨ ਪਲੱਸ ਫੋਰਨ ਰਿਜ਼ਰਵ ਹੋ ਗਈ ਹੈ। ਕਾਰਨ ਕੀ ਹੈ? ਕਾਰਨ ਬੜਾ ਸਾਫ਼ ਹੈ। ਕਾਰਨ ਇਹ ਹੈ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਆ ਰਹੀ ਹੈ। ਔਰ ਜਦੋਂ ਤੱਕ ਪਾਕਿਸਤਾਨ ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਨਹੀਂ ਆਏਗੀ, ਕੰਮ ਤੇ ਚੱਲ ਜਾਏਗਾ। 41 ਬਿਲੀਅਨ ਚਾਹੀਦੇ ਨੇ। IMF ਨਾਲ ਡੀਲ ਬਣ ਰਹੀ ਹੈ, ਸਾਊਦੀ ਅਰੇਬੀਆ, UAE ਦੇ ਨਾਲ ਗੱਲਬਾਤ ਚੱਲ ਰਹੀ ਹੈ, ਹੋਰ ਇੱਕ ਦੋ ਕੰਟਰੀਜ਼ ਵੀ ਹੈਲਪ ਕਰਨਗੀਆਂ, ਚਾਈਨਾ ਥੋੜੀ ਬਹੁਤ ਹੈਲਪ ਕਰ ਦੇਗਾ। ਲੇਕਿਨ ਓਵਰਆਲ ਫੋਰਨ ਡਾਇਰੈਕਟ ਇਨਵੈਸਟਮੈਂਟ ਜਦੋਂ ਤੋਂ ਨਹੀਂ ਆਏਗੀ, FTA ਨਹੀਂ ਲੱਗੇਗੀ। ਉਹ ਕਹਿੰਦੇ ਟੈਲੈਂਟ ਸਾਡੇ ਕੋਲ ਬਹੁਤ ਹੈ ਪਾਕਿਸਤਾਨ ਦੇ ਵਿੱਚ। ਵੈਰੀ ਸਿਮਿਲਰ ਸਿਚੁਏਸ਼ਨ ਇਨ ਪੰਜਾਬ ਐਜ਼ ਵੈਲ। ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ। ਤੁਸੀਂ ਕੀ ਸੋਚਦੇ ਹੋ ਜੇ ਚੇਨਈ, ਬੈਂਗਲੋਰ ਜਾਂ ਹੈਦਰਾਬਾਦ ਦੇ ਵਿੱਚ ਬੈਠਾ ਕੋਈ ਵਧੀਆ ਸੌਫਟਵੇਅਰ ਬਣਾ ਸਕਦਾ ਹੈ ਤੇ ਪੰਜਾਬ ਦੇ ਲੋਕ ਨਹੀਂ ਸੌਫਟਵੇਅਰ ਬਣਾ ਸਕਦੇ? ਬਿਲਕੁਲ ਬਣਾ ਸਕਦੇ ਨੇ। ਪੰਜਾਬ ਦੇ ਵਿੱਚ IT ਸਿਟੀਜ਼ ਬਣਨੇ ਚਾਹੀਦੇ ਨੇ, ਬਿਲਕੁਲ ਬਣ ਸਕਦੇ ਨੇ। ਜਿੰਨੀ ਆਟੋ ਇੰਡਸਟਰੀ ਆ, ਤੁਸੀਂ ਮੈਨੂੰ ਕਿਸੇ ਦਾ ਨਾਮ ਲੈ ਲਓ ਕਿ ਆਹ ਬੜਾ ਮੇਜਰ ਮੈਸਿਵ ਪਲਾਂਟ, ਮੈਂ ਆਟੋ ਪਲਾਂਟ ਦੀ ਗੱਲ ਕਰ ਰਿਹਾ। ਜੇ ਹੁਣ ਹੁਸ਼ਿਆਰਪੁਰ 'ਚ ਸੋਨਾਲਿਕਾ ਆ ਜਾਂ ਆਪਣੇ ਜਲੰਧਰ ਦੇ ਜਿਹੜੇ ਨੇੜੇ ਤੇੜੇ ਜਿਹੜੇ 5 ਪਲਾਂਟ ਆਪਣੇ GNA ਦੇ ਹੈਗੇ, ਜਾਂ ਆਪਣਾ ਥਾਪਰ ਗਰੁੱਪ ਲਾ ਲਓ, ਜਾਂ ਸਵਰਾਜ ਥਾਪੜ ਪਟਿਆਲੇ ਥੋੜਾ ਸਵਰਾਜ ਦਾ ਥੋੜਾ ਜਿਹਾ ਕੰਮ ਹੈਗਾ। ਇਸ ਤੋਂ ਇਲਾਵਾ ਤੇ ਕੋਈ ਤੁਸੀਂ ਆਟੋ ਦਾ ਕੋਈ ਵੱਡਾ ਪਲਾਂਟ ਦੱਸੋ ਕਿੱਥੇ ਹੈ? ਸਾਰਾ ਕੁਝ ਜੇ ਅਸੀਂ ਗੱਲ ਕਰੀਏ, ਸਾਰਾ ਕੁਝ ਜਾਂ ਤੇ ਸਾਊਥ ਇੰਡੀਆ 'ਚ ਹੈ, ਜਾਂ MP 'ਚ ਹੈ, ਜਾਂ ਦਿੱਲੀ 'ਚ ਹੈ, ਨੋਇਡਾ 'ਚ ਹੈ। ਬਾਕੀ ਆਪਣੇ ਇੱਥੇ ਤਾਂ ਕੋਈ ਵੱਡੀ ਹੈ ਹੀ ਨਹੀਂ, ਕੋਈ ਪਲਾਂਟ ਥੋੜੀ ਕੋਈ ਬਹੁਤ ਬੜਾ। ਹਾਂ, ਵੈਂਡਰਸ ਹੈਗੇ ਨੇ ਜਾਂ ਛੋਟੇ ਮੋਟੇ ਐਂਸਲਰੀ ਯੂਨਿਟਸ ਹੈਗੇ ਨੇ, ਬਟ ਮੈਸਿਵ ਪਲਾਂਟ ਕਿ ਜੇ ਅਸੀਂ ਗੱਲ ਕਰੀਏ ਹੋਂਡਾ ਦਾ, ਕੋਈ ਟੋਇਟਾ ਦਾ, ਕੋਈ ਇੰਨੇ ਪਲਾਂਟ ਮਿਟਸੂਬਿਸ਼ੀ IS, ਦੁਨੀਆ ਭਰ ਦੀਆਂ ਕੰਪਨੀਜ਼ ਰੋਲ ਆਊਟ ਹੋਈਆਂ। ਉਸ ਕਾਲੇ ਦੌਰ 'ਚ ਆਇਆ ਨਹੀਂ ਕੁਝ ਵੀ। 90s ਦੇ ਵਿੱਚ ਜਦੋਂ ਸਭ ਕੁਝ ਓਪਨ ਅਪ ਹੋ ਰਿਹਾ ਸੀਗਾ, ਸਾਡੇ ਇੱਥੇ 90s ਦੇ ਵਿੱਚ ਅਸੀਂ ਜੂਝ ਰਹੇ ਸੀਗੇ। ਜਦੋਂ 92 ਦੇ ਵਿੱਚ ਰਿਫਾਰਮਸ ਆਣੇ ਸ਼ੁਰੂ ਹੋਏ, ਇੱਥੇ ਪੰਜਾਬ ਦੇ ਚੀਫ ਮਿਨਿਸਟਰ ਦੀ ਡੈਥ ਹੋ ਰਹੀ ਹੈ। 97 ਦੇ ਵਿੱਚ ਦਿਸ ਲਾਸ ਆਫ ਵਾਇਲੈਂਸ, ਸਪਾਈਕ ਇਨ ਵਾਇਲੈਂਸ ਡੇਲੀ ਨੰਬਰਸ। ਉਹ 90s ਦੇ ਦੌਰ ਦੇ ਵਿੱਚ ਪੰਜਾਬ ਬੈਕਫੁੱਟ ਚਲਾ ਗਿਆ। ਔਰ अर्ਲੀ 2000 ਦੇ ਵਿੱਚ ਵੀ ਕਰਜ਼ਾ ਇੰਨਾ ਚੜ ਗਿਆ। ਗੱਲ ਇਹਦੀ ਹੁੰਦੀ ਰਹੀ ਕਿ ਜੀ ਅਸੀਂ ਹਾਲਾਤ ਸੁਖਾਵੇਂ ਕਰ ਰਹੇ ਹਾਂ, ਸ਼ਾਂਤੀ ਦਾ ਮਾਹੌਲ ਲੈ ਕੇ ਆ ਰਹੇ ਹਾਂ। ਔਰ ਲੀਡਰਸ਼ਿਪ 'ਚ ਉਹ ਵਿਜ਼ਨ ਨਹੀਂ ਸੀਗਾ, ਲੀਡਰਸ਼ਿਪ 'ਚ ਉਹ ਵਿਜ਼ਨ ਨਹੀਂ ਸੀਗਾ। ਸੋ ਅਸੀਂ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਦੇ ਉੱਤੇ ਐਨਵਰਸਰੀ ਤਾਂ ਮਨਾਉਂਦੇ ਹਾਂ, ਲੇਕਿਨ ਇਹਦੇ ਉੱਤੇ ਚਰਚਾ ਬੜੀ ਘੱਟ ਹੁੰਦੀ ਹੈ ਕਿ ਜੋ ਕੁਝ ਅਸੀਂ ਉੱਥੋਂ ਗਵਾਇਆ ਉਹਦੇ ਤੋਂ ਅਸੀਂ ਅੱਜ ਕੀ ਸਿੱਖਿਆ। ਔਰ ਜਿਹੜੀ ਅਸੀਂ ਗੱਲ ਕਹਿੰਦੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਸਭ ਕੁਝ ਬਦਲਿਆ ਜਾ ਸਕਦਾ ਹੈ, ਤੁਹਾਡੇ ਸਾਹਮਣੇ ਇੱਕ ਕੱਲ ਪਾਰਟੀ ਬਣੀ ਹੈ। ਮੈਂ ਕੱਲ ਇਸ ਲਈ ਜ਼ਿਕਰ ਕਰ ਰਿਹਾ ਕਿ ਵੈਰੀ ਯੰਗ ਇੰਡੀਆ ਦੇ ਵਿੱਚ ਇੰਨੀ ਛੋਟੇ ਸਮੇਂ ਦੇ ਵਿੱਚ ਇੰਨੀ ਤੇਜ਼ੀ ਨਾਲ ਕੋਈ ਪਾਰਟੀ ਗਰੋ ਨਹੀਂ ਕੀਤੀ ਜੀ। ਇੰਨੇ ਥੋੜੇ ਸਮੇਂ 'ਚ ਇੰਨੀ ਜਲਦੀ ਕੋਈ ਪਾਰਟੀ ਗਰੋ ਨਹੀਂ ਕੀਤੀ। ਜਿਸ ਪਾਰਟੀ ਨੂੰ ਹਜੇ 10 ਸਾਲ ਵੀ ਪੂਰੇ ਨਾ ਹੋਏ ਹੋਣ, ਜਿਸ ਪਾਰਟੀ ਨੂੰ 10 ਸਾਲ ਵੀ ਪੂਰੇ ਨਾ ਹੋਏ ਹੋਣ, ਉਹ ਦਿੱਲੀ ਦੇ ਵਿੱਚ 3 ਵਾਰ ਸਰਕਾਰ ਬਣਾ ਦਿੰਦੀ ਹੈ। ਜਿਸ ਪਾਰਟੀ ਨੂੰ 10 ਸਾਲ ਵੀ ਪੂਰੇ ਹੋਏ ਨਾ ਹੋਣ, ਉਹ 2 ਵਾਰ ਇਲੈਕਸ਼ਨ ਲੜਦੀ ਹੈ। ਪੰਜਾਬ ਦੇ ਵਿੱਚ 1 ਵਾਰ ਸਿੱਧੀ ਓਪੋਜੀਸ਼ਨ 'ਚ ਆ ਜਾਂਦੀ ਹੈ ਔਰ ਦੂਸਰੀ ਵਾਰ ਪੰਜਾਬ ਸਰਕਾਰ ਬਣਾ ਦਿੰਦੀ ਹੈ। ਇਸ ਤੋਂ ਵੱਧ ਪੰਜਾਬੀ ਹੋਰ ਕੀ ਸਪੋਰਟ ਕਰਨਗੇ? ਔਰ ਸੀਟਾਂ ਵੀ ਤੁਸੀਂ ਦੇਖੋ ਨਾ, 92 ਸੀਟਾਂ 117 'ਚੋਂ।
ਦਿੱਲੀ ਦੇ ਵਿੱਚ ਦੇਖੋ ਕਿਆ ਜ਼ਬਰਦਸਤ ਮੈਜੋਰਟੀ ਦਿੱਤੀ ਹੈ ਉਹਨਾਂ ਨੂੰ, ਇੱਕ ਵਾਰ ਤੇ 67 ਸੀਟਾਂ ਦੇਤੀਆਂ 70 ਦੇ ਵਿੱਚੋਂ। ਸੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਸਿੱਖੀ ਜਾ ਸਕਦੀ ਹੈ ਕਿ ਪੰਜਾਬ ਦੇ ਲੋਕ ਸ਼ਾਂਤਮਈ ਢੰਗ ਦੇ ਨਾਲ, ਅਸੀਂ ਆਪਰੇਸ਼ਨ ਬਲੂ ਸਟਾਰ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ, ਪੰਜਾਬ ਦੇ ਲੋਕ ਸ਼ਾਂਤਮਈ ਢੰਗ ਦੇ ਨਾਲ ਬਦਲਾਵ ਚਾਹੁੰਦੇ ਨੇ, ਰਿਫਾਰਮਸ ਚਾਹੁੰਦੇ ਨੇ, ਤਰੱਕੀ ਚਾਹੁੰਦੇ ਨੇ। ਪਹਿਲਾ ਪੁਆਇੰਟ ਤਾਂ ਇਹ ਸਾਬਿਤ ਹੁੰਦਾ ਹੈ। ਦੂਸਰਾ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ, ਦੂਸਰਾ ਵੈਰੀ ਇੰਪੋਰਟੈਂਟ ਪੁਆਇੰਟ, ਕਿ ਪੰਜਾਬ ਦੇ ਲੋਕਾਂ ਨੇ ਇਹ ਨਹੀਂ ਦੇਖਿਆ ਕਿ ਇਸ ਪਾਰਟੀ ਦਾ ਜਿਹੜਾ ਲੀਡਰ ਹੈ ਉਹਦੇ ਬਾਰੇ ਬੜੀ ਸਾਰੀ ਗੱਲ ਕੀਤੀ ਗਈ ਕਿ ਇਹ ਲੀਡਰ ਜਿਹੜਾ ਦਿੱਲੀ ਤੋਂ ਹੈ, ਇਹ ਉਹਦੀ ਜ਼ਾਤ ਦੇ ਉੱਤੇ ਕਮੈਂਟ ਕੀਤਾ ਗਿਆ ਕਿਹੜੀ ਕਾਸਟ ਤੋਂ ਨੇ, ਇਹ ਬੰਦਾ ਬਾਹਰੀ ਹੈ, ਇਹ ਬੰਦਾ ਹਿੰਦੂ ਹੈ, ਔਰ ਬੜੇ ਸਾਰੇ ਉਹਨਾਂ ਦੇ ਵੀਡੀਓਜ਼ ਵੀ ਕੱਢੇ ਗਏ ਉੱਥੇ, ਠੀਕ ਹੈ। ਲੇਕਿਨ ਪੰਜਾਬ ਦੇ ਲੋਕਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਹੋਇਆਂ ਪੰਜਾਬ ਦੇ ਲੋਕਾਂ ਨੇ ਬਦਲਾਵ ਲਈ ਵੋਟ ਕੀਤੀ ਔਰ ਉਹਨਾਂ ਨੇ ਕਿਹਾ ਸਾਨੂੰ ਐਕਸੈਪਟੇਬਲ ਹੈ ਜੇ ਕੱਲ ਨੂੰ ਕੇਜਰੀਵਾਲ ਸਾਹਿਬ ਵੀ ਦਿੱਲੀ ਤੋਂ ਬਹਿ ਕੇ ਸਰਕਾਰ ਚਲਾ ਰਹੇ ਨੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਕਿਉਂਕਿ ਪੰਜਾਬ ਦੇ ਲੋਕ ਇੱਕ ਗੱਲ ਹੋਰ ਬੜੀ ਸਮਝ ਗਏ ਇਸ ਕਾਲੇ ਦੌਰ ਦੀ। ਜੇ ਤੁਸੀਂ ਗੱਲ ਕਰਦੇ ਆ ਆਪਰੇਸ਼ਨ ਬਲੂ ਸਟਾਰ ਦੀ ਯੂਨੀਵਰਸਿਟੀ ਦੇ ਮੌਕੇ ਤੇ ਜਦ ਅਸੀਂ ਗੱਲ ਕਰ ਰਹੇ ਹਾਂ, ਇੱਕ ਗੱਲ ਜੋ ਬੜੀ ਪ੍ਰਚਾਰੀ ਗਈ ਕਿ ਡਿਫਰੈਂਟ ਪਾਰਟੀਆਂ ਦੁਆਰਾ ਕਿ ਦਿੱਲੀ ਸਾਡੀ ਦੁਸ਼ਮਣ ਹੈ, ਪਰ ਅਸਲੀਅਤ ਇਹ ਸੀਗੀ ਕਿ ਕਾਂਗਰਸ ਤੇ ਉਸ ਵੇਲੇ ਵੀ ਔਰ ਅੱਜ ਵੀ ਪਾਰਟੀ ਦਿੱਲੀ ਤੋਂ ਹੀ ਚੱਲਦੀ ਸੀਗੀ। ਇਹ ਗੱਲ ਬੜੀ ਪ੍ਰਚਾਰੀ ਗਈ ਕਿ ਦਿੱਲੀ ਸਾਡੀ ਦੁਸ਼ਮਣ ਹੈ, ਕਾਂਗਰਸ ਉਸ ਵੇਲੇ ਵੀ ਤੇ ਅੱਜ ਵੀ ਪਾਰਟੀ ਦਿੱਲੀ ਤੋਂ ਹੀ ਚੱਲਦੀ ਹੈ। ਦੂਸਰੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਲਗਾਤਾਰ ਉੱਥੇ ਸਾਂਝ ਬਣਾ ਕੇ ਰੱਖੀ ਬੀਜੇਪੀ ਦੇ ਨਾਲ। ਇੱਕ ਅੱਧਾ ਬੰਦਾ, ਇੱਕ ਦੋ ਬੰਦੇ ਇਹਨਾਂ ਦੇ ਉੱਥੇ ਕੈਬਨਿਟ ਦੇ ਵਿੱਚ ਵੀ ਰੱਖ ਲੈਂਦੇ ਸੀ ਨਾਲ। ਹਰਸਿਮਰਤ ਕੌਰ ਬਾਦਲ ਜੀ ਕੈਬਨਿਟ 'ਚ ਪੱਕੇ ਰਹੇ ਨੇ, ਇੱਥੇ ਜੋ ਮਰਜ਼ੀ ਅਕਾਲੀ ਦਲ ਕਹੀ ਜਾਵੇ, ਔਰ ਦਿੱਲੀ ਦੇ ਵਿੱਚ ਬਿਜ਼ਨਸ ਇੰਟਰਸਟ ਨੇ, ਸਾਰਾ ਕੁਝ ਹੈ। ਤੀਸਰੀ ਪਾਰਟੀ ਈਵਨ ਆਮ ਆਦਮੀ ਪਾਰਟੀ ਵੀ ਦਿੱਲੀ ਤੋਂ ਚੱਲ ਰਹੀ ਹੈ ਅੱਜ। ਆਮ ਆਦਮੀ ਪਾਰਟੀ ਵੀ ਅੱਜ ਦਿੱਲੀ ਤੋਂ ਚੱਲ ਰਹੀ ਹੈ। ਆਮ ਆਦਮੀ ਪਾਰਟੀ ਕਿਹੜਾ ਪੰਜਾਬ ਤੋਂ ਚੱਲ ਰਹੀ ਹੈ। ਰਾਘਵ ਚੱਡਾ ਸਾਹਿਬ ਆ ਕੇ MLAs ਦੀ ਮੀਟਿੰਗ ਹੁੰਦੀ ਹੈ, ਅੰਦਰ ਦੀ ਖਬਰ ਦੱਸ ਰਹੇ ਤੁਹਾਨੂੰ, ਕੋਈ ਪੁੱਛ ਲਵੇ ਆਮ ਆਦਮੀ ਪਾਰਟੀ ਦਾ ਬੰਦਾ ਆ ਕੇ ਕਹਿ ਦੇਵੇ ਖਬਰ ਗਲਤ ਹੈ। ਰਾਘਵ ਚੱਡਾ ਸਾਹਿਬ ਪਿੱਛੇ ਆ ਕੇ ਬੈਠ ਜਾਂਦੇ ਨੇ, ਚੁੱਪਚਾਪ ਦੇਖਦੇ ਰਹਿੰਦੇ ਨੇ ਕੀ ਹੋ ਰਿਹਾ। ਸਾਰਾ ਕੰਟਰੋਲ ਤੇ ਰਾਘਵ ਚੱਡਾ ਸਾਹਿਬ ਦਾ, ਉੱਥੇ ਮਨੀਸ਼ ਸਿਸੋਦੀਆ ਸਾਹਿਬ ਦਾ ਕੰਟਰੋਲ ਆ ਦਿੱਲੀ ਦੇ ਵਿੱਚ ਡਿਪਟੀ ਚੀਫ ਮਿਨਿਸਟਰ ਤੌਰ ਤੇ, ਇੱਥੇ ਰਾਘਵ ਚੱਡਾ ਸਾਹਿਬ ਕੰਟਰੋਲ ਕਰ ਰਹੇ। ਸੋ ਆਮ ਆਦਮੀ ਪਾਰਟੀ ਵੀ ਦਿੱਲੀੋਂ ਚੱਲਦੀ ਹੈ। ਲੇਕਿਨ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਇਹ ਚੀਜ਼ ਦੇਖ ਲਈ ਕਿ ਲੀਡਰ ਸਾਨੂੰ ਤਾਂ ਭੜਕਾ ਦਿੰਦੇ ਆ ਦਿੱਲੀ ਦੇ ਖਿਲਾਫ, ਆਪ ਜਾ ਕੇ ਦਿੱਲੀ ਦੇ ਨਾਲ ਹੱਥ ਮਿਲਾ ਕੇ ਬੈਠੇ ਹੁੰਦੇ ਆ। ਇਸ ਕਾਰਨ ਉਹ ਜਿਹੜਾ ਕਾਲੇ ਦੌਰ ਦੇ ਵਿੱਚ ਜਿਹੜੀ ਇਹ ਭੜਕਾਹਟ ਪੈਦਾ ਕੀਤੀ ਜਾ ਰਹੀ ਸੀ ਉਹ ਵੀ ਕੁਝ ਹੱਦ ਤੱਕ ਘਟ ਗਈ ਹੈ। ਤੀਸਰਾ ਇੰਪੋਰਟੈਂਟ ਪੁਆਇੰਟ ਬੜਾ ਮੈਂ ਇੱਥੇ ਕਹਿਣਾ ਚਾਹੁੰਦਾ ਹੈ ਕਿ ਉਸ ਵੇਲੇ ਦੇਖੋ ਜੋ ਪ੍ਰੋਬਲਮ ਇੱਕ ਸਭ ਤੋਂ ਵੱਡੀ ਸੀ ਉਹ ਅੱਜ ਵੀ ਬਰਕਰਾਰ ਹੈ। ਉਹ ਕਿਹੜੀ ਹੈ? ਪੰਜਾਬ ਦੇ ਵਿੱਚ ਕਿਸਾਨਾਂ ਦੇ ਇਸ਼ੂ ਸੋਲਵ ਨਹੀਂ ਹੋ ਰਹੇ। ਵੱਡੀ ਤਾਦਾਦ ਦੇ ਵਿੱਚ ਲੋਕ ਖੇਤੀ ਦੇ ਨਾਲ ਜੁੜੇ ਹੋਏ ਨੇ, ਜਿਹਦੇ ਕਾਰਨ ਕਿ ਉਸ ਵੇਲੇ ਵੀ ਸਿਚੁਏਸ਼ਨ ਕ੍ਰਾਈਸਿਸ ਵਰਗੀ ਸੀਗੀ ਔਰ ਅੱਜ ਵੀ ਸਿਚੁਏਸ਼ਨ ਕ੍ਰਾਈਸਿਸ ਵਰਗੀ ਹੈ। ਪੰਜਾਬ ਦੇ ਵਿੱਚ ਇਸ਼ੂਜ਼ ਨਹੀਂ ਨੇ। ਆਪਰੇਸ਼ਨ ਬਲੂ ਸਟਾਰ ਦੇ ਦਰਮਿਆਨ ਉਹ ਸਾਰੇ ਜਿਹੜੀ ਸਿਚੁਏਸ਼ਨ ਦੇ ਤੁਸੀਂ 78, 80, 80, 85, 90 ਦੀ ਗੱਲ ਕਰੋ, ਉਸ ਵੇਲੇ ਵੀ ਸਿਚੁਏਸ਼ਨ ਕ੍ਰਾਈਸਿਸ ਵਰਗੀ ਸੀਗੀ। ਹਾਲਾਂਕਿ ਉਹਦੇ ਵਾਇਲੈਂਸ ਥੋੜੀ ਜ਼ਿਆਦਾ ਸੀਗੀ, ਅੱਜ ਵਾਇਲੈਂਸ ਇਹ ਥੋੜੀ ਘੱਟ ਹੈ, ਲੇਕਿਨ ਅੱਜ ਸਿਚੁਏਸ਼ਨ ਅਜੇ ਵੀ ਕ੍ਰਾਈਸਿਸ ਵਾਲੀ ਹੈ। ਨਾ ਤੇ ਕਿਸਾਨਾਂ ਦੇ ਮਸਲੇ ਹੱਲ ਹੋ ਰਹੇ ਨੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵੱਧ ਗਈਆਂ ਨੇ, ਡਰੱਗਸ ਦਾ ਮਾਮਲਾ ਉੱਥੇ ਹੀ ਖੜਾ ਹੈ, ਨੌਕਰੀਆਂ ਪੰਜਾਬ ਦੇ ਯੂਥ ਨੂੰ ਨਹੀਂ ਮਿਲ ਰਹੀਆਂ, ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਉੱਥੇ ਹੀ ਖੜਾ ਹੈਗਾ, ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਉਸ ਵੇਲੇ ਤਾਂ ਬਹੁਤ ਜ਼ਿਆਦਾ ਚੈਲੰਜਿੰਗ ਸੀ, ਪਰ ਅੱਜ ਵੀ ਚੈਲੰਜਿੰਗ ਹੈ। ਅੱਜ ਵੀ ਗੈਂਗਸ ਖੁੱਲ੍ਹੇਆਮ ਜਾ ਕੇ ਕਦੇ ਇੱਕ ਕਬੱਡੀ ਦੇ ਪਲੇਅਰ ਨੂੰ ਦਿਨ ਦਿਹਾੜੇ ਕਤਲ ਕਰ ਦਿੰਦੇ ਨੇ, ਕਦੇ ਸਿੱਧੂ ਮੂਸੇਵਾਲਾ ਇੱਕ ਸਿੰਗਰ ਦਾ ਦਿਨ ਦਿਹਾੜੇ ਕਤਲ ਹੋ ਜਾਂਦਾ। ਸੋ ਅੱਜ ਵੀ ਸਿਚੁਏਸ਼ਨ ਕ੍ਰਾਈਸਿਸ ਵਰਗੀ ਹੈ। ਅਗਲਾ ਪੁਆਇੰਟ ਜਿਹੜਾ ਮੈਂ ਜ਼ਿਕਰ ਕਰਨਾ ਚਾਹੁੰਦਾ ਹੈ, ਜੋ ਸਾਨੂੰ ਬਹੁਤ ਜ਼ਰੂਰੀ ਹੈ ਸਾਡੇ ਲਈ ਸਿੱਖਣ ਲਈ, ਸਾਡੇ ਜੋ ਪੰਜਾਬ ਦੇ ਵਿੱਚ ਔਰ ਸਾਰੇ ਇੰਡੀਆ ਦੇ ਵਿੱਚ ਹਿੰਦੂ, ਸਿੱਖ, ਮੁਸਲਿਮ, ਕ੍ਰਿਸਚੀਅਨ, ਕੋਈ ਜੂਸ ਜਾਂ ਹੋਰ ਕੋਈ ਵੀ ਇਸਮਾਈਲੀ ਜਾਂ ਕੋਈ ਵੀ ਕਿਸੇ ਵੀ ਕਮਿਊਨਿਟੀ ਤੋਂ ਹੋ ਸਕਦਾ ਹੈ। ਬੇਸਿਕਲੀ ਜਿੱਥੇ 140 ਕਰੋੜ ਦੀ ਆਬਾਦੀ ਹੈ ਉਹਦੇ ਵਿੱਚ ਜੇ ਤੁਸੀਂ ਇਹ ਮੰਨ ਕੇ ਚੱਲੋ ਵੀ ਜੇ 10 ਲੱਖ ਦੇ ਵਿੱਚੋਂ 100 ਬੰਦਾ ਵੀ ਆਪਸ ਲੜਾਈ ਕਰਨ ਵਾਲਾ ਹੋਵੇ ਤੇ 140 ਕਰੋੜ ਦੀ ਆਬਾਦੀ ਦੇ ਵਿੱਚ ਜੇ 10 ਲੱਖ ਦੇ ਵਿੱਚੋਂ 100 ਬੰਦਾ ਵੀ ਲੜਾਈ ਕਰਨ ਵਾਲਾ ਹੋਵੇ ਤੇ 140 ਕਰੋੜ ਦੀ ਆਬਾਦੀ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਸਿਵਲ ਵਾਰ ਲੱਗ ਜਾਏ। ਜੇ 10 ਲੱਖ ਦੇ ਵਿੱਚੋਂ ਸਿਰਫ 100 ਬੰਦਾ ਗੱਡੀ ਜਾਓ, ਤੁਸੀਂ ਕਹੋ ਜੀ ਹਰ 10 ਲੱਖ ਦੇ ਵਿੱਚੋਂ ਅਸੀਂ 100 ਬੰਦਾ ਗੱਡੀ ਜਾ ਰਹੇ ਜਿਹੜਾ ਲੜਨ ਵਾਲਾ ਹੈ ਧਰਮ ਦੇ ਨਾਂ ਦੇ ਉੱਤੇ। ਅਸਲ ਦੇ ਵਿੱਚ ਤੇ ਧਰਮ ਦੇ ਨਾਂ ਦੇ ਉੱਤੇ ਲੜਨ ਵਾਲਾ ਕੋਈ ਹੈ ਹੀ ਨਹੀਂ ਹੈ। ਅੰਦਰ ਕਿਤੇ ਨਾ ਕਿਤੇ ਫਾਲਟ ਲਾਈਨਸ ਕੁਡ ਐਗਜ਼ਿਸਟ, ਲੈਟਸ ਐਡਮਿਟ ਦੈਟ ਐਟ ਦ ਗ੍ਰਾਸ ਰੂਟ ਲੈਵਲ ਦ ਫਾਲਟ ਲਾਈਨਸ ਕੁਡ ਐਗਜ਼ਿਸਟ ਕਿ ਕਿਤੇ ਨਾ ਕਿਤੇ ਥੋੜੀ ਬਹੁਤੀ ਇਸ਼ੂਜ਼ ਹੋ ਸਕਦੇ ਨੇ, ਬਟ ਇਨ ਨਾਰਮਲ ਸਰਕਮਸਟੈਂਸਿਸ ਕਿਹੜਾ ਬੰਦਾ ਆਪਣੇ ਹੋਸ਼ੋ ਹਵਾਸ ਦੇ ਵਿੱਚ ਕਿਸੇ ਦੂਸਰੇ ਧਰਮ ਦੇ ਬੰਦੇ ਨੂੰ ਜਾ ਕੇ ਕਤਲ ਕਰਨ ਦੀ ਨੌਬਤ ਨਹੀਂ ਹੋਏਗੀ। ਜੇ ਸਾਡੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਜੇ ਉਹਦੇ ਅੰਦਰ ਵਿਜ਼ਨ ਹੋਵੇ ਲੋਕਾਂ ਨੂੰ ਜੋੜਨ ਦਾ। ਪ੍ਰੋਬਲਮ ਉਸ ਵੇਲੇ ਵੀ ਇਹੀ ਸੀਗੀ, 1984 ਨਾ ਹੁੰਦਾ ਜੇ ਲੀਡਰਸ਼ਿਪ
ਲੋਕਾਂ ਦੇ ਉੱਤੇ ਇਹ ਸਿਆਸਤ ਨਾ ਥੋਪਦੀ। 1984 ਦੇ ਵਿੱਚ ਸਿਆਸਤ ਕੀ ਥੋਪੀ ਗਈ ਕਿ ਆਪਣੀ ਸੱਤਾ ਬਰਕਰਾਰ ਰੱਖਣ ਲਈ ਲੋਕਾਂ ਦੀ ਪਰਵਾਹ ਨਹੀਂ ਕੀਤੀ ਗਈ। ਲੋਕਾਂ ਨੂੰ ਇੱਕ ਦੂਸਰੇ ਦੇ ਖਿਲਾਫ ਖੜੇ ਕਰਨ ਦੇ ਵਿੱਚ, ਬਿਆਨ ਦੇਣ ਦੇ ਵਿੱਚ ਇਹ ਪੋਲੀਟੀਸ਼ੀਅਨਸ ਨੇ ਕੋਈ ਕਸਰ ਉਸ ਵੇਲੇ ਨਹੀਂ ਛੱਡੀ ਔਰ ਉਹ ਅੱਜ ਵੀ ਨਹੀਂ ਛੱਡਣਗੇ ਸੱਤਾ ਤੇ ਬਰਕਰਾਰ ਰਹਿਣ ਲਈ। ਇਹ ਲੋਕਾਂ ਨੂੰ ਉਸ ਵੇਲੇ ਵੀ ਸੁਚੇਤ ਹੋਣ ਦੀ ਲੋੜ ਸੀਗੀ। ਜੋ 84 ਦਾ ਦੌਰ, 84 ਦਾ ਦੁਖਾਂਤ ਅਸੀਂ ਸਾਰਿਆਂ ਨੇ ਹੰਡਾਇਆ ਆਪਣੇ ਪਿੰਡੇ ਤੇ, ਉਹ ਅੱਜ ਵੀ ਸਾਨੂੰ ਇਹ ਸੋਚਣਾ ਪਏਗਾ ਕਿ ਸਾਡੇ ਆਮ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਅਸੀਂ ਕਿਤੇ ਨਾ ਕਿਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਹਾਂਜੀ ਅਸੀਂ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ, ਉਹ ਸਾਡੀ ਆਪਣੀ ਪਰਸਨਲ ਸੋਚ ਹੈ। ਲੇਕਿਨ ਜੇ ਅਸੀਂ ਉਹਦੇ ਨਾਂ ਦੇ ਉੱਤੇ ਲੀਡਰਸ਼ਿਪ ਜਦੋਂ ਸਾਨੂੰ ਭੜਕਾਉਂਦੀ ਹੈ, ਜੇ ਅਸੀਂ ਆਪਸ 'ਚ ਲੜਾਂ, ਕਿਉਂਕਿ ਕਾਮਨ ਡਿਨੋਮੀਨੇਟਰ ਤਾਂ ਸੇਮ ਹੈ। ਤੁਸੀਂ ਇੱਥੇ ਅਮਰੀਕਾ ਦੇ ਵਿੱਚ ਇਲੈਕਸ਼ਨਸ ਹੁੰਦੇ ਨੇ, ਕੈਨੇਡਾ ਦੇ ਵਿੱਚ ਇਲੈਕਸ਼ਨ ਹੁੰਦੇ ਨੇ, ਆਸਟ੍ਰੇਲੀਆ, ਬ੍ਰਿਟਨ ਹੁੰਦੇ ਨੇ। ਮੇਜਰ ਮੁੱਦੇ ਕਿਹੜੇ ਹੁੰਦੇ ਨੇ? ਤੁਸੀਂ ਦੇਖੋ ਜੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੇ, ਡਿਬੇਟਸ ਹੁੰਦੀਆਂ ਨੇ, ਪਹਿਲਾਂ ਪ੍ਰਾਇਮਰੀਜ਼ 'ਚ ਹੁੰਦੀਆਂ ਨੇ, ਫਿਰ ਕੌਣ ਲੀਡਰ ਬਣੇਗਾ, ਫਿਰ ਯੂਐਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੁੰਦੀਆਂ ਨੇ। ਤੁਹਾਡੀਆਂ ਦੋਨੋਂ ਪਾਰਟੀਆਂ ਦੇ ਲੀਡਰ ਆਉਂਦੇ ਨੇ, ਡੈਮੋਕ੍ਰੈਟਸ ਐਂਡ ਰਿਪਬਲਿਕਨ ਆਪੇ ਡਿਬੇਟ ਕਰਦੇ ਨੇ। ਬ੍ਰਿਟਨ ਦੇ ਵਿੱਚ ਵੀ ਸੇਮ ਸਿਸਟਮ ਹੈ, ਆਸਟ੍ਰੇਲੀਆ ਸੇਮ ਸਿਸਟਮ ਹੈ, ਕੈਨੇਡਾ ਸੇਮ ਸਿਸਟਮ ਹੈ। ਫੈਡਰਲ ਲੈਵਲ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਡਿਬੇਟਸ ਹੁੰਦੀਆਂ ਨੇ। ਡਿਬੇਟ ਦੇ ਉੱਤੇ ਜਿਹੜੇ ਮੁੱਦੇ ਹੁੰਦੇ ਨੇ, ਸਭ ਤੋਂ ਜ਼ਿਆਦਾ ਇੰਪੋਰਟੈਂਟ ਮੁੱਦੇ ਕਿਹੜੇ ਹੁੰਦੇ ਨੇ ਜੀ? ਇਨਫਰਾਸਟ੍ਰਕਚਰ ਕਿੱਦਾਂ ਵਧੀਆ ਕਰਨਾ ਹੈ, ਕਿਉਂਕਿ ਇਹਨਾਂ ਕੰਟਰੀਜ਼ ਨੇ ਇਨਫਰਾਸਟ੍ਰਕਚਰ ਤੇ ਜ਼ੋਰ ਦਿੱਤਾ। ਹੈਲਥ ਕੇਅਰ ਕਿੱਦਾਂ ਵਧੀਆ ਕਰਨੀ ਹੈਗੀ ਹੈ, ਐਜੂਕੇਸ਼ਨ ਸਿਸਟਮ ਕਿੱਦਾਂ ਵਧੀਆ ਕਰਨਾ ਹੈ, ਜੌਬਸ ਤੇ ਗੱਲ ਹੁੰਦੀ ਹੈ, ਇਕਨੋਮੀ ਤੇ ਗੱਲ ਹੁੰਦੀ ਹੈ, ਇਨਵਾਇਰਨਮੈਂਟ ਤੇ ਗੱਲ ਹੁੰਦੀ ਹੈ। ਇਹਨਾਂ ਮੁੱਦਿਆਂ ਦੇ ਉੱਤੇ ਗੱਲ ਹੁੰਦੀ ਹੈ। ਟਾਈਮ ਨਹੀਂ ਮਿਲਦਾ ਕਈ ਵਾਰ। ਡਿਬੇਟ ਜਿਹੜੀ 90 ਮਿੰਟ ਦੀ ਜਾਂ 1 ਘੰਟੇ ਦੀ ਡਿਬੇਟ ਹੁੰਦੀ ਹੈ, ਉਹਨਾਂ ਕੋਲ ਆਹ ਮੁੱਦਿਆਂ ਨੂੰ ਵੀ ਪ੍ਰੋਪਰਲੀ ਟੱਚ ਕਰਨ ਲਈ ਟਾਈਮ ਨਹੀਂ ਹੁੰਦਾ। ਜੇ ਸਾਡੀ ਲੀਡਰਸ਼ਿਪ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰੇ ਤੇ 1984 ਦੁਬਾਰਾ ਕਦੇ ਨਾ ਹੋਏਗਾ, ਇਹ ਦੁਖਾਂਤ ਕਦੇ ਨਹੀਂ ਹੋਏਗਾ ਸਾਡੇ ਨਾਲ। ਲੇਕਿਨ ਅਫਸੋਸ ਦੀ ਗੱਲ ਹੈ ਕਿ ਸਾਡੀ ਲੀਡਰਸ਼ਿਪ ਨੇ, ਮੈਂ ਇੱਥੇ ਔਨ ਰਿਕਾਰਡ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਚਾਹੁੰਦਾ, ਔਨ ਰਿਕਾਰਡ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਚਾਹੁੰਦਾ ਕਿ ਸਾਡੀ ਲੀਡਰਸ਼ਿਪ ਨੇ ਕਿਤੇ ਨਾ ਕਿਤੇ ਕੁਝ ਨਹੀਂ ਸਿੱਖਿਆ। ਨਹੀਂ, ਸਾਡੀ ਲੀਡਰਸ਼ਿਪ ਨੇ ਨਹੀਂ ਸਿੱਖਿਆ। ਸਾਡੀ ਲੀਡਰਸ਼ਿਪ ਕੋਲ ਵਿਜ਼ਨ ਨਹੀਂ ਹੈ। ਮੇਰਾ ਇੱਕ ਹੀ ਸਵਾਲ ਹੈ, ਕਿਸੇ ਵੀ ਲੀਡਰ ਦੇ 3 ਗੁਣ ਮੈਂ ਮੰਨਦਾ ਹਾਂ, ਔਰ ਅੱਜ ਤੋਂ ਨਹੀਂ 20 ਸਾਲ ਤੋਂ ਹੀ ਮੈਂ ਗੁਣ ਮੰਨਦਾ ਹਾਂ। ਕਿਸੇ ਵੀ ਲੀਡਰ ਦੇ 3 ਗੁਣ। ਇੱਕ ਚੀਜ਼, ਪਹਿਲੀ ਚੀਜ਼ ਇਮਾਨਦਾਰੀ, ਦੂਸਰੀ ਚੀਜ਼ ਦਲੇਰੀ, ਤੀਸਰਾ ਚੀਜ਼ ਵਿਜ਼ਨ। ਅੱਜ ਸਾਨੂੰ ਇਮਾਨਦਾਰ ਔਰ ਦਲੇਰ ਲੀਡਰ ਤੇ ਪੰਜਾਬ 'ਚ ਮਿਲਣ ਲੱਗ ਪਏ ਨੇ। ਇਮਾਨਦਾਰ ਵੀ ਮਿਲਣ ਲੱਗ ਪਏ ਨੇ, ਕੁਝ ਦਲੇਰ ਵੀ ਮਿਲਣ ਲੱਗ ਪਏ ਨੇ, ਪਰ ਉਹ ਵਿਜ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਵਿਜ਼ਨ ਜਿਹੜਾ ਕਿ ਪੰਜਾਬ ਨੂੰ ਇਸ ਕ੍ਰਾਈਸਿਸ 'ਚੋਂ ਬਾਹਰ ਕੱਢ ਕੇ ਲੈ ਜਾਵੇ, ਬੜੀ ਤਾਕਤ ਚਾਹੀਦੀ ਹੈ। ਉਹ ਵਿਜ਼ਨ ਸਭ ਤੋਂ ਇਮਾਨਦਾਰੀ ਔਰ ਦਲੇਰੀ ਤਾਂ ਬੁਨਿਆਦ ਹੈ। ਤੁਸੀਂ ਕਿਸੇ ਨੂੰ ਚਾਹੋਗੇ ਜੀ ਇਹਨਾਂ ਨੂੰ ਤੁਸੀਂ ਇੰਜੀਨੀਅਰਿੰਗ ਦੇ ਵਿੱਚ ਜਾਂ ਮੈਡੀਕਲ ਕਾਲਜ 'ਚ ਦਾਖਲਾ ਦਿਲਾਉਣਾ, ਤੇ ਉਹ +2 ਇੱਕ ਬੁਨਿਆਦ ਹੈ, ਉਹ +2 ਇੱਕ ਬੇਸ ਹੈ। ਲੇਕਿਨ ਇੰਪੋਰਟੈਂਟ ਚੀਜ਼ ਕੀ ਹੈ? ਇੰਪੋਰਟੈਂਟ ਚੀਜ਼ ਕੀ ਹੈ ਕਿ ਜੇ ਤੁਸੀਂ ਦਾਖਲਾ ਕਰਾਉਣਾ ਹੈ ਉਹਦੇ ਵਿੱਚ, ਉਹ ਇਹ ਨਹੀਂ ਕਹਿਣਗੇ ਜੀ ਤੁਹਾਡੇ ਕੋਲ ਜੇ +2 ਹੀ ਨਹੀਂ ਹੈ ਫਿਰ ਤਾਂ ਫਾਇਦਾ ਹੀ ਨਹੀਂ ਹੈ, ਫਿਰ ਤਾਂ ਇੰਜੀਨੀਅਰਿੰਗ ਜਾਂ ਮੈਡੀਕਲ ਕਾਲਜ ਤੁਸੀਂ ਐਡਮਿਸ਼ਨ ਨਹੀਂ ਲੈ ਸਕਦੇ। ਬਟ ਜੇ ਤੁਸੀਂ ਅੱਜ ਕਹੋ ਜੀ ਲੀਡਰ ਜਿਹੜਾ ਬਣਨਾ ਚਾਹੁੰਦਾ ਪੰਜਾਬ ਨੂੰ, ਜਿਹੜਾ ਕ੍ਰਾਈਸਿਸ ਤੋਂ ਕੱਢੇਗਾ, ਉਹ ਇਮਾਨਦਾਰ ਔਰ ਦਲੇਰ ਤੇ ਹੋਣਾ ਚਾਹੀਦਾ। ਇਹ +2 ਵਰਗੀ ਰਿਕੁਆਇਰਮੈਂਟ ਆ। ਫਿਰ ਅਸਲ ਮੁੱਦਾ ਆਉਂਦਾ ਹੈ ਵਿਜ਼ਨ। ਫਿਰ ਉਹ ਡਾਕਟਰ ਬਣ ਕੇ ਨਿਕਲ ਸਕਦਾ ਹੈ ਜਾਂ ਫਿਰ ਉਹ ਇੰਜੀਨੀਅਰ ਬਣ ਕੇ ਨਿਕਲ ਸਕਦਾ ਹੈ, ਜਿਹਦੇ ਕੋਲ ਵਿਜ਼ਨ ਹੋਏਗਾ। ਵਿਜ਼ਨ ਦੇ ਵਿੱਚ ਬੜੇ ਸਾਰੇ ਐਸਪੈਕਟਸ ਨੇ। ਵਿਜ਼ਨ ਇਹ ਕਿ ਪੰਜਾਬ ਦੀ ਇਕਨੋਮੀ ਕਿਸ ਤਰ੍ਹਾਂ ਅਸੀਂ ਅੱਗੇ ਲੈ ਕੇ ਜਾਣੀ ਹੈ, ਯੂਥ ਨੂੰ ਜੌਬਸ ਨਾਲ ਕਿੱਦਾਂ ਕਨੈਕਟ ਕਰਨਾ ਹੈ, ਕਿਸਾਨਾਂ ਦਾ ਕਰਜ਼ਾ ਮਾਫ ਕਰਾ ਕੇ ਬੈਟਰ ਫਾਰਮਿੰਗ ਪ੍ਰੈਕਟਿਸਿਸ ਕਿੱਦਾਂ ਲੈ ਕੇ ਆਉਣੀ ਹੈ, ਪੰਜਾਬ ਦੇ ਵਿੱਚ ਅਸੀਂ ਕਿੱਦਾਂ 2, 4, 6 ਐਸੀਆਂ ਯੂਨੀਵਰਸਿਟੀਜ਼ ਖੋਲੀਏ ਕਿ ਵਰਲਡ ਕਲਾਸ ਯੂਨੀਵਰਸਿਟੀਜ਼ ਹੋਣ, ਲੋਕ ਬਾਹਰੋਂ ਸਾਡੇ ਕੋਲ ਇੱਥੇ ਪੜ੍ਹ ਕੇ ਆਉਣ। ਇਕੱਲੇ ਬਿਆਨ ਦੇਣਾ ਕੰਮ ਨਹੀਂ ਚੱਲੇਗਾ ਜੀ। ਬਾਹਰੋਂ ਲੋਕ ਇੱਥੇ ਪੰਜਾਬ 'ਚ ਨੌਕਰੀਆਂ ਲੈਣ ਆਉਣਗੇ, ਬਾਅਦ 'ਚ ਆ ਜਾਣਗੇ, ਚੰਗੀ ਗੱਲ ਹੈ। ਔਰ ਸਾਨੂੰ ਉਮੀਦ ਹੈ, ਮੈਨੂੰ ਪੂਰੀ ਉਮੀਦ ਹੈ ਕਿ ਉਹ ਦਿਨ ਆਏਗਾ। ਇੱਕ ਦਿਨ ਸਾਡੇ ਰਹਿੰਦਿਆਂ ਆਵੇ ਜਾਂ ਸਾਡੇ ਜਾਣ ਤੋਂ ਬਾਅਦ ਆਵੇ, ਇੱਕ ਦਿਨ ਉਹ ਜ਼ਰੂਰ ਆਏਗਾ ਜਦੋਂ ਲੋਕ ਇੰਡੀਆ ਜਾਣਗੇ ਨੌਕਰੀਆਂ ਲੈਣ ਲਈ। ਲੇਕਿਨ ਅੱਜ ਦੀ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਸਾਨੂੰ ਪਹਿਲਾਂ ਉਹ ਯੂਨੀਵਰਸਿਟੀਜ਼ ਕ੍ਰੀਏਟ ਕਰਨੀਆਂ ਪੈਣਗੀਆਂ। ਸਾਨੂੰ ਵਰਲਡ ਕਲਾਸ ਹਸਪੀਟਲਸ ਕ੍ਰੀਏਟ ਕਰਨੇ ਪੈਣਗੇ। ਪੰਜਾਬ ਦੇ ਵਿੱਚ 2, 4, 5, 6 ਹੌਲੀ ਉਹ ਹਸਪੀਟਲਸ ਚਾਹੀਦੇ ਨੇ ਕਿ ਲੋਕ ਕਹਿਣ ਜੀ ਇਹ ਸਰਕਾਰੀ ਹਸਪੀਟਲ ਬੜੇ ਵਧੀਆ ਨੇ। ਸਾਡਾ ਸਕੂਲਿੰਗ ਸਿਸਟਮ, ਵਿਜ਼ਨ ਜਿਹਦੇ ਵਿੱਚ ਹੋਏਗਾ ਉਹ ਇਹ ਕਰੇਗਾ। ਔਰ ਉਹਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਆ ਵਿਜ਼ਨਰੀ ਲੀਡਰ 'ਚ ਜਿਹੜੀ ਬੜੀ ਜ਼ਰੂਰੀ ਹੈ, ਹਾਊ ਡੂ ਯੂ ਮੇਕ ਸ਼ੋਰ ਕਿ ਤੁਸੀਂ ਲੋਕਾਂ ਨੂੰ ਜੋੜੋ। ਸਭ ਤੋਂ ਇੰਪੋਰਟੈਂਟ ਚੀਜ਼ ਆ ਕਿ ਵੱਖਰੇ ਧਰਮਾਂ ਦੇ, ਵੱਖਰੇ ਕਾਸਟ ਦੇ, ਵੱਖਰੀ ਬੋਲੀ ਬੋਲਣ ਵਾਲੇ ਲੋਕ, ਵੱਖਰੇ ਕਲਚਰਲ ਬਿਲੋਂਗਿੰਗਸ ਨੂੰ ਆਪਣਾ ਕਹਿਣ ਵਾਲੇ ਲੋਕ, ਕਿੱਦਾਂ ਤੁਸੀਂ ਉਹਨਾਂ ਨੂੰ ਜੋੜੋਗੇ ਵਿਦ ਦਾ ਕਾਮਨ ਡਿਨੋਮੀਨੇਟਰ। ਜੇ ਤਾਂ ਤੁਸੀਂ ਉਹ ਵਿਜ਼ਨ ਲੈ ਕੇ ਆਓਗੇ, ਫਿਰ ਤੇ ਪੰਜਾਬ ਇਸ 1984 ਵਰਗੇ ਦੁਖਾਂਤ ਵਿੱਚ ਦੁਬਾਰਾ ਨਹੀਂ ਜਾਏਗਾ। ਤੇ ਜੇ ਲੀਡਰਸ਼ਿਪ ਕੋਲ ਕੋਈ ਵਿਜ਼ਨ ਹੀ ਨਹੀਂ ਹੈ ਵੀ ਕਿੱਦਾਂ ਅਸੀਂ ਕੱਢਣਾ ਹੈ, ਫਿਰ ਤੇ ਰੋਜ਼ ਕੋਈ ਨਾ ਕੋਈ ਧਰਮ ਦਾ ਕਾਟ, ਕੋਈ ਜਾਤ ਪਾਤ ਦਾ ਕਾਟ, ਅਸੀਂ ਜੀ ਡਿਪਟੀ ਚੀਫ ਮਿਨਿਸਟਰ ਇਸ ਕਾਸਟ ਦੇ ਬੰਦੇ ਨੂੰ ਬਣਾਵਾਂਗੇ। ਅੱਜ ਵੀ ਅਸੀਂ ਇਹ ਬਿਆਨ ਸੁਣ ਰਹੇ ਹਾਂ।
ਅਸੀਂ ਡਿਪਟੀ ਚੀਫ ਮਿਨਿਸਟਰ ਈਸਟ ਕਾਸਟ ਦੇ, ਦੂਜਾ ਕਹਿੰਦਾ ਜੀ ਅਸੀਂ ਚੀਫ ਮਿਨਿਸਟਰ ਕਿਸੇ ਪਰਟੀਕੂਲਰ ਕਾਸਟ ਤੇ ਬਣਾ ਦਿਆਂਗੇ ਕਿਸੇ ਬੰਦੇ ਨੂੰ, ਅਸੀਂ ਔਰਤਾਂ ਨੂੰ ਫ੍ਰੀ ਆ ਦੇ ਦਿਆਂਗੇ, ਅਸੀਂ ਫ੍ਰੀ ਦੇ ਚੀਜ਼ਾਂ ਤੋਂ ਬਾਹਰ ਨਹੀਂ ਨਿਕਲ ਸਕੇ। ਇਕਨੋਮੀ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਵਾਂਗੇ? ਉਹ ਵਿਜ਼ਨ ਕਿੱਥੇ ਆ ਕਿ ਹਰੇਕ ਪੰਜਾਬੀ, ਹਰ ਪੰਜਾਬੀ ਨੂੰ ਅਸੀਂ ਇਸ ਕ੍ਰਾਈਸਿਸ ਚੋਂ ਬਾਹਰ ਕੱਢਾਂਗੇ। ਸੋ 1984 ਤੋਂ ਜੇ ਅਸੀਂ ਸਿੱਖ ਸਕਦੇ ਹਾਂ ਤੇ ਇਹੀ ਕੁਝ ਚੀਜ਼ਾਂ ਜਿਹੜੀਆਂ ਅਸੀਂ ਸਿੱਖ ਸਕਦੇ ਹਾਂ। ਜੀ 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 ਆਪਣੇ को कॉल आई है जी, कॉल लेके जी ਬਿਲਕੁਲ ਜੀ। ਹਾਂਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਵਾਈ ਤੇ। ਕੌਣ ਸਾ ਬੋਲ ਰਹੇ ਜੀ? ਹੈਲੋ ਜੀ ਸਰ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਆਈ ਥਿੰਕ ਤੁਹਾਡੀ ਲਾਈਨ ਡਿਸਕਨੈਕਟ ਹੋ ਗਈ ਜੀ, ਤੁਸੀਂ ਦੁਬਾਰਾ ਸਾਨੂੰ ਜਿਹੜੀ ਉਹ ਤੁਸੀਂ ਕਾਲ ਕਰ ਸਕਦੇ ਹੋ। ਗੱਲਬਾਤ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ। ਜੀ ਜੀ ਜ਼ਰੂਰ ਜਦਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲਾਂ ਕੀਤੀਆਂ ਹੈਗੀਆਂ, ਮੈਂ ਜ਼ਰੂਰ ਰੀਸੈਂਟਲੀ ਜਿਹੜਾ ਹਾਈ ਪ੍ਰੋਫਾਈਲ ਜਿਹੜਾ ਗੈਂਗਵਾਰ ਦੇ ਭੇਟ ਸਿੱਧੂ ਮੂਸੇਵਾਲ ਦੀ ਜਿਹੜਾ ਮਰਡਰ ਹੋਇਆ, ਤੁਸੀਂ ਕਿਆ ਮੰਨਦੇ ਹੋ ਕਿ ਜਿਹੜਾ ਸਾਡਾ ਯੂਥ ਹੈਗਾ ਉਹਦੇ ਵਿੱਚ ਪ੍ਰੋਬਲਮ ਡਰੱਗਸ ਦੀ ਪ੍ਰੋਬਲਮ ਸੀ? ਗੈਂਗਵਾਰ ਇੱਕ ਨਵੀਂ ਐਡੀਸ਼ਨ ਆਈ ਹੈ ਪਿਛਲੇ 20 ਸਾਲਾਂ ਦੇ ਵਿੱਚ, ਜਿਸ ਤਰ੍ਹਾਂ ਰਫਤਾਰ ਸਨ 2000 ਤੋਂ ਸਟਾਰਟਿੰਗ ਹੋਈ ਹੈ। ਈਵਨ 2017 ਦੇ ਵਿੱਚ ਪੁਲਿਸ ਦੇ ਚੀਫ, ਜਦ ਕਾਂਗਰਸ ਦੀ ਗਵਰਨਮੈਂਟ ਸੀ, ਉਹਨਾਂ ਨੇ ਕਿਹਾ ਸੀ ਕਿ ਐਕਟਿਵ 57 ਤੋਂ ਵੱਧ ਜਿਹੜੇ ਗੈਂਗ ਪੰਜਾਬ ਦੇ ਵਿੱਚ ਐਕਟਿਵ ਹਨ। ਤੇ ਤੁਸੀਂ ਕਿਆ ਮੰਨਦੇ ਹੋ ਕਿ ਪੰਜਾਬ ਗਵਰਨਮੈਂਟ ਜਿਹੜੀ ਕਿ ਐਡਮਿਨਿਸਟ੍ਰੇਟਿਵ ਜਿਹੜੀਆਂ ਪਾਲਿਸੀਜ਼ ਦੇ ਵਿੱਚ ਪ੍ਰਸ਼ਨ ਚਿੰਨ੍ਹ ਹੈਗੇ ਆ, ਕਿਉਂਕਿ ਜੇਲ੍ਹ ਡਿਪਾਰਟਮੈਂਟ ਜਿਹੜੇ ਵਰਿੰਦਰ ਕੁਮਾਰ ਸੀ ਉਹਨਾਂ ਨੂੰ ਟਰਾਂਸਫਰ ਕੀਤਾ ਗਿਆ ਵਿਜੀਲੈਂਸ ਡਿਪਾਰਟਮੈਂਟ ਤੇ ਜਿਹੜਾ ਜੇਲ੍ਹ ਡਿਪਾਰਟਮੈਂਟ ਸੀ ਪਿਛਲੇ 1 ਹਫ਼ਤੇ ਤੋਂ ਉਹ ਖਾਲੀ ਰਿਹਾ। ADGP ਸਾਹਿਬ, ਫਿਰ ਈਸ਼ਵਰ ਚੰਦ ਜੀ ਲਗਾਏ ਗਏ, ਲੇਕਿਨ ਐਵੇਂ ਹੀ ਲਾ ਐਂਡ ਆਰਡਰ ਦਾ ਜਿਹੜਾ ਪੁਲਿਸ ਦਾ ਚੀਫ ਜਿਹੜੇ ਹੈ ਸੀ ADGP, ਉਹਨਾਂ ਦੀ ਵੀ ਟਰਾਂਸਫਰ ਹੋ ਚੁੱਕੀ ਸੀ। ਈਵਨ ਜਲੰਧਰ ਦੇ ਕਮਿਸ਼ਨਰ ਮਿਸਟਰ ਤੂਰ ਸਾਹਿਬ ਉਹ ਰਿਟਾਇਰ ਹੋ ਚੁੱਕੇ ਹੈ, ਲੇਕਿਨ 1 ਹਫ਼ਤੇ ਤੋਂ ਵੱਧ ਉੱਥੇ ਕਮਿਸ਼ਨਰ ਬਿਨਾ ਪੰਜਾਬ ਦਾ ਜ਼ਿਲ੍ਹਾ ਜਿਹੜਾ ਜਲੰਧਰ ਬੜਾ ਹੀ ਇੰਪੋਰਟੈਂਟ ਹੈਗਾ ਉਹ ਰਿਹਾ ਹੈਗਾ। ਤੁਹਾਨੂੰ ਕੀ ਲੱਗਦਾ ਕਿ ਗੈਂਗਵਾਰਸ ਦਾ ਕਿਵੇਂ ਜਿਹੜੀ ਮੂਵਮੈਂਟ ਹੈਗੀ ਹੈ, ਜਿਹੜੀ ਇਹ ਚੱਲਦੀ ਪਈ ਹੈਗੀ ਹੈ ਗੈਂਗਵਾਰਸ ਦੀ, ਇਹ ਸਾਡੇ ਯੂਥ ਨੂੰ ਕਿਵੇਂ ਗਵਰਨਮੈਂਟ ਕਿਵੇਂ ਕੱਢ ਸਕਦੀ ਹੈਗੀ? ਠੀਕ ਹੈ ਜੀ, ਕਾਲਸ ਆ ਰਹੀਆਂ, ਮੈਂ ਕਾਲ ਲੈ ਲਵਾਂ ਤੇ ਫਿਰ ਗੱਲਬਾਤ ਜਾਰੀ ਰਹੇਗੀ। ਜੀ ਚੈਨਲ ਵਾਈ ਤੇ ਸਵਾਗਤ ਹੈ ਜੀ। ਹੈਲੋ ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਤੁਹਾਡੀ ਗੁਰਦੀਪ ਜੀ ਵੀ ਤੁਹਾਡੀ ਕਾਲ ਵੀ ਲੈ ਰਹੇ ਹਾਂ, ਉਸ ਤੋਂ ਪਹਿਲਾਂ ਹੋਰ ਕਾਲਰ ਨੇ ਉਹਨਾਂ ਨੂੰ, ਫਿਰ ਗੁਰਦੀਪ ਸਿੰਘ ਜੀ ਤੁਹਾਨੂੰ ਵੀ ਆਉਂਦੇ ਲੈ ਰਹੇ ਹਾਂ। ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਮੇਰਾ ਨਾਮ ਬਲਜਿੰਦਰ ਹੈ ਜੀ। ਬਲਜਿੰਦਰ ਜੀ, ਤੁਸੀਂ ਆਉਂਦੇ ਰਹੋ ਸਰ, ਗੋ ਹੈਡ ਜੀ, ਕੀ ਕਹਿਣਾ ਚਾਹੋਗੇ ਜੀ? ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੀ ਪੰਜਾਬ ਦੇ ਲੋਕਾਂ ਨੂੰ ਮੱਲਮ ਦੀ ਲੋੜ ਹੈ, ਟਰਸਟ ਦੀ ਲੋੜ ਹੈ। ਬੜਾ ਚਿਰ ਹੋ ਗਿਆ ਇਹ ਜਿਹੜੀ ਥਾਟ ਪ੍ਰੋਵੋਕ ਤੁਸੀਂ ਕਰਦੇ ਆ ਆਪਾਂ ਸਾਰੇ ਜੀ ਇਹ ਠੀਕ ਹੈਗਾ, ਪਰ ਜਿਹੜਾ ਦੇਖੋ ਜੇ ਪਰੇਸ਼ਾਨੀ ਹੋਈ ਹੈ ਉਸ ਪਰੇਸ਼ਾਨੀ ਨੂੰ ਉਹਨਾਂ ਨੇ, ਮੈਨੂੰ ਪਤਾ ਬੜਾ ਗਲਤ ਹੈ, ਬੱਸਾਂ ਚੋਂ ਕੱਢ ਕੇ ਉਹਨਾਂ ਨੇ ਮਾਰਿਆ ਔਰ ਉਹਨਾਂ ਦੇ ਸਾਰਿਆਂ ਦੇ ਪੂਰਨੇ ਪਾਸ ਤੇ ਖਤਮ ਕਰਤਾ, ਉਹਨਾਂ ਨੂੰ ਬਿਲਕੁਲ ਮਾਰਿਆ ਗਿਆ, ਉਹ ਵੀ ਮਾਰੇ ਗਏ ਸਾਰੇ ਇੱਕ ਦੂਜੇ ਨਾਲ। ਜੋ ਕੁਝ ਵੀ ਹੋਇਆ ਉਸ ਦਾ ਮੇਨ ਇਹ ਹੈ ਕਿ ਕੋਈ ਦਰਦ ਦਾ ਫਾਹਾ ਲਾਏ, ਫਾਇਆ ਲਾਏ ਦਰਦ ਦਾ, ਕੋਈ ਦੱਸੇ ਕਿ ਭਾਈ ਚੰਗਾ ਕੰਮ ਨਹੀਂ ਹੋਇਆ, ਪਰ ਇੱਕ ਦੂਜੇ ਨਾਲ ਪਿਆਰ ਰੱਖਣਾ ਪੈਣਾ, ਰੱਖੋ ਔਰ ਇੱਕ ਦੂਜੇ ਤੇ ਟਰਸਟ ਕਰੋ। ਇੱਥੇ ਟਰਸਟ ਡਿਫਿਸਿਟ ਹੈ ਜੀ, ਟਰਸਟ ਡਿਫਿਸਿਟ ਜਿਹੜਾ ਨਾ ਉਹ ਪੂਰਾ ਕਰੋ। ਬਾਕੀ ਤੇ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ, ਯੂ ਕੈਨ ਟਾਕ ਵੀ ਕਰਾਂਗੇ, ਇੰਨਾ ਕਰਨਾ ਉਹ ਕਰਨਾ ਚਾਹੀਦਾ, ਫਲਾਣੇ ਲੀਡਰ ਨੂੰ ਉਹ ਕਰਨਗੇ, ਜੋ ਮਰਜ਼ੀ ਚਲੋ, ਅਲਟੀਮੇਟਲੀ ਅੰਟਿਲ ਤੁਸੀਂ ਉਹਨਾਂ ਦੇ ਦਿਲਾਂ ਦੇ ਜ਼ਖਮਾਂ ਨੂੰ ਮੱਲਮ ਨਹੀਂ ਲਾਓਗੇ, ਖਤਮ ਨਹੀਂ ਹੋਣੀ ਗੱਲ। ਬਲਜਿੰਦਰ ਜੀ ਬੋਲ ਰਹੇ ਜੀ? ਹਾਂਜੀ ਹਾਂਜੀ ਹਾਂਜੀ, ਬਲਜਿੰਦਰ ਜੀ ਬੜੀ ਵਧੀਆ ਤੁਸੀਂ ਗੱਲ ਕਹੀ ਹੈ, ਬਹੁਤ ਹੀ ਵਧੀਆ ਗੱਲ ਕਹੀ ਹੈ ਤੁਸੀਂ। ਇਹਦੇ 'ਚ ਕੋਈ ਦੋ ਰਾਏ ਨਹੀਂ ਬਲਜਿੰਦਰ ਜੀ ਕਿ ਜ਼ਖਮਾਂ ਤੇ ਮੱਲਮ ਨਹੀਂ ਲੱਗੀ। ਤੁਸੀਂ ਬਲਜਿੰਦਰ ਜੀ, ਤੁਹਾਡਾ ਸਵਾਲ ਹੈ ਕਿ ਜੋ ਕੁਛ 1984 'ਚ ਹੋਇਆ, ਉਸ ਕਾਲੇ ਦੌਰ 'ਚ ਹੋਇਆ, ਲੋਕਾਂ ਨੂੰ ਮਾਰਿਆ ਗਿਆ, ਔਰ ਤੁਸੀਂ ਕਿਹਾ ਜੀ ਜ਼ਖਮਾਂ ਤੇ ਮੱਲਮ ਲਾਉਣਾ ਵਾਲਾ ਚਾਹੀਦਾ। ਬਿਲਕੁਲ ਸਹੀ ਗੱਲ ਤੁਸੀਂ ਕਹੀ, ਜ਼ਖਮਾਂ ਤੇ ਅਸੀਂ ਮੱਲਮ ਨਹੀਂ ਲਗਾਈ। ਮੈਂ ਕਿਉਂ ਇਹ ਗੱਲ ਕਹਿ ਰਿਹਾ? ਇਹਦੇ 3 ਕਾਰਨ ਨੇ ਬਲਜਿੰਦਰ ਸਿੰਘ ਜੀ। ਪਹਿਲੀ ਚੀਜ਼, ਸਭ ਤੋਂ ਪਹਿਲੀ ਚੀਜ਼, ਉਸ ਦੌਰ ਦੇ ਵਿੱਚ ਜਿੰਨੇ ਵੀ ਲੋਕ ਮਾਰੇ ਗਏ ਨੇ, ਠੀਕ ਹੈ ਨਹੀਂ, ਉਹਨਾਂ ਦੇ ਪਰਿਵਾਰ ਜਿਹੜੇ ਨੇ, ਇੱਕ ਨਿਗਾਹ ਨਾਲ ਦੇਖੋ, ਸਭ ਤੋਂ ਪਹਿਲਾਂ ਉਹ ਸਾਰੇ ਇਨਸਾਨ ਨੇ। ਛੱਡ ਦਿਓ ਬਾਕੀ ਸਾਰੀ ਚੀਜ਼, ਪੰਜਾਬੀ ਨੇ, ਹਿੰਦੂ ਨੇ, ਸਿੱਖ ਨੇ, ਇੰਡੀਅਨ ਨੇ, ਮੈਂ ਛੱਡ ਦਿੱਤੀ ਜੀ ਸਾਰੀ ਚੀਜ਼। ਸਭ ਤੋਂ ਪਹਿਲਾਂ ਉਹ ਇਨਸਾਨ ਨੇ, ਉਹਨਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਉਹ ਦਰਦ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਸਾਡੀ ਲੀਡਰਸ਼ਿਪ ਦਿਲੋਂ ਜਾ ਕੇ ਉਹਨਾਂ ਦੇ ਕੋਲ ਸਿਰਫ ਬੈਠ ਜਾਏ, ਪੈਸਾ ਦੇਣਾ, ਮੁਆਵਜ਼ਾ ਦੇਣਾ, ਉਹਨਾਂ ਨੂੰ ਦੁਬਾਰਾ ਮੁੜ ਵਸੇਵਾ ਕਰਨਾ ਉਹਨਾਂ ਲੋਕਾਂ ਦਾ, ਉਹਦੇ ਬਾਅਦ ਦੀ ਗੱਲ ਹੈ। ਜੇ ਸਾਡੀ ਲੀਡਰਸ਼ਿਪ ਦਿਲੋਂ ਜਾ ਕੇ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੀ ਸਿਰਫ ਦਰਦ ਸੁਣ ਲਵੇ ਔਰ
ਚਾਹੇ ਉਹ ਕਿਸੇ ਖੜਕੂ ਦਾ ਪਰਿਵਾਰ ਹੋਵੇ, ਚਾਹੇ ਪੁਲਿਸ ਵਾਲੇ ਦਾ ਹੋਵੇ, ਚਾਹੇ ਆਮ ਜਿਹੜਾ ਵਿਚਾਰਾ ਵੈਸੇ ਹੀ ਪਤਾ ਨਹੀਂ ਲੱਗਾ ਵੀ ਇਹ ਹੋਇਆ ਕੀ ਸਿਆਸਤ, ਉਹ ਅਕਾਲੀ ਦਲ ਤੇ ਕਾਂਗਰਸ ਦੀ ਸਿਆਸਤ ਦਾ ਉਹਨੂੰ ਕੋਈ ਲੈਣ ਦੇਣ ਵੀ ਨਾ ਹੋਵੇ, ਲੇਕਿਨ ਉਹਦਾ ਬਿਜ਼ਨਸ ਤਬਾਹ ਹੋ ਗਿਆ, ਉਹਦਾ ਪਰਿਵਾਰ ਤਬਾਹ ਹੋ ਗਿਆ। ਉਹਨਾਂ ਲੋਕਾਂ ਦੇ ਕੋਲ ਜਾ ਕੇ ਜੇ ਅੱਜ ਸਾਡੀ ਲੀਡਰਸ਼ਿਪ ਦੇ ਲੋਕ ਦਿਲੋਂ, ਤੁਸੀਂ ਕਿਹਾ ਨਾ ਕਿ ਦਿਲੋਂ ਮੱਲਮ ਲਾਉਣ ਦੀ ਲੋੜ ਹੈ, ਯੈਸ ਵੀ ਨੀਡ ਟੂ ਹੀਲ ਦੋਜ਼ ਵੂੰਡਸ, ਬਟ ਉਹ ਹੀਲਿੰਗ ਕਿਸ ਤਰ੍ਹਾਂ ਹੋਏਗੀ? ਸਭ ਤੋਂ ਪਹਿਲੀ ਚੀਜ਼ ਸਿਰਫ ਸੁਣਨੇ, ਸ਼ੁਰੂਆਤ ਇੱਥੋਂ ਹੋਣੀ ਹੈ ਕਿ ਦਿਲੋਂ ਜਾ, ਵੋਟਾਂ ਲਈ ਨਹੀਂ, ਨਹੀਂ ਵੋਟਾਂ ਲਈ ਨਹੀਂ। ਸਭ ਤੋਂ ਪਹਿਲਾਂ ਅਸੀਂ ਤੇ ਲਾਲ ਕਾਰਡ ਇਹਨਾਂ ਦੇ ਬਣਾ ਦਿਓ, ਇਹਨਾਂ ਨੂੰ ਠੀਕ ਹੈ ਜੀ। ਉੱਥੇ ਲੁਧਿਆਣੇ ਦੇ ਵਿੱਚ ਸਾਡੀਆਂ 1984 ਦੀਆਂ ਵਿਕਟਮ ਦੀਆਂ ਜਿਹੜੀਆਂ ਬੀਬੀਆਂ ਬੈਠੀਆਂ, ਸਾਡੀ ਚੈਨਲ ਵਾਈਜ਼ ਦੀ ਟੀਮ ਜਦੋਂ ਉੱਥੇ ਪਹੁੰਚੀ ਹੈ, ਇੱਕ ਮਾਤਾ ਜੀ ਕਹਿੰਦੇ ਆ 1984 ਦੇ ਵਿਕਟਮ ਨੇ ਮਾਤਾ ਜੀ ਕਹਿੰਦੇ 50,000 ਰੁਪਇਆ ਗੋਡਿਆਂ ਦੇ ਇਲਾਜ ਲਈ ਨਹੀਂ ਹੈ, ਮੈਂ $50,000 ਦੀ ਗੱਲ ਨਹੀਂ ਕਰ ਰਿਹਾ, ਮੈਂ 50,000 ਰੁਪਏ ਦੀ ਗੱਲ ਕਰ ਰਿਹਾ, $1,000 ਦੀ ਗੱਲ ਆ ਸਾਰੀ। ਇੱਕ ਸਾਡੀ ਉੱਥੇ ਮਾਤਾ ਜੀ ਜਿਹੜੇ ਲੁਧਿਆਣੇ ਸੀਗੇ, ਜਦੋਂ ਅਸੀਂ 1984 ਜਿਹੜੀ ਵਿਕਟਮਸ ਨੇ ਉਹਨਾਂ ਦੀ ਕਵਰੇਜ ਕਰਨ ਜਾਂਦੇ ਆ, ਤੇ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਆ, ਉਹ ਕਹਿੰਦੇ ਜੀ ਉਸ ਵੇਲੇ ਮੈਂ ਕਾਨਪੁਰ ਤੋਂ ਆਈ ਸੀ, ਬਸ ਡਰ ਹੀ ਇੰਨਾ ਜ਼ਿਆਦਾ ਸੀ, ਕੋਈ ਕਾਰਡ ਨਹੀਂ ਬਣਾਇਆ, ਕੁਛ ਨਹੀਂ, ਹੁਣ ਮੈਂ ਬਾਹਰ ਆਈ ਕਈ ਸਾਲਾਂ ਬਾਅਦ। ਇਮੈਜਿਨ ਦਾ ਕਾਈਂਡ ਆਫ ਟਰਾਮਾ ਦੇ ਗੋਨ ਥਰੂ। ਅਸੀਂ ਜਦ ਮਾਈਕ ਲੈ ਕੇ ਗੱਲ ਕਰਦੇ ਨਾ, ਉਹ ਰੋ ਕੇ ਹੀ ਆਪਣਾ ਦੁੱਖ ਹਲਕਾ ਕਰ ਲੈਂਦੇ, ਇੱਕ ਬੜੇ ਸਾਰੇ ਵਿਕਟਮਸ ਰੋ ਕੇ ਰੋਂਦੇ ਨੇ ਆਪਣੇ। ਸਾਡੀ ਕਿਸੇ ਲੀਡਰਸ਼ਿਪ ਨੇ ਉਹਨਾਂ ਨੂੰ ਦਿਲੋਂ ਜਾ ਕੇ ਉਹਨਾਂ ਦਾ ਦਰਦ ਹੀ ਨਹੀਂ ਸੁਣਿਆ। ਸਰ ਜ਼ਖਮਾਂ ਤੇ ਮਲਮ ਤੇ ਬਾਅਦ ਚ ਲੱਗੇਗੀ, ਹੀਲਿੰਗ ਤੇ ਬਾਅਦ ਸ਼ੁਰੂ ਹੋਏਗੀ। ਅਸੀਂ ਕਿਤੇ ਜਾ ਕੇ ਉਹਨਾਂ ਕੋਲ ਬੈਠੇ ਹੀ ਨਹੀਂ। ਇਟ ਆਲ ਹੈਜ਼ ਟੂ ਸਟਾਰਟ ਵਿਦ ਹੀਲਿੰਗ, ਲਿਸਨਿੰਗ ਟੂ them ਕਿ ਹਾਂਜੀ ਭਾਈ ਤੁਹਾਡਾ ਕੀ ਹੋਇਆ? ਮੇਰਾ ਜੀ ਪਰਿਵਾਰ ਪੁਲਿਸ ਦੇ ਵਿੱਚ ਸੀਗਾ, ਜੇ ਕਿਸੇ ਇੱਕ ਸ਼ਖਸ ਪੁਲਿਸ ਸੀਗਾ, ਉਹ ਚੰਗਾ ਸੀ ਮਾੜਾ ਸੀ ਬਾਅਦ ਦੀ ਗੱਲ ਆ, ਉਹਦੇ ਪਰਿਵਾਰ ਦਾ ਕੀ ਕਸੂਰ? ਕਰਦਾ ਜੀ ਚਲਾ ਗਿਆ, ਅੱਜ ਬੱਚੇ ਟ੍ਰੈਜਿਕ ਸਿਚੁਏਸ਼ਨ 'ਚ ਹੈਗੇ ਨੇ। ਜਿਹੜਾ ਬੰਦਾ ਹੁਣ ਜੇ ਇੱਕ ਪਰਿਵਾਰ ਦਾ ਯੰਗ ਲੜਕਾ, ਉਹ ਸਹੀ ਸੀ ਗਲਤ ਸੀ, ਉਹ ਇੱਕ ਵੱਖਰੀ ਡਿਬੇਟ ਹੈ, ਉਹ ਲਹਿਰ ਦੇ ਵਿੱਚ ਸ਼ਾਮਿਲ ਹੋ ਗਿਆ। ਉਹ ਯੰਗ ਬੱਚੇ ਦੇ ਪੇਰੈਂਟਸ ਨੂੰ, ਭਰਾ ਨੂੰ, ਭੈਣ ਨੂੰ, ਉਹਦੇ ਮਦਰ ਨੂੰ ਜੋ ਤਸੀਹੇ ਦਿੱਤੇ ਗਏ, ਉਹ ਟਰਾਮਾ ਤੋਂ ਅੱਜ ਬਾਹਰ ਨਹੀਂ ਨਿਕਲੇ, ਉਹਨਾਂ ਦਾ ਕੀ ਕਸੂਰ? ਇੱਕ ਆਮ ਆਦਮੀ ਜਿਹਨੂੰ ਲੈਣਾ ਦੇਣਾ ਹੀ ਕੁਝ ਨਹੀਂ ਸੀਗਾ, ਉਹ ਬੱਸ 'ਚ ਜਾ ਰਿਹਾ ਸੀਗਾ, ਹੁਣ ਇਹ ਪਤਾ ਹੀ ਨਹੀਂ ਨਾ ਉਹਨੂੰ ਪਤਾ ਵਿਚਾਰੇ ਨੂੰ ਕਿ ਸਰਕਾਰ ਨੇ ਮਾਰਿਆ, ਖੜਕੋ ਨੇ ਮਾਰਿਆ, ਕਿਹਨੂੰ ਮਾਰਿਆ, ਉਹ ਅੱਜ ਵੀ ਇਸ ਟਰਾਮਾ 'ਚੋਂ ਗੁਜ਼ਰ ਰਿਹਾ ਹੈ। ਉਹਨਾਂ ਦਾ ਪਰਿਵਾਰ ਅੱਜ ਵੀ ਇਸ ਸਿਚੁਏਸ਼ਨ 'ਚੋਂ ਹੈ। ਸੋ ਸਭ ਤੋਂ ਪਹਿਲਾਂ ਤਾਂ ਜਾ ਕੇ ਸਾਡੀ ਲੀਡਰਸ਼ਿਪ ਨੂੰ ਜਾ ਕੇ ਉਹਨਾਂ ਦੀ ਗੱਲ ਸੁਣਨੀ ਪਏਗੀ ਕਿ ਹਾਂਜੀ ਭਾਈ ਕੋਈ ਗੱਲ ਨਹੀਂ, ਅਸੀਂ ਨਾਲ ਆ ਤੁਹਾਡੇ ਦੁੱਖ ਦਰਦ। ਲੀਡਰਸ਼ਿਪ ਹੈਜ਼ ਟੂ ਟੇਕ ਦ ਸੈਕੰਡ ਸਟੈਪ। ਤੁਸੀਂ ਅੱਜ ਹੀਲਿੰਗ ਤੇ ਗੱਲ ਤੋਰ ਲਈ ਤਾਂ ਉਧਰ ਹੀ ਚੱਲ ਲੈਂਦੇ ਆ। ਲੀਡਰਸ਼ਿਪ ਹੈਜ਼ ਟੂ ਟੇਕ ਦ ਸੈਕੰਡ ਸਟੈਪ ਕਿ ਜਿਹੜੇ ਵੀ ਪੰਜਾਬ ਦੇ ਉਸ ਕਾਲੇ ਦੌਰ ਦੇ ਵਿੱਚ ਲੋਕ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਹੋਏ ਨੇ, ਮੈਂ ਪੀੜਿਤ ਨਹੀਂ ਵਰਡ ਯੂਜ਼ ਕਰਾਂਗਾ ਕਿਉਂਕਿ ਬੜੇ ਦਲੇਰ ਨੇ, ਉਹ ਪੀੜਿਤ ਕਿੱਦਾਂ ਕਹਿ ਦੇਵਾਂ ਉਹਨਾਂ ਨੂੰ ਮੈਂ, ਜਿਹੜੇ ਪ੍ਰਭਾਵਿਤ ਹੋਏ ਨੇ ਉਸ ਕਾਲੇ ਦੌਰ ਦੇ ਵਿੱਚ, ਉਹ ਲੋਕਾਂ ਨੂੰ ਲਿਸਟ ਬਣਾ ਕੇ ਅੱਜ ਸਾਰਿਆਂ ਦੀ, ਉਹਨਾਂ ਦੀ ਜੋ ਵੀ ਅਸੀਂ ਬਣਦੀ ਮਦਦ ਕਰ ਸਕਦੇ ਹਾਂ। ਸਰਕਾਰ ਅੱਜ ਮੰਗੇ ਤਾਂ ਸਹੀ, ਮੈਂ ਵਿਜ਼ਨ ਦੀ ਜਦੋਂ ਗੱਲ ਕਰਦਾ, ਕਈ ਲੋਕ ਕਹਿੰਦੇ ਯੁੱਧ ਜੀ ਤੁਸੀਂ ਕਹਿੰਦੇ ਲੀਡਰ 'ਚ ਵਿਜ਼ਨ ਚਾਹੀਦਾ ਹੈ। ਵਿਜ਼ਨ ਕੀ? ਵਿਜ਼ਨ ਦੀਆਂ ਗੱਲਾਂ ਹੋ ਰਹੀਆਂ ਇਸ ਵੇਲੇ। ਵਿਜ਼ਨ ਸੁਣ ਲਓ ਹੁਣ, ਵਿਜ਼ਨ ਕੀ ਚੀਜ਼ ਹੈ? ਪੰਜਾਬ ਦਾ ਲੀਡਰ ਉੱਠ ਕੇ ਖੜਾ ਹੋਏ, ਉਹ ਕਹੇ ਜੀ ਆਹ ਲੋਕ ਨੇ, ਅਸੀਂ ਇਹਦੇ ਵਿੱਚ ਡਿਸਟਿੰਕਸ਼ਨ ਨਹੀਂ ਕਰਨੀ ਕਿ ਇਹ ਖੜਕੂਆਂ ਦਾ ਪਰਿਵਾਰ ਹੈ, ਪੁਲਿਸ ਵਾਲਿਆਂ ਦਾ ਪਰਿਵਾਰ ਹੈ, ਨਹੀਂ, ਕਿਸੇ ਦਾ ਵੀ ਪਰਿਵਾਰ ਹੋ ਸਕਦਾ ਹੈ। ਕੋਈ ਲਹਿਰ ਦੇ ਨਾਲ ਜੁੜ ਗਿਆ, ਕੋਈ ਪੁਲਿਸ ਵਾਲਾ, ਕਿਸੇ ਦਾ ਵੀ ਪਰਿਵਾਰ ਹੋ ਸਕਦਾ ਹੈ। ਤੁਹਾਨੂੰ ਦੁੱਖ ਦਰਦ ਤਕਲੀਫ ਹੋਈ ਹੈ? ਭਾਈ ਕਨਈਆ ਜੀ ਨੇ ਜਦੋਂ ਪਾਣੀ ਪਿਲਾਇਆ ਨਾ, ਉਹਨਾਂ ਨੇ ਡਿਸਟਿੰਕਸ਼ਨ ਨਹੀਂ ਕੀਤੀ ਭਾਈ ਕਨਈਆ ਜੀ ਨੇ ਕਿ ਇਹ ਸਾਡੀ ਆਪਣੀਆਂ ਫੌਜਾਂ ਨੇ ਜਾਂ ਮੁਗਲ ਫੌਜਾਂ ਨੇ, ਨਹੀਂ, ਉਹਨਾਂ ਨੇ ਸਭ ਨੂੰ ਪਾਣੀ ਪਿਲਾਇਆ। ਗੁਰੂ ਸਾਹਿਬ ਨੇ ਕਿਹਾ ਆ ਲਓ, ਆ ਤੁਸੀਂ ਮੱਲਮ ਵੀ ਲਾਓ, ਇਹਨਾਂ ਦੇ ਜ਼ਖਮਾਂ ਨੂੰ ਹੀਲ ਕਰੋ, ਜਾਓ। ਇਸੇ ਤਰ੍ਹਾਂ ਸਾਡੀ ਲੀਡਰਸ਼ਿਪ ਨੂੰ ਜਿਹੜੇ ਵੀ ਉਸ 84 ਦੇ ਦੌਰ ਦੇ ਵਿੱਚ, ਉਸ ਕਾਲੇ ਦੌਰ ਦੇ ਵਿੱਚ ਜਿਹੜੇ ਵੀ ਲੋਕ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਹੋਏ ਨੇ, ਜਿਹੜੇ ਉਸ ਸਮੇਂ ਦੇ ਕਿਸੇ ਵੀ ਚਪੇਟ ਦੇ ਵਿੱਚ ਆ ਗਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਅੱਜ ਮਿਲ ਕੇ ਉਹਨਾਂ ਨੂੰ ਪੁੱਛਣਾ ਪਏਗਾ, ਉਹਨਾਂ ਦਾ ਦਰਦ ਪਹਿਲਾਂ ਸੁਣਨਾ ਪਏਗਾ। ਔਰ ਫਿਰ ਦੁਨੀਆ ਭਰ ਦੇ ਵਿੱਚ ਵਸਦੇ ਅਸੀਂ ਪੰਜਾਬੀ, ਸਾਨੂੰ ਰਿਕੁਐਸਟ ਤਾਂ ਕਰੇ ਪੰਜਾਬ ਸਰਕਾਰ ਅੱਜ ਕਹੇ ਜੀ ਵਾਈ ਮੀਡੀਆ ਦੇ ਉੱਤੇ ਤੁਸੀਂ ਜੀ ਸਾਡੀ ਅਖਬਾਰ 'ਚ, ਅਸੀਂ ਮਿਡਵੀ ਅਖਬਾਰ 'ਚ ਫੁੱਲ ਪੇਜ ਐਡ ਲਾਵਾਂਗੇ, ਅਸੀਂ ਰੇਡੀਓ ਤੇ ਐਡਵਰਟਾਈਜ਼ਮੈਂਟ ਲਾਵਾਂਗੇ, ਅਸੀਂ ਤਾਂ ਸੇਵਾ ਹੱਥ ਜੋੜ ਕੇ ਨਿਭਾਵਾਂਗੇ ਸੇਵਾ। ਔਰ ਇੱਥੇ ਚੈਨਲ ਵਾਈ ਦੇ ਉੱਤੇ ਵੀ ਹੱਥ ਜੋੜ ਕੇ ਸੇਵਾ ਨਿਭਾਵਾਂਗੇ ਕਿ ਅਸੀਂ ਆਹ ਲਓ ਜੀ ਆ ਲਿਸਟ ਹੈ, ਆਪਣੇ ਆਪ ਇਹਨਾਂ ਨੂੰ ਜੇ ਤੁਸੀਂ ਕੋਈ ਸਪੋਰਟ ਕਰ ਸਕਦੇ ਹੋ, ਇਹ ਉਸ ਦੌਰ ਦੇ ਕਿਤੇ ਨਾ ਕਿਤੇ ਪ੍ਰਭਾਵਿਤ ਲੋਕ ਨੇ, ਤੇ ਉਹਨਾਂ ਦੀ ਸੇਵਾ ਕੀਤੀ ਜਾਵੇ, ਉਹਨਾਂ ਨੂੰ ਦੁਬਾਰਾ ਮੁੱਖ ਧਾਰਾ ਨਾਲ ਜੋੜਾ ਜਾਏ। ਅੱਜ 1984 ਦੇ ਕਈ ਵਿਕਟਮਸ ਜਿਹੜੇ ਦਿੱਲੀ ਵਿੱਚ ਬੈਠੇ ਨੇ, ਅੱਜ ਤੱਕ ਵੀ ਉਹਨਾਂ ਦੀ ਦੂਸਰੀ ਤੀਸਰੀ ਜਨਰੇਸ਼ਨਸ ਆ ਗਈਆਂ ਨੇ। ਅਸੀਂ ਦਿੱਲੀ, ਸਾਡੇ ਤਾਂ ਪੱਤਰਕਾਰ ਪਹੁੰਚਦੇ ਨੇ, ਸਾਡੇ ਵਾਈ ਮੀਡੀਆ ਦੇ ਪੱਤਰਕਾਰ ਜਦੋਂ ਦਿੱਲੀ ਪਹੁੰਚਦੇ ਨੇ, ਉਹ ਸਾਡੇ ਸਾਹਮਣੇ ਰੱਖ ਦਿੰਦੇ, ਕਹਿੰਦੇ ਜੀ ਆਹ ਫਲੈਟ ਸ਼ੀਲਾ ਦੀਕਸ਼ਿਤ ਜੀ ਨੇ ਦਿੱਤੇ ਸੀ, ਉਹ ਲੜਾਈਆਂ ਹੀ ਲੜਦੇ ਵਿਚਾਰੇ ਥੱਕ ਗਏ। ਔਰ ਹਜ਼ਾਰਾਂ ਰੁਪਏ ਦੀ ਗੱਲ ਹੈ ਜੀ, ਆ ਹੁਣ ਸਾਡੇ ਤੇ 2 ਲੱਖ ਕਰਜ਼ਾ ਚੜ੍ਹ ਗਿਆ, ਅੱਜ ਸਾਡੇ ਤੇ 50। ਦਿੱਲੀ ਜਾ ਕੇ ਤਾਂ ਦੇਖੋ, ਅਸੀਂ ਉਹਦਾ ਨਾਮ ਵੀਡੀਓ ਕਾਲ ਨਹੀਂ ਰੱਖਿਆ, ਪਰ ਜਾ ਕੇ ਅਸੀਂ ਉਹਦੇ, ਸਾਡੇ ਵਿੱਚੋਂ ਮੇਰਾ ਇੱਕ ਬੜਾ ਬੁਨਿਆਦੀ ਸਵਾਲ ਹੈ, ਅਸੀਂ ਸਾਰੇ ਪੰਜਾਬ ਜਾਂਦੇ ਵਾਇਆ ਦਿੱਲੀ ਹੈ ਮੋਸਟਲੀ, ਕਦੇ ਕਦੇ ਅੰਮ੍ਰਿਤਸਰ ਤੋਂ ਵੀ ਚਲੇ ਜਾਂਦੇ ਹਾਂ, ਪਰ ਮੋਸਟਲੀ ਅਸੀਂ ਵਾਇਆ ਦਿੱਲੀ ਜਾਂਦੇ ਹਾਂ। ਸਾਡੇ ਵਿੱਚੋਂ ਕਿੰਨੇ ਲੋਕ ਨੇ ਜਿਹੜੇ ਅਸੀਂ ਦਿੱਲੀ ਉਤਰ ਕੇ ਜਾ ਕੇ ਅਸੀਂ ਜਾ ਕੇ ਉਹਨਾਂ ਲੋਕਾਂ ਨੂੰ ਪੁੱਛਦੇ ਹਾਂ ਕਿ ਜੀ ਹਾਂਜੀ ਦੱਸੋ ਜੀ, 84 ਦੇ ਨਾਂ ਤੇ ਬੜਾ ਕੁਝ ਹੋ ਗਿਆ,
ਜਗਦੀਸ਼ ਕੌਰ ਜੀ ਨਾਮ ਲੈ ਕੇ ਗੱਲ ਕਰ ਰਿਹਾ, ਜਗਦੀਸ਼ ਕੌਰ ਜੀ ਜਿਹੜੇ ਮੁੱਖ ਗਵਾਹ ਸੀਗੇ 1984 ਦੇ, ਉਹ ਜਦ ਇੱਥੇ ਕੈਨੇਡਾ ਆਏ, ਇੱਥੇ ਰੈਸਟੋਰੈਂਟ 'ਚ ਆਏ, ਉਹ ਤੇ ਨਾਲ ਉਹਨਾਂ ਦੇ ਬੇਟਾ ਜੀ ਸੀਗੇ। ਮੈਂ ਤੇ ਜ਼ਾਤੀ ਤੌਰ ਤੇ ਉਹਨਾਂ ਨੂੰ ਮਿਲਿਆ, ਇੰਟਰਵਿਊ ਕੀਤਾ, ਮੈਂ ਉਹਨੂੰ ਪੁੱਛਿਆ ਜੀ, ਮੈਂ ਕਿਹਾ ਤੁਹਾਡੀ ਕਿਹਨਾਂ ਨੇ ਮਦਦ ਕੀਤੀ। ਹੁਣ ਉਹ ਗੱਲ ਇੱਥੇ ਚੈਨਲ ਤੇ ਬਾਰ-ਬਾਰ ਨਾ ਕਹੋ, ਬੜੀ ਵਾਰ ਮੈਂ ਵਾਈ ਮੀਡੀਆ ਤੇ ਉਹਨਾਂ ਦੀ ਖੁਲਾਸੇ ਕਰ ਚੁੱਕਾ। ਉਹ ਖੁਲਾਸੇ ਸੀਗੇ ਪਾਣੀ ਦੀ ਬੋਤਲ ਪੀਣ ਲਈ ਵੀ 에ਅਰਪੋਰਟ ਤੇ ਉਹਨਾਂ ਦੇ ਬੇਟੇ ਨੇ, ਮੈਂ ਮੁੱਖ ਗਵਾਹ ਦਿੱਲੀ ਮੁੱਖ ਗਵਾਹ ਜਗਦੀਸ਼ ਕੌਰ ਜੀ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਬੇਟੇ ਦਾ ਬਿਆਨ ਇੱਥੇ, ਉਹਨਾਂ ਨੇ ਕਿਹਾ ਜੀ ਪਾਣੀ ਦੀ ਬੋਤਲ ਲੈਣ ਪੀਣ ਲਈ ਅਸੀਂ 2 ਵਾਰ ਸੋਚਿਆ, ਮਦਦ ਹੋਈ ਉਹਨਾਂ ਦੀ, ਪਰ ਹਜੇ ਵੀ ਜਿੰਨੀ ਬਣਦੀ ਸੀ ਮਦਦ ਨਹੀਂ ਅਸੀਂ ਕਰ ਸਕੇ। ਅਸੀਂ ਤਾਂ ਮੁੱਖ ਗਵਾਹ ਦੀ ਮਦਦ ਨਹੀਂ ਕਰ ਸਕੇ, ਬਾਕੀ ਜਿਹੜੇ ਵਿਕਟਮ ਸੀ ਅਸੀਂ ਗੱਲਾਂ ਬਹੁਤ ਕੀਤੀਆਂ। ਸੋ ਵਿਜ਼ਨਰੀ ਲੀਡਰਸ਼ਿਪ ਉਹ ਹੋਏਗੀ ਜਿਹੜੀ ਸਾਨੂੰ ਸਾਰਿਆਂ ਨੂੰ ਜੋੜੇਗੀ, ਸਿਰਫ ਇਸ ਮਾਮਲੇ ਤੇ ਸਿਆਸਤ ਨਹੀਂ ਕਰੇਗੀ। ਮੀਡੀਆ ਦਾ ਕੰਮ ਉਹ ਹੈ ਜੋ ਅਸੀਂ ਕਰ ਰਹੇ ਹਾਂ, ਤਿਆਰ ਹਾਂ, ਬਿਲਕੁਲ ਪਲੇਟਫਾਰਮ ਦੇ ਰਹੇ ਹਾਂ ਕਿ ਆਓ ਕੋਈ ਆਰਗੇਨਾਈਜੇਸ਼ਨ ਆਏ ਜਿਹੜੀ ਮਦਦ ਕਰਨਾ ਚਾਹੁੰਦੀ ਹੈ ਇਹਨਾਂ ਸਾਰੇ ਪ੍ਰਭਾਵਿਤ ਲੋਕਾਂ ਦੀ। ਜੇ ਅਸੀਂ ਗੱਲ ਕਰਦੇ ਹਾਂ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਇਸ ਤਰ੍ਹਾਂ ਹੋਇਆ, ਔਰ ਉਹਦੇ ਵਿੱਚ ਇੱਕ ਚੀਜ਼ ਬੜੀ ਇੰਪੋਰਟੈਂਟ ਹੈ, ਡਿਸਟਿੰਕਸ਼ਨ ਸੰਸਥਾ ਉਹ ਹੋਏਗੀ, ਵਿਜ਼ਨਰੀ ਲੀਡਰ ਉਹ ਹੋਏਗਾ ਜਿਹੜਾ ਇਸ ਗੱਲ ਨੂੰ ਡਿਸਟਿੰਕਸ਼ਨ ਨਹੀਂ ਕਰੇਗਾ ਕਿ ਜੀ ਮੈਂ ਤਾਂ ਸਿਰਫ ਜੀ ਪੁਲਿਸ ਵਾਲੇ ਜਿਹੜੇ ਪ੍ਰਭਾਵਿਤ ਨੇ, ਪੁਲਿਸ ਵਾਲਿਆਂ ਦੇ ਪਰਿਵਾਰ ਬੜੇ ਪ੍ਰਭਾਵਿਤ ਨੇ, ਉਹਨਾਂ ਨੂੰ ਜਾਂ ਆਮ ਬੰਦਿਆਂ ਨੂੰ ਕਰਾਂਗਾ, ਮੈਂ ਜੀ ਜਿਹੜੇ ਲੋਕ ਲਹਿਰ ਨਾਲ ਜੁੜੇ ਉਹਨਾਂ ਦੀ ਮਦਦ ਨਹੀਂ ਕਰਾਂਗਾ। ਨਹੀਂ 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 ਨਹੀਂ, ਸਾਰਿਆਂ ਦੀ ਔਰ ਬਿਲਕੁਲ ਇੱਕ ਅੱਖ ਦੇ ਨਾਲ ਦੇਖਣਾ ਪਏਗਾ, ਉਹਨਾਂ ਨੂੰ ਸਭ ਨੂੰ ਯੂਨੀਫਾਰਮ ਸਮਝਣਾ ਪਏਗਾ। ਫਿਰ ਅਸੀਂ ਕਹਿ ਸਕਦੇ ਹਾਂ ਕਿ ਯੈਸ, ਜ਼ਖਮਾਂ ਦੀ ਹੀਲਿੰਗ ਇੱਕ ਪਾਸੇ ਸ਼ੁਰੂ ਹੋਈ, ਠੀਕ ਹੈ ਨਾ, ਜਿਹੜੀ ਤੁਸੀਂ ਹੀਲਿੰਗ ਤੇ ਸਵਾਲ ਪੁੱਛਿਆ, ਇਹ ਹੋਏਗੀ ਟਰੂ ਹੀਲਿੰਗ। ਔਰ ਇੱਕ ਚੀਜ਼ ਬਸ ਮੈਂ ਹੋਰ ਕਹਿ ਦਵਾਂ ਜੀ, ਸੌਰੀ ਮੈਂ ਸਮਝ ਲੈ ਗਿਆ, ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਵਿਜ਼ਨਰੀ ਲੀਡਰਸ਼ਿਪ। ਚਾਹੇ ਅਸੀਂ ਕਿਤੇ ਵੀ ਬੈਠੇ ਹਾਂ, ਮੈਂ ਵਿਜ਼ਨਰੀ ਲੀਡਰਸ਼ਿਪ ਉਹਨੂੰ ਕਹਿ ਰਿਹਾ ਚਾਹੇ ਉਹ ਇਲੈਕਟਡ ਪੋਲੀਟੀਕਲ ਲੀਡਰ ਨੇ, ਕਿਉਂਕਿ ਪਾਵਰ ਪੈਸਾ ਸਭ ਕੁਝ ਉਹਨਾਂ ਕੋਲ ਹੈ, ਚਾਹੇ ਸਾਡੀ ਪੋਲੀਟੀਕਲ ਲੀਡਰਸ਼ਿਪ ਹੈ, ਚਾਹੇ ਸਾਡੇ ਧਾਰਮਿਕ ਸੰਸਥਾਵਾਂ ਨੇ, ਚਾਹੇ ਸੋਸ਼ਲ ਆਰਗੇਨਾਈਜੇਸ਼ਨਸ ਨੇ, ਚਾਹੇ ਕੋਈ ਅਸੀਂ ਮੀਡੀਆ ਦੇ ਵਿੱਚ ਬੈਠੇ ਹਾਂ, ਇਹ ਸਾਰੀ ਜਿਹੜੀ ਕਲੈਕਟਿਵ ਲੀਡਰਸ਼ਿਪ ਹੈ, ਇਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਜੋੜਨ ਦੀ ਗੱਲ ਕਰੀਏ। ਹਾਲਾਂਕਿ ਇਹਦੇ ਵਿੱਚ ਕਈ ਜਿਹੜੇ ਹੋ ਸਕਦਾ ਹੈ ਕਿ ਕਈ ਲੋਕਾਂ ਨੂੰ ਗੱਲ ਪਸੰਦ ਨਾ ਆਏ, ਕਿਉਂ? ਕਿਉਂਕਿ ਉਹਨਾਂ ਦਾ ਸਾਰਾ ਦਾਰੋਮਦਾਰ ਇਸੇ ਗੱਲ ਤੇ ਕਿ ਜਿੰਨਾ ਲੋਕ ਵੰਡੇ ਰਹਿਣਗੇ, ਜਿੰਨਾ ਲੋਕ ਥੋੜੇ ਜਿਹੇ ਧਰਮ ਦੇ ਨਾਂ ਤੇ, ਜਾਤ ਦੇ ਨਾਂ ਦੇ ਉੱਤੇ, ਸਾਡਾ ਸਿਸਟਮ ਚੱਲਦਾ ਰਹੇਗਾ, ਕਿਉਂਕਿ ਸਾਡੇ ਕੋਲ ਦੇਣ ਲਈ ਇਹੀ ਕੁਛ ਹੈ। ਕੁਝ ਲੀਡਰਸ਼ਿਪ ਐਸੀ ਹੈ ਜਿਨ੍ਹਾਂ ਕੋਲ ਹੋਰ ਕੋਈ ਗੱਲ ਨਹੀਂ ਹੈ, ਉਹਨਾਂ ਨੇ ਇਸ ਮੁੱਦੇ ਤੇ ਹੀ ਲੋਕਾਂ ਨੂੰ ਕਹਿਣਾ ਹੈ ਵੀ ਸਾਡੇ ਨਾਲ ਜੁੜੋ ਜੀ, ਮੈਂ ਤੁਹਾਡੀ ਜਾਤ ਦਾ ਆ ਇਸ ਲਈ ਮੈਨੂੰ ਵੋਟ ਪਾ ਦਿਓ, ਮੈਨੂੰ ਕੁਰਸੀ ਤੇ ਬਿਠਾ ਕੇ ਰੱਖੋ, ਮੈਂ ਤੁਹਾਡੇ ਧਰਮ ਤੋਂ ਆ। ਸੋ ਉਸ ਲੀਡਰਸ਼ਿਪ ਨੂੰ ਕਿਤੇ ਨਾ ਕਿਤੇ ਇਹਦੀ ਪਰੇਸ਼ਾਨੀ ਹੋਏਗੀ, ਸਾਡੀ ਇਹ ਗੱਲ ਕਹਿਣ ਦੇ ਨਾਲ ਉਹ ਪਰੇਸ਼ਾਨੀ ਹੁੰਦੀ ਵੀ ਹੈ, ਲੇਕਿਨ ਵਿਜ਼ਨਰੀ ਲੀਡਰਸ਼ਿਪ ਤੇ ਉਹੀ ਹੋਏਗੀ। ਜੀ ਬਲਵਿੰਦਰ ਸਾਹਿਬ। ਹਾਂਜੀ, ਆਈਡੀਆ ਜਨਰਲਾਈਜ਼ ਕਰਨਾ ਨਹੀਂ ਹੈ, ਮੇਰਾ ਆਈਡੀਆ ਇਹ ਹੈ ਜੀ ਕਿ ਜਦ ਕਿ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਲੈ ਲੈਂਦੇ ਆ ਜੀ। ਜ਼ਿਆਦਾ ਲੋਕ ਜਿਹੜੇ ਨਾ, ਮੈਂ ਪਿਛਲੇ 40 ਸਾਲਾਂ ਤੋਂ ਇੱਥੇ ਆ, ਬੜੀ ਵਾਰੀ ਮੈਨੂੰ ਇਸ ਤਰ੍ਹਾਂ ਕੁਐਸਚਨ ਹੁੰਦਾ ਹੈ ਕਿ ਜਿਵੇਂ ਕੋਈ ਗਲਤੀ ਕਰ ਬੈਠੇ ਆ ਅਸੀਂ, ਇੱਕ ਇਮੀਡੀਏਟਲੀ ਕੁਝ ਮੀਡੀਆ ਹਾਊਸਿਸ, ਕੁਝ ਦੂਜੇ ਇੱਕ ਗਰੁੱਪ ਨੂੰ ਇਮੀਡੀਏਟਲੀ ਐਂਟੀ ਨੈਸ਼ਨਲ ਬਣਾ ਦੇਣਗੇ, ਇਮੀਡੀਏਟਲੀ ਕਿਸੇ ਕੰਟਰੀ ਨਾਲ ਲਗਾ ਦੇਣਗੇ, ਇਮੀਡੀਏਟਲੀ ਕਹਿਣਗੇ ਕਿ ਇਹ ਸ਼ਾਇਦ ਇਹਨਾਂ ਦੀ ਜੇ ਉਹਨਾਂ ਦੀ ਸ਼ਕਲ ਅਲੱਗ ਹੈ, ਇਹਦਾ ਮਤਲਬ ਨਹੀਂ ਕਿ ਉਹ ਐਂਟੀ ਨੈਸ਼ਨਲ ਨੇ। ਉਹਨਾਂ ਨੂੰ ਇਮੀਡੀਏਟਲੀ ਫੋਰਸਫੁਲੀ ਉਹਨਾਂ ਨੂੰ ਇਸ ਤਰੀਕੇ ਨਾਲ ਡਿਕਲੇਅਰ ਕਰ ਦੇਣਗੇ। ਟਵਿੱਟਰ ਤੇ ਰੋਜ਼ ਇੰਨੀਆਂ ਉਹ ਇੱਕਦਮ ਕੋਈ ਗੱਲ ਹੋ ਜਾਂਦੀ ਹੈ, ਨਾਲ ਹੀ ਉਹਨਾਂ ਨੂੰ ਜੂੰ ਬਦਨਾਮ ਕਰਨ ਲੱਗਦੇ ਆ। ਇੱਥੇ ਪਿੱਛੇ ਜਦੋਂ ਫਾਰਮਰ ਦਾ ਵਾਲਾ ਹੋਇਆ ਸੀ ਉਦੋਂ ਬਦਨਾਮ ਕੀਤੇ। ਕਈ ਵਾਰੀ ਸਾਡੇ ਮੀਡੀਆ ਹਾਊਸਿਸ ਪਰਪਸਲੀ ਉਸ ਗੱਲ ਨੂੰ ਕਿ ਕਿਸੇ ਗਰੁੱਪ ਨੂੰ ਡਾਊਨ ਕਰਨਾ ਹੈ, ਕਿਸੇ ਗਰੁੱਪ ਨੂੰ, ਇਹ ਜਦਕਿ ਰਿਸਪੌਂਸਿਬਿਲਿਟੀ ਆਪਣੇ ਅੰਦਰ ਲੈਣੀ ਚਾਹੀਦੀ ਹੈ ਕਿ ਇਹ ਸਾਰੇ ਅਸੀਂ ਆਪ ਆ। ਜਦੋਂ ਇੱਕ ਪੂਰੀ ਕਮਿਊਨਿਟੀ ਨੂੰ ਇਕੱਠਾ ਜੇ ਆਪਾਂ ਡਿਵਾਈਡ ਹੀ ਕਰ ਦਿਆਂਗੇ ਸਾਰਿਆਂ ਨੂੰ, ਤੇ ਉਹ ਨਾ ਕਿਸੇ ਦਾ ਉਹਦਾ ਬਣਨਾ, ਨਾ ਪੰਜਾਬ ਦਾ, ਨਾ ਇੱਥੇ ਕੁਝ ਬਣਨਾ, ਨਾ ਉੱਥੇ ਕੁਝ ਬਣਨਾ। ਸੋ ਇਹ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਨਾ ਕਿ ਇਹ ਹੀਲਿੰਗ ਹੈ, ਜੇ ਇਸ ਨੂੰ ਤੁਸੀਂ ਕਨਸੈਪਟ ਨੂੰ ਲੈਂਦੇ ਤੇ ਇਹਨੂੰ ਫਿਰ ਭੁਗਤਾਈਏ ਔਰ ਇਹਨੂੰ ਅਡਾਪਟ ਕਰੀਏ। ਬਲਵਿੰਦਰ ਜੀ, ਮੈਂ ਤੁਹਾਡਾ ਇਸ਼ਾਰਾ ਸਮਝ ਗਿਆ, ਜਿਹੜੀ ਤੁਸੀਂ ਇਸ਼ਾਰੇ 'ਚ ਗੱਲ ਕੀਤੀ ਹੈ ਮੈਂ ਉਹਨੂੰ ਖੁੱਲ੍ਹ ਕੇ ਕਰ ਦੇਣਾ, ਔਰ ਤੁਹਾਡਾ ਸਵਾਲ ਬੜਾ ਸਹੀ ਹੈ। ਜਦੋਂ ਬਲਵਿੰਦਰ ਜੀ ਤੁਸੀਂ ਇਹ ਕਹਿੰਦੇ ਹੋ ਕਿ ਜੇ ਕੋਈ ਗੱਲ ਪੰਜਾਬ ਦੇ ਹੱਕਾਂ ਦੀ ਕਰਦਾ ਹੈ ਜਾਂ ਕੋਈ ਗੱਲ 1984 ਦੀ ਕਰਦਾ ਹੈ ਤੇ ਉਹਨੂੰ ਐਂਟੀ ਨੈਸ਼ਨਲ ਡਿਕਲੇਅਰ ਕਰ ਦਿੱਤਾ ਜਾਂਦਾ, ਉਹਨੂੰ ਖਾਲਿਸਤਾਨੀ ਡਿਕਲੇਅਰ ਕਰ ਦਿੱਤਾ ਜਾਂਦਾ ਹੈ, ਠੀਕ ਹੈ, ਇਹੀ ਸਵਾਲ ਹੈ ਨਾ ਤੁਹਾਡਾ। ਦੇਖੋ 1984 ਦੇ ਗੱਲ ਕਰਨਾ ਕੋਈ ਖਾਲਿਸਤਾਨ ਦੀ ਗੱਲ ਕਰਨਾ ਨਹੀਂ ਹੈ, ਕੋਈ ਐਂਟੀ ਨੈਸ਼ਨਲ ਗੱਲ ਨਹੀਂ ਹੈ, ਕਿਉਂਕਿ 1984 ਦੇ ਵਿੱਚ ਜਿਹੜਾ ਦੁਖਾਂਤ ਹੋਇਆ ਔਰ ਜੋ ਆਪਰੇਸ਼ਨ ਬਲੂ ਸਟਾਰ ਦੀ ਐਨਵਰਸਰੀ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਦੁਨੀਆ ਦੇ ਵਿੱਚ ਮੈਨੂੰ ਤੁਸੀਂ ਐਸਾ ਕੋਈ ਪੰਜਾਬੀ ਦਿਖਾ ਦਿਓ ਜਾਂ ਫॉर दैट मैटर ਇੰਡੀਅਨ ਹੀ ਦਿਖਾ ਦਿਓ ਜਿਹੜਾ 1984 ਨੂੰ ਜਸਟੀਫਾਈ ਕਰੇ, ਜੋ 1984 ਦਾ ਸਿੱਖ ਕਤਲੇਆਮ ਹੋਇਆ ਜਾਂ 1984 ਦੇ ਵਿੱਚ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ। ਇਹਨਾਂ ਦੋਨੋਂ ਚੀਜ਼ਾਂ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ, ਕੋਈ ਨਹੀਂ ਇਹਨੂੰ ਜਸਟੀਫਾਈ ਕਰ ਸਕਦਾ। ਔਰ
ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਔਰ ਉਹ ਕੁਝ ਚੰਦ ਫ੍ਰਿੰਜ ਐਲੀਮੈਂਟਸ ਨੇ, ਕੁਝ ਚੰਦ ਫ੍ਰਿੰਜ ਐਲੀਮੈਂਟਸ ਨੇ ਜਿਹੜੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਜਾ ਕੇ ਜੋੜ ਦੇਣਗੇ ਕਿ ਜੀ ਉਹ ਐਂਟੀ ਨੈਸ਼ਨਲ ਹੈ। ਔਰ ਐਂਟੀ ਨੈਸ਼ਨਲ ਦੇਖੋ, ਮੈਂ ਤਾਂ ਇੱਕ ਗੱਲ ਸਾਫ਼ ਕਹਿਣਾ, ਜੇ ਕੋਈ ਕਹਿੰਦਾ ਜੀ ਕਿ ਜਿਹੜੇ ਸਿੱਖ ਨੇ ਜੀ ਉਹ ਵੱਖਵਾਦੀ ਨੇ ਜਾਂ ਸਿੱਖ ਐਂਟੀ ਨੈਸ਼ਨਲ ਨੇ, ਮੈਂ ਕਹਿੰਦਾ ਜੀ ਕਮਾਲ ਦੀ ਗੱਲ ਤੁਸੀਂ ਕਰੀ ਜਾ ਰਹੇ ਹੋ। ਸਿੱਖ ਤੇ ਪੰਜਾਬ ਥੋੜੀ, ਸਿੱਖ ਤੇ ਇੰਡੀਆ 'ਚ ਰਾਜ ਕਰ ਰਹੇ ਨੇ। ਅਸੀਂ ਪੰਜਾਬ ਥੋੜੀ ਲੈਣਾ ਹੈ ਜਾਂ ਖਾਲਿਸਤਾਨ ਥੋੜੀ, ਅਸੀਂ ਤਾਂ ਕਹਿੰਦੇ ਅਸੀਂ ਇੰਡੀਆ। ਸਿੱਖਾਂ ਦਾ ਰਾਜ ਇੰਡੀਆ 'ਚ, ਮੈਨੂੰ ਤੁਸੀਂ ਜਗ੍ਹਾ ਦਾ ਨਾਮ ਦੱਸਣਾ ਜਿੱਥੇ ਸਿੱਖਾਂ ਦਾ ਰਾਜ ਨਹੀਂ ਹੈ, ਮੈਨੂੰ ਜਗ੍ਹਾ ਦਾ ਨਾਮ ਦੱਸੋ। ਬਿਨਾਂ ਸਿੱਖਾਂ ਦੇ ਇੰਡੀਆ 2007 ਦਾ ਵਰਲਡ ਕੱਪ ਨਹੀਂ ਜਿੱਤ ਸਕਦਾ, ਨਾ ਹਾਕੀ 'ਚ 골ਡ ਮੈਡਲ ਜਿੱਤ ਸਕਦਾ, ਨਾ 2011 ਦਾ ਵਰਲਡ ਕੱਪ ਜਿੱਤ ਸਕਦਾ। ਮੈਨੂੰ ਗਿਣਾ ਦਿਓ। ਤੁਸੀਂ ਕਹੋ ਜੀ 1983 ਜਿੱਤਿਆ ਸੀ, ਤਾਂ ਫਿਰ 1983 'ਚ ਵੀ ਕੱਢ ਕੇ ਦੇਖ ਲਓ, ਬਿਨਾਂ ਸਿੱਖਾਂ ਤੋਂ ਜਿੱਤ ਲਿਆ ਕਿਸੇ ਨੇ। ਬਿਨਾਂ ਸਿੱਖਾਂ ਦੇ 에ਅਰ ਫੋਰਸ ਨੂੰ ਕੋਈ ਲੀਡ ਨਹੀਂ ਕਰ ਸਕਦਾ, ਕੋਈ ਫੌਜ ਨੂੰ ਲੀਡ ਨਹੀਂ ਕਰ ਸਕਦਾ, ਕੋਈ ਨੇਵੀ ਨੂੰ ਲੀਡ ਨਹੀਂ ਕਰ ਸਕਦਾ। ਸਿੱਖ ਪ੍ਰਧਾਨ ਮੰਤਰੀ ਵੀ ਬਣੇ ਨੇ ਤੇ ਸਿੱਖ ਰਾਸ਼ਟਰਪਤੀ ਵੀ ਬਣੇ ਨੇ, ਸਿੱਖ ਫਾਈਨੈਂਸ ਮਿਨਿਸਟਰ ਵੀ ਬਣੇ ਨੇ ਤੇ ਸਿੱਖ ਅੰਬੈਸਡਰ ਵੀ ਬਣੇ ਨੇ। ਸਿੱਖ ਅੱਜ ਬਾਲੀਵੁੱਡ ਦੇ ਵਿੱਚ ਵੀ ਅਸੀਂ ਪੰਜਾਬੀ ਰਾਜ ਕਰ ਰਹੇ ਹਾਂ, ਸਭ ਤੋਂ ਜ਼ਿਆਦਾ ਪੰਜਾਬੀ ਉੱਥੇ ਤਾਂ ਬੋਲੀ ਪੰਜਾਬੀ ਚੱਲਦੀ ਹੈ। ਤੁਸੀਂ ਪੁਰਾਣੇ ਬੰਦੇ ਜਿੰਨੇ ਬੈਠੇ ਜਾ ਕੇ ਗਲਤ ਕਰੋ, ਸਾਰੇ ਪੰਜਾਬੀ ਬੋਲਦੇ ਨੇ ਉੱਥੇ। ਸੋ ਮੈਨੂੰ ਤੁਸੀਂ ਫੀਲਡ ਦੱਸੋ ਕੋਈ। ਅੱਜ IPL ਕ੍ਰਿਕਟ ਹੁੰਦਾ ਹੈ ਤੇ ਉੱਥੇ ਭੰਗੜਾ ਹੁੰਦਾ ਹੈ ਤੇ ਕਮੈਂਟੇਟਰ ਜਿਹੜਾ ਹਿੰਦੀ ਨਹੀਂ ਬੋਲ ਸਕਦਾ, ਉਹ ਇਹ ਗੱਲ ਕਹਿੰਦਾ ਹੈ ਭੰਗੜਾ ਹੈਜ਼ ਬਿਕਮ ਦ ਨੈਸ਼ਨਲ ਡਾਂਸ ਆਫ ਇੰਡੀਆ। ਜੇ ਇੰਡੀਆ ਨੂੰ ਆਸਕਰ ਅਵਾਰਡ ਮਿਲਿਆ, ਆਸਕਰ ਅਵਾਰਡ, ਤੇ ਪੰਜਾਬੀ ਕੌਣ ਸੀਗਾ? ਗੁਲਜ਼ਾਰ ਸਿੰਘ ਜੀ। ਉਹਨਾਂ ਦੇ ਲਿਰਿਕਸ ਤੋਂ ਬਿਨਾ ਜੈ ਹੋ ਗਾਣੇ ਨੂੰ ਆਸਕਰ ਅਵਾਰਡ ਨਹੀਂ ਸੀ ਮਿਲਣਾ। AR ਰਹਿਮਾਨ ਸਾਹਿਬ ਨੇ ਹੱਥ 'ਚ ਇੱਦਾਂ 2 ਆਸਕਰ ਅਵਾਰਡ ਫੜੇ ਸੀਗੇ, ਇੱਕ ਆਪਣਾ, ਇੱਕ ਗੁਲਜ਼ਾਰ ਸਿੰਘ ਜੀ ਦਾ। ਸੋ ਬਿਨਾਂ ਪੰਜਾਬੀਆਂ ਦੇ ਤਾਂ ਆਸਕਰ ਅਵਾਰਡ ਨਹੀਂ, ਬਿਨਾਂ ਪੰਜਾਬੀਆਂ ਦੇ ਤਾਂ ਕੁਝ ਹੋ ਹੀ ਨਹੀਂ ਸਕਦਾ। ਸੋ ਕਿਸੇ ਨੂੰ ਇਹ ਜਨਰਲਾਈਜ਼ ਕਰ ਦੇਣਾ ਕਿ ਜੀ ਜੇ ਕੋਈ ਗੱਲ, ਦੇਖੋ ਕੋਈ ਬੰਦਾ ਹੋ ਸਕਦਾ ਵਿੱਚ ਐਂਟੀ ਨੈਸ਼ਨਲ ਗੱਲ ਕਰ ਜੇ, ਫਿਰ ਵੀ ਜੇ ਸ਼ਾਂਤਮਈ ਢੰਗ ਨਾਲ ਕਰਦਾ ਉਹਨੂੰ ਵੀ ਹੱਕ ਹੈ। ਜੇ ਕੋਈ ਸ਼ਾਂਤਮਈ ਢੰਗ ਨਾਲ, ਦੇਖੋ ਜੇ ਕੋਈ ਗੱਲ ਕਰਦਾ ਨਾ ਕਿ ਜੀ ਇੰਡੀਆ ਬੜਾ ਖਰਾਬ ਹੈ ਉੱਥੇ, ਫਿਰ ਕੀ ਹੋਇਆ? ਉਹ ਫਿਰ ਉਹੀ ਗੱਲ ਉੱਥੇ ਆ ਜਾਂਦੀ ਵੀ ਉਹਨਾਂ ਨੂੰ ਪੁੱਛਣ ਦੀ ਜ਼ਰੂਰਤ ਹੈ ਵੀ ਭਾਈ ਸਾਹਿਬ ਕੋਈ ਗੱਲ ਨਹੀਂ, ਜੇ ਤੁਹਾਡੇ ਆਪਣੇ ਵਿਚਾਰ ਨੇ ਸ਼ਾਂਤਮਈ ਢੰਗ ਨਾਲ ਕਰੀ ਜਾਓ, ਕੋਈ ਦਿੱਕਤ ਨਹੀਂ ਉਹਦੇ ਵਿੱਚ। ਖਾਲਿਸਤਾਨ ਦੀ ਮੰਗ ਕਰਨਾ ਤੱਕ ਇੰਡੀਆ ਦਾ ਕਨਸਟੀਟਿਊਸ਼ਨ ਇਹਦੀ ਇਜਾਜ਼ਤ ਦਿੰਦਾ ਹੈ। ਔਰ ਇੰਡੀਆ ਦੇ ਉੱਤੇ ਮਰ ਮਿਟਣ ਵਾਲੇ ਲੱਖਾਂ ਨਹੀਂ ਜੀ, ਕਰੋੜਾਂ ਤੁਹਾਨੂੰ ਪੰਜਾਬੀ ਦਿਖਾ ਦਿਆਂਗੇ ਜਿਹੜੇ ਅੱਜ ਵੀ ਕਹਿੰਦੇ ਵੀ ਇੰਡੀਆ ਦੇ ਸਾਹ 'ਚ ਸਾਡਾ ਸਾਹ ਰਲਦਾ ਹੈ। ਇੰਡੀਆ ਦੇ ਸਾਹ 'ਚ ਸਾਡਾ ਸਾਹ ਹੈ, ਇੰਡੀਆ ਦੀ ਜਾਨ 'ਚ ਸਾਡੀ ਜਾਨ ਵਸਦੀ ਹੈ। ਬਹੁਤੇ ਐਗਜ਼ਾਮਪਲ ਨਹੀਂ ਦੇ ਸਕਦਾ ਇਨ ਦਾ ਇੰਟਰਸਟ ਆਫ ਟਾਈਮ। ਡਾਕਟਰ ਮਨਮੋਹਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਾਰ ਦਿੱਤੀ ਇੰਡੀਆ ਲਈ, ਦੁਨੀਆ ਦੇ ਲੋਕ ਇਸ ਗੱਲ ਨੂੰ ਜਾਣਦੇ ਨੇ। ਯੁਵਰਾਜ ਸਿੰਘ ਨੂੰ ਲੰਗ ਕੈਂਸਰ ਸੀਗਾ, ਔਰ ਜਦੋਂ ਗਰਾਊਂਡ ਦੇ ਥੱਲੇ ਖੰਘਦਾ ਗਿਰ ਰਿਹਾ ਸੀਗਾ, ਉਹਨੇ ਕਿਹਾ ਜੀ ਮਰ ਜਾਵਾਂਗਾ ਪਰ ਇੰਡੀਆ ਨੂੰ ਵਰਲਡ ਕੱਪ ਜਿਤਾ ਕੇ ਹਟਾਂਗਾ। ਵਰਲਡ ਕੱਪ ਖਤਮ ਹੋਣ ਤੋਂ ਬਾਅਦ ਮੈਨ ਆਫ ਦਾ ਸੀਰੀਜ਼ ਕੌਣ ਸੀਗਾ 2011 ਵਿੱਚ? ਯੁਵਰਾਜ ਸਿੰਘ ਸੀਗਾ। ਉਹਨੇ ਕਿਹਾ ਮਰਦਾ ਮਰ ਜਾਵਾਂਗਾ ਲੇਕਿਨ ਇੰਡੀਆ ਨੂੰ ਵਰਲਡ ਕੱਪ ਜਿਤਾ ਕੇ ਹਟਾਂਗਾ। ਇਹ ਜਿਹੜੇ ਲੋਕ ਸਰਟੀਫਿਕੇਟ ਵੰਡਦੇ ਨੇ ਨਾ ਕਿ ਜੀ ਕੋਈ ਸਿੱਖ ਕੋਈ ਐਂਟੀ ਨੈਸ਼ਨਲ ਜਾਂ ਕੋਈ ਇਹ ਛੱਡੋ, ਇਹਨਾਂ ਨੂੰ ਵੰਡੀ ਜਾਓ, ਤਾਂ ਫ੍ਰਿੰਜ ਹੈ। ਉਹਨਾਂ ਨੂੰ ਤਾਂ ਉਹ ਆਪਣੀ ਫਰਸਟ੍ਰੇਸ਼ਨ ਬਾਹਰ ਕਰ ਰਹੇ। ਜਿਨ੍ਹਾਂ ਲੋਕਾਂ ਨੂੰ ਘਰ ਦੇ ਵਿੱਚ ਕੋਈ ਨਹੀਂ ਪੁੱਛਦਾ, ਉਹ ਬਾਹਰ ਆ ਕੇ ਗੱਲਾਂ ਕਰਨ ਲੱਗ ਪੈਂਦੇ ਨੇ। ਜਿਨ੍ਹਾਂ ਲੋਕਾਂ ਨੂੰ ਘਰ ਦੇ ਵਿੱਚ ਕੋਈ ਨਹੀਂ ਪੁੱਛਦਾ, ਬਾਹਰ ਆ ਕੇ ਫਾਲਤੂ ਦੀ ਸਰਟੀਫਿਕੇਸ਼ਨ ਬਿਜ਼ਨਸ 'ਚ ਪਏ ਹੋਏ ਨੇ। ਔਰ ਇਹਨਾਂ ਗੱਲਾਂ ਨੂੰ ਤੂੰ ਨਾ ਦਿਓ। ਇਹ ਫ੍ਰਿੰਜ ਐਲੀਮੈਂਟਸ ਨੇ ਜਿਹੜੀ ਐਸੀਆਂ ਗੱਲਾਂ ਕਰਦੇ ਨੇ ਬਿਨਾਂ ਪੰਜਾਬੀਆਂ ਦੇ, ਬਿਨਾਂ ਸਿੱਖਾਂ। ਔਰ ਮੈਂ ਇੱਕ ਚੀਜ਼ ਹੋਰ ਕਹਿ ਦਿੰਦਾ, ਇਹ ਚੀਜ਼ ਯਾਦ ਰੱਖੋ, ਮੈਂ ਤਾਂ ਇਹੀ ਚੀਜ਼ ਮੰਨ ਕੇ ਚੱਲਦਾ ਕਿ ਅਸੀਂ ਪੰਜਾਬੀ ਰਾਜ ਕਰਦੇ ਹਾਂ ਜੀ ਇੰਡੀਆ 'ਚ। ਮੈਨੂੰ ਕੋਈ ਬਾਹਰ ਇੱਥੇ ਪੁੱਛਦਾ ਜੀ, ਕਹਿੰਦੇ ਜੀ ਉੱਥੇ, ਮੈਂ ਕਿਹਾ ਜੀ ਅਸੀਂ ਰਾਜ ਕਰਦੇ ਇੰਡੀਆ ਦੇ, ਅਸੀਂ ਤਾਂ ਸਾਰਾ ਇੰਡੀਆ ਅਸੀਂ ਲਿਆ ਹੋਇਆ ਔਰ ਇੱਦਾਂ ਹੀ ਰੱਖਣਾ, ਕਬਜ਼ਾ ਕਰਕੇ ਰੱਖਣਾ ਅਸੀਂ ਇੰਡੀਆ ਤੇ। ਅਸੀਂ ਦਾ ਲੀਡਰਸ, ਅਸੀਂ ਰਾਜੇ ਹਾਂ, ਸਾਡੀ ਕੌਮ ਹੀ ਐਸੀ ਹੈ, ਅਸੀਂ ਉੱਥੇ ਰਾਜ ਕਰ ਰਹੇ ਹਾਂ ਜੀ। ਕੋਈ ਹੋਰ ਸਵਾਲ ਹੈ ਦੱਸੋ ਜੀ। ਹਾਂਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਬਲਵਿੰਦਰ ਜੀ, ਥੈਂਕ ਯੂ। ਹਾਂਜੀ, ਅਗਲੀ ਕਾਲ ਵੱਧਦੇ ਹਾਂ ਜੀ। ਚੈਨਲ ਵਾਈਜ਼ ਤੇ ਤੁਹਾਡਾ ਸਵਾਗਤ ਹੈ ਜੀ। ਕੌਣ ਸਾਹਿਬ ਬੋਲ ਰਹੇ ਜੀ? युद्धवीर जी बोले? हाँ जी सर, मैं युद्धवीर बोल रहा जी। कौन सा बोल रहे जी? युद्धवीर जी, मैं मनमोहन वालिया बोल रहा जी, ब्रैम्पटन तो। मनमोहन वालिया साहब, गो हेड जी, की कहना चाहोगे? मैं सिर्फ और सिर्फ ये कहना चाहना कि ਤੁਹਾਡਾ ਅੱਜ ਦਾ ਇੱਕ ਇੱਕ ਅੱਖਰ मैं कल रिकॉर्ड दोबारा करके अपने को रखूंगा। इस तो ਵੱਡੀ ਮਲਮ ਲੱਗ ਹੀ ਨਹੀਂ ਸਕਦੀ। ਤੁਸੀਂ ਕਹਿਣਾ ਟਾਈਮ ਜ਼ਿਆਦਾ ਲਾਓ, ਇਹੋ ਜਿਹਾ ਟਾਈਮ ਇਸ ਰਿਕਾਰਡਿੰਗ ਨੂੰ ਕਰਕੇ ਰੋਜ਼ ਤੁਸੀਂ ਇਹ ਦਿਖਾਇਆ ਕਰੋ ਜੀ। ਤੁਸੀਂ ਇੰਨਾ ਇਮੋਸ਼ਨਲ ਕਰਤਾ ਔਰ ਇੰਨਾ ਵਧੀਆ ਅੱਜ ਇੱਕ ਇੱਕ ਅੱਖਰ ਚੁਣ ਕੇ ਇੰਨਾ ਵਧੀਆ ਬੋਲਿਓ ਯੁੱਧਵੀਰ ਜੀ। ਮੈਂ ਤੁਹਾਡਾ ਆਲਰੇਡੀ ਫੈਨ ਆ, ਆਪਾਂ ਮਿਲੇ ਵੀ ਸੀਗੇ, ਪਰ ਆ ਜਿਹੜੀ ਤੁਸੀਂ ਅੱਜ ਵਰਡ ਬੋਲਿਆ ਨਾ ਜੀ, ਇਹ ਨੀਡ ਆਫ ਦੀ ਆਰ ਹੈਗੀ ਆ। ਬਾਕੀ ਸਾਰੇ ਪ੍ਰੋਗਰਾਮ ਆਸੇ ਪਾਸੇ ਕਰ ਦਿਓ, ਪਰ ਪਲੀਜ਼ ਇਹ ਰਿਕਾਰਡਿੰਗ ਕਰਕੇ ਰੋਜ਼ ਸੁਣਾਇਆ ਕਰੋ। ਆਈ ਕੰਪਲੀਮੈਂਟ। ਗੱਲਾਂ ਹੋਰ ਬਹੁਤ ਕਰਨ ਵਾਲੀਆਂ ਨੇ पर इमोशनल हो गया मैं पूरा। बाय गॉड, दिस इज वंडरफुल प्रेजेंटेशन यू हैव डन टुडे। आई सैल्यूट यू।
ਥੈਂਕ ਯੂ ਮਨਮੋਹਨ ਜੀ, ਥੈਂਕ ਯੂ। ਜੋ ਦਿਲ ਦੀ ਗੱਲ ਸੀ ਸਰ ਮੈਂ ਉਹੀ ਕੀਤੀ ਹੈ। ਬਿਲਕੁਲ ਮੈਂ ਜਾਣਦਾ ਜੀ ਤੁਸੀਂ ਦਿਲੋਂ ਬੋਲ ਰਹੇ, ਤੁਹਾਡਾ ਫੇਸ ਦੱਸਦਾ ਪਿਆ ਕਿ ਤੁਸੀਂ ਜੋ, ਔਰ ਮੈਂ ਆਲਰੇਡੀ ਤੁਹਾਡਾ ਫੈਨ ਹਾਂ, ਪਰ ਅੱਜ ਤੁਹਾਡਾ ਫੇਸ ਦੱਸਦਾ ਪਿਆ ਕਿ ਯੂ ਆਰ ਐਕਸਪ੍ਰੈਸਿੰਗ ਯੂਰ ਇਨਰ ਹਾਰਟ ਐਂਡ ਕੀਪ ਇਟ ਅਪ। ਗॉड ਬlesਸ ਯੂ, ਗॉड ਬlesਸ ਯੂ। ਥੈਂਕ ਯੂ, ਥੈਂਕ ਯੂ ਮਨਮੋਹਨ ਵਾਲੀਆ ਸਾਹਿਬ, ਤੁਹਾਡਾ ਹੱਥ ਜੋੜ ਕੇ ਫਿਰ ਇੱਕ ਵਾਰ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਮਾਈ ਪਲੇਜ਼ਰ ਜੀ। ਥੈਂਕ ਯੂ ਸੋ ਮਚ, ਥੈਂਕ ਯੂ। ਜੋ ਵੀ ਸਰ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਬਿਲਕੁਲ ਦਿਲੋਂ ਕਰ ਰਹੇ ਹਾਂ। ਸਾਡੀ ਸਾਰੀ ਟੀਮ ਨੂੰ ਪਤਾ ਅੱਜ 22 ਸਾਲ ਹੋ ਗਏ ਨੇ, ਸੋ ਕਦੇ ਵੀ ਇੱਥੇ ਆ ਪੇਪਰ ਤੁਹਾਡੇ ਸਾਹਮਣੇ ਰੱਖਦੇ ਨੇ, ਖਾਲੀ ਪੇਪਰ ਆ, ਕੋਈ ਕਾਗਜ਼ ਨਹੀਂ ਹੁੰਦਾ, ਕੋਈ ਇੱਥੇ ਪੈਨ ਵੀ ਨਹੀਂ ਹੈਗਾ ਵੈਸੇ ਟੇਬਲ ਤੇ ਕੋਈ। ਸੋ ਜੋ ਵੀ ਗੱਲ ਕਰ ਰਹੇ ਹਾਂ ਸਰ ਉਹ ਦਿਲੋਂ ਕਰ ਰਹੇ ਹਾਂ। ਔਰ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਬਿਫੋਰ ਆਈ ਗੋ ਟੂ ਦਾ ਨੈਕਸਟ ਕਾਲ, ਮੈਂ ਇੱਕ ਚੀਜ਼ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹਾਂਗਾ। ਜਦੋਂ ਤੁਹਾਡੇ ਅੰਦਰੋਂ ਆਪਣੀ ਹਿਊਮੈਨਿਟੀ ਵਾਸਤੇ, ਜੇ ਤੁਸੀਂ ਹਿਊਮੈਨਿਟੀ ਦੀ ਗੱਲ ਕਰਨ ਲੱਗ ਪੈਂਦੇ ਹੋ, ਜਦ ਤੁਹਾਡੇ ਅੰਦਰੋਂ ਲਵ ਦਾ ਜਿਹੜਾ ਇਹ ਫਾਊਂਟੇਨ ਹੈ ਉਹ ਬਾਹਰ ਨਿਕਲੇਗਾ, ਉਹ ਸਭ ਲਈ ਉਹਦੇ ਵਿੱਚ ਫਿਰ ਕੋਈ ਵਖਰੇਵਾ ਨਹੀਂ ਹੋਏਗਾ, ਕੋਈ ਵਿਤਕਰਾ ਨਹੀਂ ਹੋਏਗਾ। ਔਰ ਇਹ ਸਾਨੂੰ ਸਾਰਿਆਂ ਨੂੰ ਇਹ ਕਲਰਡ ਗਲਾਸਿਸ ਜਿਹੜੇ ਨੇ ਉਹ ਹਟਾਉਣੇ ਪੈਣਗੇ। ਜੇ ਮੈਨੂੰ ਕੋਈ ਪੁੱਛਦਾ ਹੈ ਜੀ ਤੁਹਾਡਾ ਧਰਮ ਕਿਹੜਾ, ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਕਿ ਜੀ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਧਰਮ ਹੈ। ਮੈਂ ਇਨਸਾਨ ਹਾਂ ਸਭ ਤੋਂ ਪਹਿਲਾਂ, ਜੇ ਫਿਰ ਵੀ ਤੁਸੀਂ ਮੈਨੂੰ ਵੰਡਣਾ ਤੇ ਪੱਤਰਕਾਰ ਕਹਿ ਲਓ, ਜਰਨਲਿਸਟ, ਦੈਟਸ ਇਟ। ਮੇਰੀ ਡੈਫੀਨੇਸ਼ਨ ਇੱਥੇ ਖਤਮ ਹੋ ਗਈ। ਸਭ ਤੋਂ ਪਹਿਲਾਂ ਮੈਂ ਇੱਕ ਇਨਸਾਨ ਹੈ, ਇੱਕ ਸਪੀਸ਼ੀਜ਼ ਦੇ ਵਿੱਚ ਹੈ ਇਸ ਪਲੈਨਟ ਦੇ ਉੱਤੇ, ਜਿੱਥੇ ਕਿ ਗਲੈਰੀਆਂ ਵੀ ਹੈਗੀਆਂ ਨੇ। ਮੇਰਾ ਤੇ ਵਖਰੇਵਾ ਗਲੈਰੀਆਂ ਤੋਂ ਵੀ ਨਹੀਂ ਹੈਗਾ, ਔਰ ਤੁਸੀਂ ਭਾਵੁਕ ਹੋ ਗਏ ਹੋ ਮਨਮੋਹਨ ਵਾਲੀਆ ਜੀ। ਇਹ ਬਹੁਤ ਸਾਰੇ ਲੋਕ ਗੱਲ ਕਰਦੇ ਨੇ, ਅੱਜ ਇਮੋਸ਼ਨਲ ਹੋ ਜਾਂਦੇ ਹੋ, ਤੁਸੀਂ ਇਮੋਸ਼ਨਲ ਹੋ ਜਾਂਦੇ ਹੋ। ਇਹ ਇਮੋਸ਼ਨਸ ਹੀ ਨੇ ਜਿਹੜੀਆਂ ਸਾਨੂੰ ਇੱਕ ਦੂਸਰੇ ਨਾਲ, ਜਿਹੜਾ ਇਨਸਾਨ ਜਿਹਦੇ ਅੰਦਰ ਇਮੋਸ਼ਨਸ ਬਰਕਰਾਰ ਨੇ, ਜਿਹਦੇ ਇਨਸਾਨ ਦੇ ਅੰਦਰ ਦੂਸਰੇ ਵਾਸਤੇ ਦਰਦ ਬਰਕਰਾਰ ਹੈ, ਉਹ ਕਦੇ ਵੀ ਕਿਸੇ ਦੇ ਉੱਤੇ ਹੱਥ ਨਹੀਂ ਚੁੱਕ ਸਕਦਾ, ਕਿਸੇ ਦਾ ਮਾੜਾ ਨਹੀਂ ਕਰ ਸਕਦਾ, ਔਰ ਕਿਸੇ ਦਾ ਮਾੜਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਦ ਨੀਡ ਆਫ ਦਾ ਆਵਰ, ਅੱਜ ਅਸੀਂ ਗੱਲ ਕਰ ਰਹੇ ਨਾ ਆਪਰੇਸ਼ਨ ਬਲੂ ਸਟਾਰ ਦੀ, ਦ ਨੀਡ ਆਫ ਆਵਰ ਇਜ਼ ਦਿਸ, ਕਿ ਅਸੀਂ ਇਹ ਜਜ਼ਬਾਤਾਂ ਨੂੰ, ਇਹ ਜਦੋਂ ਤੱਕ ਇਹ ਜਜ਼ਬਾਤ ਕਾਇਮ ਨੇ, ਜਦੋਂ ਤੱਕ ਸਾਡਾ ਇੱਕ ਦੂਸਰੇ ਨਾਲ ਪਿਆਰ ਕਾਇਮ ਹੈ, ਉਸ ਵੇਲੇ ਤੱਕ ਇਹ ਦੁਨੀਆ ਚੱਲ ਰਹੀ ਹੈ। ਅਦਰਵਾਈਜ਼ ਤਾਂ ਜਿਹੜੀ ਅੱਜ 700 ਬਿਲੀਅਨ ਦੀ ਪੋਪੂਲੇਸ਼ਨ ਹੈ, ਇਹ ਕੱਲ ਨੂੰ 800 ਬਿਲੀਅਨ ਵੀ ਹੋ ਜਾਏਗੀ ਨਾ। ਜੇ ਜਜ਼ਬਾਤ ਖਤਮ ਹੋ ਗਏ ਤਾਂ ਸਭ ਕੁਝ ਪੱਥਰ ਹੈ। ਸਾਇੰਟਿਸਟ ਸਭ ਕੁਝ ਕਰ ਬੈਠੇ। ਸਾਇੰਟਿਸਟ ਕਹਿੰਦੇ ਆ ਜੀ ਇੱਕ ਅਸੀਂ ਹਿਊਮਨ ਬੀਇੰਗ ਤਿਆਰ ਕਰਨਾ ਹੈ, ਔਰ ਅਸੀਂ ਜਜ਼ਬਾਤਾਂ ਵਾਲਾ ਤਿਆਰ ਕਰਨਾ ਹੈ, ਅਸੀਂ ਜਜ਼ਬਾਤ ਲੈ ਕੇ ਆਉਣੇ ਆ। ਨਹੀਂ ਕਰ ਸਕਦੀ ਸਾਇੰਸ ਕਹਿੰਦੀ ਆ ਹਿਊਮਨ ਬੀਇੰਗ 'ਚ ਕੀ ਆ, ਪਾਣੀ ਆ, ਹਿਊਮਨ ਬੀਇੰਗ 'ਚ ਹਵਾ ਆ, ਹਿਊਮਨ ਬੀਇੰਗ 'ਚ ਧਰਤੀ 'ਚ ਸਭ ਕੁਝ ਮਿਲ ਜਾਂਦਾ। ਹਿਊਮਨ ਬੀਇੰਗ 'ਚ ਕਹਿੰਦੇ ਜੀ ਆਇਰਨ ਆ, ਹਿਊਮਨ ਬੀਇੰਗ 'ਚ ਜ਼ਿੰਕ ਹੈਗਾ, ਥੋੜਾ ਜਿਹਾ 골ਡ ਵੀ ਹੈ। ਸਾਰਾ ਕੁਝ ਜੋ ਹਿਊਮਨ ਬੀਇੰਗ 'ਚ, ਇਨਸਾਨ 'ਚ, ਉਹ ਕਹਿੰਦੇ ਸਾਰਾ ਕੁਝ ਧਰਤੀ ਤੇ ਮਿਲ ਜਾਂਦਾ, ਇਕੱਠਾ ਕਰ ਲਓ। ਪਰ ਇਹ ਸਾਰੀਆਂ ਚੀਜ਼ਾਂ ਨੂੰ, ਸਾਰੇ ਕੈਮੀਕਲਸ ਨੂੰ, ਹਵਾ, ਪਾਣੀ, ਜ਼ਿੰਕ, ਆਇਰਨ, ਸਾਰਾ ਇਕੱਠਾ ਤੇ ਕਰ ਲਿਆ। ਉਹ ਕਹਿੰਦੇ ਜੀ ਹੁਣ ਇਹ 'ਚ ਜਜ਼ਬਾਤ ਕਿੱਥੋਂ ਪਾਈਏ, ਇਮੋਸ਼ਨਸ ਕਿੱਥੋਂ ਪਾਈਏ? ਦੈਟ ਇਜ਼ ਦ ਕੀ ਕੁਐਸਚਨ। ਇਹ ਚਾਹੇ ਅੱਜ ਅਸੀਂ ਕੋਈ ਵੀ ਗੱਲ ਕਰ ਰਹੇ ਹਾਂ, ਜੇ ਅਸੀਂ ਜਜ਼ਬਾਤ ਸਾਡੇ ਖਤਮ ਹੋ ਗਏ ਤਾਂ 700 ਬਿਲੀਅਨ ਦੀ ਜਗ੍ਹਾ 800 ਬਿਲੀਅਨ ਹੋ ਜਾਏ, 900 ਬਿਲੀਅਨ ਹੋ ਜਾਏ, ਇਹ ਧਰਤੀ ਅਲਾਈਵ ਤੇ ਹੋ ਸਕਦੀ ਹੈ, ਲੇਕਿਨ ਅਸਲ ਮਾਇਨੇ ਦੇ ਵਿੱਚ ਇਹਦੀ ਰੂਹ ਖਤਮ ਹੋ ਜਾਏਗੀ। ਇਟ ਕੈਨ ਓਨਲੀ ਬੀ ਬਾਇਓਲੋਜੀਕਲੀ ਅਲਾਈਵ। ਸੋ ਇਹ ਜਜ਼ਬਾਤਾਂ ਨੂੰ ਅਸੀਂ ਕਾਇਮ ਰੱਖੀਏ, ਇੱਕ ਦੂਸਰੇ ਦੇ ਨਾਲ ਬਿਲਕੁਲ ਸਿਰਫ ਇੱਕ ਹੀ ਚੀਜ਼ ਦਾ ਰਿਸ਼ਤਾ ਹੈ। ਜੇ ਘਰ ਦੇ ਪਿੱਛੇ ਤੁਹਾਡੇ ਕੋਈ ਗਿਲਹਰੀ ਵੀ ਹੈ, ਘਰ ਦੇ ਪਿੱਛੇ ਕੋਈ ਖਰਗੋਸ਼ ਹੈ, ਕੋਈ, ਅਸੀਂ ਇਨਸਾਨ ਤੇ, ਕਿਆ ਬਾਤ ਹੈ, ਇਨਸਾਨ ਤੇ ਅਸੀਂ ਜ਼ੁਬਾਨ ਦੇ ਨਾਲ, ਐਕਸਪ੍ਰੈਸ਼ਨ ਦੇ ਨਾਲ, ਉਹਦੇ ਨਾਲ ਤੇ 1 ਮਿੰਟ 'ਚ ਅਸੀਂ ਜੁੜ ਜਾਂਦੇ ਹਾਂ। ਜੇ ਇਹ ਸਾਡੇ ਅੰਦਰ ਨਹੀਂ ਹੈ, ਜੇ ਅਸੀਂ ਦੂਸਰੇ ਦਾ ਦਰਦ ਦੇਖ ਕੇ ਸਾਨੂੰ ਦੁੱਖ ਨਹੀਂ ਹੁੰਦਾ, ਦੂਸਰੇ ਦਾ ਦਰਦ ਦੇਖ ਕੇ ਸਾਨੂੰ ਦੁੱਖ ਨਹੀਂ ਹੁੰਦਾ, ਦੂਸਰੇ ਦੀ ਖੁਸ਼ੀ ਦੇਖ ਕੇ ਅਸੀਂ ਖੁਸ਼ ਨਹੀਂ ਹੋ ਸਕਦੇ, ਤੇ ਦੂਸਰੇ ਦੀ ਤਰੱਕੀ ਦੇਖ ਕੇ ਅਸੀਂ ਇਨਸਪਾਇਰ ਨਹੀਂ ਹੁੰਦੇ, ਕਿਤੇ ਨਾ ਕਿਤੇ ਸਾਨੂੰ ਫਿਰ ਸੋਚਣ ਦੀ ਜ਼ਰੂਰਤ ਹੈ ਕਿ ਬਾਹਰ ਜਿਹੜਾ ਇੱਕ ਪੱਥਰ ਪਿਆ ਤਾਂ ਉਹਦੇ 'ਚ ਸਾਡੇ 'ਚ ਕੀ ਫਰਕ ਹੈ। ਜੀ ਨੈਕਸਟ ਕਾਲ ਤੇ ਜਾਣ ਤੋਂ ਪਹਿਲਾਂ ਸੈਣੀ ਸਾਹਿਬ ਕੁਛ ਐਡ ਕਰਨਾ ਚਾਹ ਰਹੇ ਸੀ। ਗੋ ਹੈਡ ਸਰ। ਯੁੱਧਵੀਰ ਜੀ, ਤੁਸੀਂ ਕੋਈ ਇੱਕ ਚੀਜ਼ ਵੀ ਛੱਡੀ ਨਹੀਂ, ਜਿਵੇਂ ਸਾਡੇ ਕਾਲਰ ਨੇ ਕਿਹਾ ਕਿ ਕੋਈ ਵੀ ਕਹਿਣ ਵਾਲੀ ਚੀਜ਼ ਜਿਹੜੀ ਤੁਸੀਂ ਕਨਵੇ ਕਰਨਾ ਚਾਹੁੰਦੇ ਆ, ਜੋ ਸਾਡੀ ਸਥਿਤੀ ਹੈ, ਜੋ ਅੱਜ ਅਸੀਂ ਯਾਦ ਕਰ ਰਹੇ ਹਾਂ ਕਿ ਪੰਜਾਬ ਤੇ ਕੀ ਬੀਤਿਆ ਸੀ, ਸਾਡੇ ਲੋਕਾਂ ਤੇ ਕੀ ਬੀਤਿਆ ਸੀ। ਪਰ ਮੈਂ ਇਹ ਮੰਨਦਾ ਯੁੱਧਵੀਰ ਜੀ ਕਿ ਜਿਹੜੀ ਹਿਸਟਰੀ ਹੁੰਦੀ ਆ, ਹਿਸਟਰੀ ਤੋਂ ਲਰਨ ਕਰਨਾ ਚਾਹੀਦਾ। ਹਿਸਟਰੀ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਆਪਾਂ ਬਦਲ ਨਹੀਂ ਸਕਦੇ, ਖਰਾਬ ਹੈ ਚਾਹੇ ਸਹੀ ਹੈ, ਬਦਲ ਨਹੀਂ ਸਕਦੇ, ਲੇਕਿਨ ਹਿਸਟਰੀ ਤੋਂ ਸਾਨੂੰ ਲਰਨ ਕਰਨਾ ਚਾਹੀਦਾ। ਸਾਡੇ ਬਜ਼ੁਰਗਾਂ ਨੂੰ, ਅਸੀਂ ਉਹਨਾਂ ਤੋਂ ਜਦੋਂ ਸੁਣਦੇ ਸੀ 1947 ਦੀਆਂ ਗੱਲਾਂ, ਤਾਂ ਰੋਂਗਟੇ ਖੜੇ ਹੁੰਦੇ ਸੀ ਸਾਡੀ ਗੱਲਾਂ ਸੁਣ ਕੇ। ਸਾਡੇ ਫਾਦਰ ਹੋਣਾ ਤੋਂ, ਸਾਡੇ ਨਾਨਾ ਜੀ ਕੋਲੋਂ, ਅਸੀਂ ਉਹ ਪਾਕਿਸਤਾਨ ਤੋਂ ਸਿਆਲਕੋਟ ਸਾਈਡ ਤੋਂ ਆਏ ਸੀਗੇ, ਔਰ ਅਸੀਂ ਤਾਂ ਛੋਟੇ ਛੋਟੇ ਸੀ, ਉਹ ਬਜ਼ੁਰਗ ਸੀ ਉਸ ਵੇਲੇ,
ਤੇ ਉਹ ਗੱਲਾਂ ਕਰਦੇ ਦੱਸਦੇ ਰੋਣ ਲੱਗ ਪੈਂਦੇ ਸੀ ਔਰ ਉਹ ਇਦਾਂ ਉੱਪਰ ਨੂੰ ਵਾਹਿਗੁਰੂ ਪਰਮਾਤਮਾ ਵੱਲ ਨੂੰ ਹੱਥ ਕਰਕੇ ਕਹਿੰਦੇ ਸੀ ਕਿ ਸਾਨੂੰ ਕਹਿੰਦੇ ਸੀ ਕਿ ਪੁੱਤ ਮੁੜ ਕੇ ਇਦਾਂ ਦੀ ਕੰਮ ਕਿਤੇ ਸਾਡੇ ਤੇ ਨਹੀਂ ਕਿਸੇ ਤੇ ਵੀ ਨਾ ਆਵੇ, ਇਦਾਂ ਦਾ ਜੋ ਅਸੀਂ ਦੇਖਿਆ ਔਰ ਬੀਤਿਆ ਕਿਸੇ ਤੇ ਨਾ ਆਵੇ। ਔਰ ਬਦਕਿਸਮਤੀ ਨਾਲ ਜੋ ਪੰਜਾਬ 'ਚ ਹੋਇਆ, ਜਿਹਨੂੰ ਆਪਾਂ ਕਾਲਾ ਦੌਰ ਕਹਿੰਦੇ ਆ, ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਕਹੂੰਗਾ। ਜੋ ਅਸੀਂ ਦੇਖਿਆ ਉਹ ਅਸੀਂ ਆਪਣੇ ਪਿੰਡੇ ਤੇ ਭੁਗਤਿਆ। ਇੱਕ ਹੱਸਦਾ ਖੇਡਦਾ ਪੰਜਾਬ, ਇੱਕ ਪ੍ਰਫੁੱਲ ਹੁੰਦਾ ਪੰਜਾਬ, ਜਿਹੜਾ ਕਿ ਸਾਰੇ ਹਿੰਦੁਸਤਾਨ ਦਾ ਸਿਰ ਸੀਗਾ, ਤਾਜ ਸੀਗਾ, ਉਹਦਾ ਕਿਆ ਹਸ਼ਰ ਹੋਇਆ ਉਹ ਅਸੀਂ ਆਪਣੀ ਅੱਖੀ ਦੇਖਿਆ। ਜਿੱਥੇ ਕੋਈ ਜੇ ਕੋਈ ਬਾਹਰੋਂ ਵੀ ਕੋਈ ਬੰਦਾ ਆਉਂਦਾ ਸੀ, ਕਿਸੇ ਘਰ ਰਹਿਣਾ ਚਾਹੁੰਦਾ ਸੀ, ਚਾਹੇ ਜਾਣਦਾ ਸੀ ਚਾਹੇ ਨਹੀਂ ਜਾਣਦਾ ਸੀਗਾ, ਤਾਂ ਲੋਕੀ ਉਹਨੂੰ ਆਪਣੇ ਘਰ ਰੱਖਦੇ ਸੀ, ਉਹਦੀ ਮਹਿਮਾਨ ਨਵਾਜ਼ੀ ਕਰਦੇ ਸੀ। ਔਰ ਬਾਹਰ ਦੇ ਲੋਕ ਵੀ ਆ ਕੇ ਕਦੋਂ ਮਨੋਂ ਮਹਿਸੂਸ ਨਹੀਂ ਕਰਦੇ ਸੀ ਕਿ ਅਸੀਂ ਇੱਥੇ ਸੁਰੱਖਿਅਤ ਹੈਗੇ ਆ ਜਾਂ ਨਹੀਂ ਹੈਗੇ। ਇਸ ਤਰੀਕੇ ਦਾ ਜਿਹੜਾ ਮਾਹੌਲ ਸੀਗਾ ਉਹ ਪੰਜਾਬ ਦਾ ਸੀ। ਇੰਡਸਟਰੀ ਦੀ ਹਾਲਤ ਇਹ ਸੀ ਕਿ ਕਿਸੇ ਵੀ ਕੋਨੇ, ਤੁਸੀਂ ਬਟਾਲੇ ਦੀ ਗੱਲ ਕਰ ਲਓ, ਤੁਸੀਂ ਜਲੰਧਰ ਦੀ ਗੱਲ ਕਰ ਲਓ, ਤੁਸੀਂ ਅੰਮ੍ਰਿਤਸਰ ਦੀ ਗੱਲ ਕਰ ਲਓ, ਲੁਧਿਆਣੇ ਦੀ ਕਰ ਲਓ, ਮੰਡੀ ਗੋਬਿੰਦਗੜ੍ਹ ਦੀ ਗੱਲ ਕਰ ਲਓ, ਸਾਰਾ ਪੰਜਾਬ ਬਬਲਿੰਗ ਵਿਦ એનર્ਜੀ ਸੀਗਾ। ਸਪੋਰਟਸ ਦੀ ਗੱਲ ਕਰ ਲਓ ਤੁਸੀਂ, ਇੰਟਰਨੈਸ਼ਨਲੀ ਸਭ ਤਰੀਕੇ ਨਾਲ ਇੱਕ ਸੀਗਾ ਕਿ ਉਸ ਵੇਲੇ ਕਿਆ ਹੋਇਆ। ਇਹਦੀ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ, ਪਰ ਮੈਂ ਇਹ ਕਹਿੰਦਾ ਕਿ ਉਹ ਹਿਸਟਰੀ ਤੋਂ ਸਾਨੂੰ ਲਰਨ ਕਰਨਾ ਚਾਹੀਦਾ। ਆਪਾਂ ਨੂੰ ਸਭ ਨੂੰ ਰਲ ਮਿਲ ਕੇ ਇੱਦਾਂ ਕਰਨਾ ਚਾਹੀਦਾ, ਖਾਸ ਕਰਕੇ ਉਹ ਜਿਨ੍ਹਾਂ ਦੇ ਹੱਥ ਵਿੱਚ ਕੁਝ ਪਾਵਰ ਹੈ, ਜਿਨ੍ਹਾਂ ਨੂੰ ਕੋਈ ਸੁਣਦਾ ਆ, ਜਿਹੜਾ ਕਿਸੇ ਵੀ ਤਰੀਕੇ ਦਾ ਲੀਡਰ ਹੈ, ਚਾਹੇ ਉਹ ਤੁਹਾਡੇ ਵਾਂਗ ਯੁੱਧਵੀਰ ਜੀ ਇੱਕ ਪੱਤਰਕਾਰ ਹੈਗਾ, ਇੱਕ ਰੇਡੀਓ ਚਲਾਉਂਦਾ, ਇੱਕ ਅਖਬਾਰ ਚਲਾਉਂਦਾ, ਚਾਹੇ ਕੋਈ ਕਿਸੇ ਵੀ ਲੈਵਲ ਦਾ ਧਾਰਮਿਕ ਲੀਡਰ ਹੈ ਜਾਂ ਪੋਲੀਟੀਸ਼ੀਅਨ ਹੈ ਜਾਂ ਕੋਈ ਟੀਚਰ ਹੈ, ਸਭ ਨੂੰ ਇਹੋ ਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਕਿ ਮੁੜ ਕੇ ਪੰਜਾਬ ਉਸੇ ਲੀਹ ਤੇ ਆ ਜਾਵੇ। ਸਾਨੂੰ ਉਹ ਚੀਜ਼ ਦੀ ਮੱਲਮ ਲਗਾਉਣੀ ਚਾਹੀਦੀ, ਸਾਨੂੰ ਉਹ ਚੀਜ਼ ਸੋਚਣੀ ਚਾਹੀਦੀ ਆ। ਤੀਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਬਦਲਾਅ ਆਇਆ। ਜਦੋਂ ਅਸੀਂ ਪਹਿਲਾਂ ਵੀ ਗੱਲ ਕਰਦੇ ਸੀ, ਜਦੋਂ ਕਹਿੰਦੇ ਸੀ ਜੀ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਜੁੜੇ ਹੋ ਆ, ਤਾਂ ਮੈਂ ਇਹ ਕਹਿੰਦਾ ਸੀ ਅਸੀਂ ਪੰਜਾਬ ਨਾਲ ਜੁੜੇ ਹੋ ਆ, ਅਸੀਂ ਹਿੰਦੁਸਤਾਨ ਨਾਲ ਜੁੜੇ ਹੋ ਆ, ਅਸੀਂ ਪੰਜਾਬ ਦੇ ਨਾਲ ਜੁੜੇ ਹੋ ਆ। ਅਸੀਂ ਚਾਹੁੰਦੇ ਪੰਜਾਬ ਮੁੜ ਕੇ ਦੁਬਾਰਾ ਉਸੇ ਰਸਤੇ ਦੇ, ਉਸ ਖੁਸ਼ਹਾਲੀ ਵਾਲੇ ਰਸਤੇ ਤੇ ਆ ਜਾਵੇ। ਪੰਜਾਬ ਦੇ ਵਿੱਚ ਜਿਹੜਾ ਸਾਰਾ ਦੁੱਖ ਕਸ਼ਟ ਉਹ ਦੂਰ ਹੋ ਜਾਵੇ। ਤਾਂ ਅਸੀਂ ਸਾਨੂੰ ਇਹ ਨਵੀਂ ਪਾਰਟੀ 'ਚ ਨਵੀਂ ਸੋਚ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਕਹਿੰਦੇ ਸੀ ਇਮਾਨਦਾਰੀ ਨਾਲ ਕਰਨਾ ਹੈ, ਅਸੀਂ ਰਾਜਨੀਤੀ ਚੇਂਜ ਕਰਨੀ ਆ, ਤਾਂ ਸਾਨੂੰ ਇਹਦੇ ਵਿੱਚ ਸਾਨੂੰ ਲੋਹ ਦਿਖੀ। ਤਾਂ ਇਸ ਕਰਕੇ ਅਸੀਂ ਉਹਦੇ ਮਗਰ ਲੱਗੇ ਕਿ ਇਹਦੇ ਚੇਂਜ ਆਵੇ। ਪਰਮਾਤਮਾ ਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਔਰ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਹਾਲਾਤ ਇਹੋ ਜਿਹੇ ਬਣੇ ਕਿ ਇੰਨੀ ਮੈਜੋਰਟੀ ਨਾਲ ਗਵਰਨਮੈਂਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਆ। ਮੇਰਾ ਇਹ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਔਰ ਇਹਨਾਂ ਨੂੰ 5 ਸਾਲ ਡਟ ਕੇ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਆਪਾਂ ਦੇਖ ਲਈਏ ਕਿੰਨੀ ਕੁ ਚੇਂਜ ਲਿਆ ਸਕਦੇ ਆ। ਕਿਉਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਸਾਰੀਆਂ ਆਪਾਂ ਨੇ ਦੇਖੀਆਂ ਆਲਰੇਡੀ। ਪੰਜਾਬ ਦੇ ਹਾਲਾਤ ਕਿਸੇ ਵੀ ਤਰੀਕੇ ਨਾਲ ਵਿਗੜਨ ਨਹੀਂ ਦੇਣੇ ਚਾਹੀਦੇ। ਯੂਥ ਨੂੰ ਵੀ ਅੱਜ ਜਿਹੜੇ ਉੱਥੇ ਬਦਕਿਸਮਤੀ ਨਾਲ ਜਿਹੜੇ ਇਨਸੀਡੈਂਟਸ ਹੋਏ ਆ, ਸਿੱਧੂ ਮੂਸੇਵਾਲੇ ਵਰਗੇ ਨੌਜਵਾਨ ਸਿਤਾਰਾ ਜਿਹੜਾ ਇਹ ਖਤਮ ਮਿਟਾਤਾ, ਮਿੱਟੀ 'ਚ ਮਿਲਾਤਾ, ਇਹ ਨੌਜਵਾਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਇਹ ਜਿਹੜਾ ਜਿਸ ਪਾਸੇ ਨੂੰ ਨੌਜਵਾਨੀ ਇੱਧਰ ਨੂੰ ਤੁਰ ਪਈ ਆ, ਗੈਂਗਵਾਰ ਜਾਂ ਹਥਿਆਰਾਂ ਵਾਲੇ ਪਾਸੇ ਨੂੰ, ਇਹਦੇ ਵਿੱਚ ਤਬਾਹੀ ਤੋਂ ਬਿਨਾਂ ਕੋਈ ਕੰਮ ਨਹੀਂ ਹੈ। ਮੁੜ ਕੇ ਆਪਣੀ ਲਾਈਨ ਤੇ ਆਉਣਾ ਚਾਹੀਦਾ, ਮੁੜ ਕੇ ਆਪਣੇ ਕੰਮਕਾਜ 'ਚ ਲੱਗਣਾ ਚਾਹੀਦਾ, ਤਾਂ ਸਾਰੇ ਪੰਜਾਬ ਦੀ ਤਰੱਕੀ ਵਾਸਤੇ ਸੋਚਣਾ ਚਾਹੀਦਾ। ਤਾਂ ਕਿ ਈਵਨ ਜਿਹੜੇ ਪੋਲੀਟੀਕਲ ਰਿਲੀਜੀਅਸ ਲੀਡਰ ਹੈ, ਮੈਨੂੰ ਜੱਥੇਦਾਰ ਸਾਹਿਬ ਦਾ ਮੈਂ ਬਿਲਕੁਲ ਨਹੀਂ ਉਹਨਾਂ ਦੇ ਹਥਿਆਰਾਂ ਵਾਲੇ ਬਿਆਨ ਤੇ ਸਹਿਮਤ ਕਿ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਲਿਖਣ ਵਾਸਤੇ ਕਿਤਾਬਾਂ ਉਹਨਾਂ ਦੇ ਹੱਥ 'ਚ ਹੋਣੀ ਚਾਹੀਦੀ, ਨਾ ਕਿ ਹਥਿਆਰ ਹੋਣੇ ਚਾਹੀਦੇ ਆ। ਹਥਿਆਰਾਂ ਨੇ ਪਹਿਲਾਂ ਕੁਝ ਨਹੀਂ ਗੇਨ ਕੀਤਾ, ਪਹਿਲਾਂ ਵੀ ਤਬਾਹੀ ਕੀਤੀ ਆ, ਹੁਣ ਵੀ ਤਬਾਹੀ ਕਰਨਗੇ। ਹਥਿਆਰ ਹਮੇਸ਼ਾ ਤਬਾਹੀ ਕਰਨਗੇ, ਹਥਿਆਰਾਂ ਨਾਲ ਬਚਿਆ ਨਹੀਂ ਜਾ ਸਕਦਾ। ਮੇਰਾ ਬਸ ਇੰਨਾ ਮੈਸੇਜ ਸੀ। ਠੀਕ ਹੈ ਜੀ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਜੀ। ਚੈਨਲ ਵਾਈਜ਼ ਤੇ ਸਵਾਗਤ ਹੈ ਜੀ। ਕੌਣ ਸਾਹਿਬ ਬੋਲ ਰਹੇ ਜੀ? ਹੈਲੋ ਸਤਿ ਸ਼੍ਰੀ ਅਕਾਲ ਜੀ, ਬੋਲ ਰਹੇ ਜੀ। ਕੌਣ ਸਾਹਿਬ ਬੋਲਦਾ ਸਪੋਰਟ ਤੋਂ? ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਪੰਦੇਰ ਬੋਲਦਾ ਸਪੋਰਟ ਤੋਂ। ਹਾਂਜੀ ਪੰਦੇਰ ਸਾਹਿਬ, ਗੋ ਹੈਡ ਜੀ। ਗੱਲ ਇਹ ਆ ਵੀ ਜਿਹੜੇ ਖਾਸਤਾਨ ਦੀ ਗੱਲ ਕਰਦੇ ਆ, ਖਾਸਤਾਨ ਕੋਈ ਜਗ੍ਹਾ ਦਾ ਨਾਮ ਨਹੀਂ ਹੈ। ਖਾਸਤਾਨ ਮਤਲਬ ਵੀ ਪਿਓਰ ਜਗ੍ਹਾ ਜਿੱਥੇ ਕੋਈ ਕਿਸੇ ਦਾ ਬੇਛਾਪੀ ਨਾ ਹੋਵੇ, ਕਿਸੇ ਨੂੰ ਆਜ਼ਾਦੀ ਸਭ ਨੂੰ ਹੋਵੇ। ਖਾਸਤਾਨ ਦਾ ਮੇਰੇ ਤੋਂ ਲੈ ਆ, ਖਾਸਤਾਨ ਸਾਰੇ ਭਾਰਤ ਨੂੰ ਖਾਸਤਾਨ ਬਣਾਉਣ ਦੀ ਲੋੜ ਆ ਜੀ। ਖਾਸਤਾਨ ਕੋਈ ਪੰਜਾਬ ਦੀ ਲੋੜ ਨਹੀਂ, ਇਲਾਕੇ ਦੀ ਲੋੜ ਨਹੀਂ ਹੈ। ਸਾਰੇ ਹਿੰਦੁਸਤਾਨ ਨੂੰ ਖਾਸਤਾਨ ਮੰਨਦੇ, ਸਾਰੇ ਬੇਈਮਾਨੀ ਹੋਈ ਪਈ ਹੈ। ਸਾਰੇ ਭਾਰਤ ਨੂੰ ਖਾਸਤਾਨ ਵਾਰ ਹੋਣੀ ਚਾਹੀਦੀ, ਸਾਨੂੰ ਚੰਗਾ ਰਾਜ ਪ੍ਰਬੰਧ ਹੋਣਾ ਚਾਹੀਦਾ, ਨਾ ਕਿ ਪਹਿਲੇ ਪੰਜਾਬ ਦੇ ਗੱਲ ਪਾਉਣਾ ਚਾਹੀਦਾ ਵੀ ਖਾਸਤਾਨ ਚਾਹੀਦਾ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਹਾਂਜੀ ਅਗਲੀ ਕਾਲਰ ਵਧਦੇ ਹਾਂ ਜੀ। ਨੈਕਸਟ ਕਾਲ ਜੀ, ਚੈਨਲ ਵਾਈਜ਼ ਤੇ ਸਵਾਗਤ ਹੈ ਜੀ। ਕੌਣ ਸਾਹਿਬ ਬੋਲ ਰਹੇ ਜੀ?
सर टीवी की वॉल्यूम बंद कर लो क्योंकि थोड़ी जी डिले होती है टीवी। हाँ जी, कौन सा बोल रहे जी? राकेश बोल रहे हैं, राकेश। हाँ जी राकेश जी, गो हेड सर। हाँ जी सर, युद्धवीर बोल रहे हैं जी। युद्धवीर जी, तो पहले बहुत तगड़ा सलूट है मेरा। थैंक यू सर। छोटे ब्रदर लाइक ਤੁਹਾਨੂੰ ਤੁਹਾਡੀ ਮਦਰ ਨੂੰ ਇੰਨਾ ਸਲੂਟ ਤੁਹਾਡੇ ਨਾਲ ਦਾ ਮੈਂ ਅੱਜ ਬੰਦਾ ਨਹੀਂ ਦੇਖਿਆ, ਇੰਨਾ ਜੀਨੀਅਸ ਬੰਦਾ ਜ਼ਿੰਦਗੀ, ਇੰਨੀ ਨੌਲੇਜ। ਮੈਂ ਮਹਾਰਾਜ ਬਸ ਤੁਹਾਨੂੰ ਆਸ਼ੀਰਵਾਦ ਦੇ ਰਿਹਾ, ਬਸ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ। थैंक यू जी, थैंक यू। हथ जोड़ के धन्यवाद जी ਤੁਹਾਡਾ, हथ जोड़ के धन्यवाद। थैंक यू सर, थैंक यू सो मच। थैंक यू, बहुत मेहरबानी। थैंक यू सर, थैंक यू फॉर योर काइंड वर्ड्स। थैंक यू। हाँ जी, अगली कॉल जी, नेक्स्ट कॉल जी, कौन सा बोल रहे हैं जी? हेलो। हाँ जी युद्धवीर जी, सत श्री अकाल जी। सत श्री अकाल जी। अजय खोसला साहब ने आए? हाँ जी आए ने जी, तुसी हुक्म करो जी। महाराज कल युद्धवीर जी मैं इन्हां नूं कहना भी मैं 23 वारी कॉल कीता ते मेरी नहीं फोन चुक्या ते कैप्टन साहब नाल इन्हां नूं बहुत प्यार है, उन्हां दे 5 वारी कॉल लई इन्हां। अच्छा, तुसी अपने विचार रख दो। कौन सा बोले जी, मैं नाम जान सकदा सर ਤੁਹਾਡਾ? मैं बलविंदर रियाड़ जी ते मैं पहला ते कल वाले ਜਿਹੜੇ ਤੁਹਾਡੇ ਦੋ ਪੈਨਲਿਸਟ ਨੇ ਉਹਨਾਂ ਤੇ ਥੋੜਾ ਕਮੈਂਟ ਕਰਨਾ, ਮੇਰੇ ਮਨ 'ਚ ਨਾ ਕਿਤੇ ਰਹਿ ਜੇ। ਅੱਛਾ ਜੀ। ਇੱਕ ਤੇ ਅਨਿਲ ਸਹਿਜਪਾਲ ਜੀ ਕਹਿ ਰਹੇ ਸੀ ਵੀ ਬੀਜੇਪੀ ਦੀ ਬਹੁਤ ਜ਼ਿਆਦਾ ਤਰੱਕੀ ਹੋ ਜਾਣੀ ਹੈ ਜੀ ਪੰਜਾਬ 'ਚ। ਮੈਂ ਉਹਨਾਂ ਨੂੰ ਉਹਨਾਂ ਦੇ ਡੇ ਡ੍ਰੀਮ ਲਈ ਵਧਾਈ ਦੇਣਾ ਚਾਹੁੰਦਾ ਕਿ ਉਹ ਡੇ ਡ੍ਰੀਮ ਆਪਣਾ ਕਾਇਮ ਰੱਖਣ ਤੇ ਜਿਹੜੇ ਅੱਗੇ ਸੌਰੀ ਮੈਂ ਲਫ਼ਜ਼ ਯੂਜ਼ ਕਰ ਲਵਾਂਗਾ ਵੀ ਕਰਪਟ ਕਾਂਗਰਸੀ ਅੱਗੇ ਰਲੇ ਸੀ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਜਿਹੜੇ ਕਰਪਟ ਹੁਣ ਰਲੇ ਆ ਤੇ ਪੰਜਾਬੀ 'ਚ ਮੈਂ ਉਹਨਾਂ ਨੂੰ ਕਹਿਣਾ ਜੀ ਚੋਰ ਤੇ ਉਹਨਾਂ ਦਾ ਵੀ ਬਣਨਾ ਕੱਖ ਨਹੀਂ। ਅੱਛਾ, ਲੈਂਗੁਏਜ ਦਾ ਖਿਆਲ ਰੱਖਣਾ, ਲੈਂਗੁਏਜ ਦਾ। ਹਾਂਜੀ ਨਹੀਂ ਮਤਲਬ ਮੈਂ ਬਸ ਮੈਂ ਸੌਰੀ ਇਸ ਲਈ ਕਹਿ ਰਿਹਾ ਕਿ ਮੈਂ ਜਿਹੜਾ ਲਫ਼ਜ਼ ਪੰਜਾਬੀ 'ਚ ਬੋਲਦਾ। ਹਾਂ, ਆਪਾਂ ਲੈਂਗੁਏਜ ਦਾ ਖਿਆਲ ਰੱਖਣਾ ਹੈਗਾ। ਤੇ ਅੱਜ ਦੇ ਮੁੱਦੇ ਤੇ ਆ ਜਾਓ ਸਰ ਰਿਆੜ ਸਾਹਿਬ, ਅੱਜ ਦੇ ਮੁੱਦੇ ਤੇ ਅੱਜ ਦਾ ਉਹ ਤੇ ਆਉਣ ਲੱਗਾ ਜੀ। ਤੇ ਦੂਜੇ ਉਹ ਦੂਸਰੇ ਜਿਹੜੇ ਸੀ ਨਾ ਉਹ ਕਹਿ ਰਹੇ ਸੀ ਵੀ ਉਹ ਸ਼ਰਾਬ ਦਾ ਉਹਨਾਂ ਨੇ ਅੰਗਰੇਜ਼ੀ ਦਾ ਕਰਦਾ ਜੀ, ਉੱਥੇ ਵੀ ਕਰ ਰਹੇ ਨਹੀਂ, ਕਰ ਦਿੱਤਾ ਉਹਨਾਂ ਨੇ ਉਹ ਪੰਜਾਬ ਨਾਲ, ਉਸ ਚੰਡੀਗੜ੍ਹ ਨੂੰ ਸੱਚੀ ਹੋਈ ਜੀ ਪੰਜਾਬ। ਅੱਜ ਦਾ ਮੁੱਦਾ ਸਰ ਆਪਰੇਸ਼ਨ ਬਲੂ ਸਟਾਰ ਦੀ ਐਨਵਰਸਰੀ ਤੇ ਗੱਲ ਕਰ ਰਹੇ ਆਉਣ ਲੱਗਾ ਜੀ, ਮੈਂ ਆਉਣ ਲੱਗਾ ਤੇ ਉਹ ਉੱਥੇ ਸਸਤੀ ਹੋ ਗਈ ਹੈ, ਪਰ ਉਹ ਕਹਿ ਰਹੇ ਕਿ ਅਡਲਟਰੇਸ਼ਨ ਖਤਮ ਹੋਈ ਨਹੀਂ ਹੈ, ਉਹ ਨਹੀਂ ਜੀ ਹੋਣੀ, ਉਹ ਬੇਈਮਾਨੀ ਜਿਹੜੇ ਸਰ ਸਕਾਲਰਸ ਬੜੇ ਵੇਟ ਕਰ ਰਹੇ ਨੇ। ਮੇਰੀ ਰਿਕੁਐਸਟ ਹੈ ਕਿਉਂਕਿ ਟਾਈਮ ਮੈਂ ਆਉਣ ਲੱਗਾ, ਮੈਂ ਬਸ ਆ ਗਿਆ ਜੀ, ਆ ਗਿਆ। ਤੇ ਮੈਂ ਹੁਣ ਸੈਣੀ ਸਾਹਿਬ ਜਿਹੜਾ ਕਹਿ ਰਹੇ ਸੀ ਨਾ ਵੀ ਫਾਰਮਰਸ ਦਾ ਸੁਸਾਈਡ ਬਹੁਤ ਪੰਜਾਬ 'ਚ, ਇਹਨਾਂ ਨੂੰ ਮੈਂ ਸੈਣੀ ਸਾਹਿਬ ਨੂੰ ਭੇਜਤਾ। ਉਹ ਦੂਸਰੀਆਂ ਸਟੇਟ 'ਚ ਪੰਜਾਬ ਨਾਲੋਂ ਕਿਤੇ ਡੈਥ ਰੇਟ ਜ਼ਿਆਦਾ ਹੈ ਜੀ। ਤੇ ਕਿਉਂਕਿ ਆਪਾਂ ਇੱਥੇ ਰਹਿੰਦੇ ਹਾਂ, ਆਪਾਂ ਇੱਥੇ ਨਾਲ ਕੰਪੇਅਰ ਕੰਡੀਸ਼ਨ ਕਰ ਲਾ ਪੈਂਦੇ ਪੰਜਾਬ ਦੀ, ਉਹ ਨਹੀਂ ਹੋਣੀ। ਤੇ ਉਹ ਮਤਲਬ ਬਾਕੀ ਸਟੇਟਾਂ ਨਾਲੋਂ ਪੰਜਾਬ ਅਜੇ ਫੇਰ ਵੀ ਚੰਗਾ। ਕਿਤੇ ਬਾਹਰ ਜਾ ਕੇ ਉਹ ਮਹਾਰਾਸ਼ਟਰ ਕਰਨਾਟਕਾ ਵੱਲ ਸ਼ਹਿਰਾਂ 'ਚ ਨਹੀਂ, ਪਿੰਡਾਂ 'ਚ ਜਾ ਕੇ ਦੇਖਿਆ ਉੱਥੇ ਹਾਲ ਕੀ ਹੈ ਲੋਕਾਂ ਦਾ। ਪੰਜਾਬ ਤੋਂ ਉੱਥੋਂ ਕਿਤੇ ਚੰਗੀ ਜਾਤੀ ਜਾਂ ਠੀਕ ਆ ਗਿਆ ਤੁਹਾਡਾ ਪੁਆਇੰਟ ਜੀ, ਬਹੁਤ ਮਿਹਰਬਾਨੀ। ਇਹ ਠੀਕ ਹੈ ਵੀ ਲੀਡਰ ਬੇਈਮਾਨ ਨੇ, ਇਹ 'ਚ ਕੋਈ ਸ਼ੱਕ ਨਹੀਂ ਮਤਲਬ ਹੈਗਾ ਜੀ। थैंक यू रियाड़ साहब, थैंक यू, बहुत मेहरबानी। आ गया थोड़ा पॉइंट, थैंक यू जी। हाँ जी, नेक्स्ट कॉल जी, चैनल वाइज स्वागत है जी। हेलो। हाँ जी, हाँ जी, तुसी आउंदे रहो जी। कौन सा बोल रहे जी? हाँ जी युद्धवीर जी, सत श्री अकाल जी, मनजीत सिंह बोलदा जी, बड़ी देर बाद तुहाडे नाल गलबात हुई है। हाँ जी, सत श्री अकाल जी, मनजीत सिंह जी, बड़ी देर बाद तुहाडे नाल गल हो रही है। प्लीज गो हेड सर। हाँ जी सैनी साहब, सत श्री अकाल। आ जेड़ा वीक है ਉਹਦੇ ਬਾਰੇ ਤਕਰੀਬਨ ਡਿਸਕਸ਼ਨਾਂ ਸਾਰੇ ਕਰਦੇ ਆ, ਪਰ ਇੱਕ ਚੀਜ਼ ਦਾ ਮੈਂ ਤੁਹਾਡੇ ਕੋਲੋਂ ਥੋੜਾ ਜਿਹਾ जानना चाहना है युद्धवीर जी। सैनी साहब ने भी हुण कहा कि जिस तरीके नाल अपने बयान की गल करदे जथेदार साहब जी दी, ते ਉਹਦੇ ਬਾਰੇ ਦੇ ਵਿੱਚ एक ਕੀ ਇਹ ਸਹੀ ਪ੍ਰਚਾਰ ਆਪਾਂ ਸੁਣਦੇ ਆ ਕਿ ਜਦੋਂ ਵੀ ਕੋਈ ਵੀ ਲਫ਼ਜ਼ ਜਿਹੜਾ ਆ ਉਹਨਾਂ ਦੇ ਮੂੰਹ ਚੋਂ ਨਿਕਲਦਾ ਉਹਨੂੰ ਆਪੋਜੀਸ਼ਨ ਉਹਦਾ ਵੀ ਡਿਫਰੈਂਟ ਟਾਈਪ ਨਾਲ ਹੁੰਦੀ ਆ, ਉਹਨੂੰ ਇੰਟਰਪ੍ਰੀਟ ਗਲਤ ਤਰੀਕੇ ਨਾਲ ਕੀਤਾ ਜਾਂਦਾ। ਕਿਉਂਕਿ ਜਿਹੜਾ ਹੁਣ ਵੀ ਉਹਨਾਂ ਨੇ ਕਿਹਾ ਨਾ ਜੀ, ਜਿਸ ਤਰੀਕੇ ਨਾਲ ਗੁਰੂ ਅਮਰਦਾਸ ਜੀ ਜੇ ਦੂਜੇ ਪਾਤਸ਼ਾਹ ਨੇ ਜਾਂ ਤੀਜੇ ਪਾਤਸ਼ਾਹ ਜੀ ਨੇ ਉਹ ਸ਼ੁਰੂ ਕਰਾਈ ਸੀ ਘੋਲ ਵਗੈਰਾ ਹੈ ਜੀ, ਉਸ ਤਰੀਕੇ ਨਾਲ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਖਾੜੇ ਜਿਹੜੇ ਆ ਆਲਰੇਡੀ ਹੈਗੇ ਆ ਗੱਤਕੇ ਦੇ, ਉਹ ਇੱਥੇ ਵੀ ਗੱਤਕੇ ਦੇ ਚੱਲਦੇ ਆ ਹੈ ਜੀ। ਉਹਨਾਂ ਨੇ ਉਸ ਚੀਜ਼ ਦਾ ਜ਼ਿਕਰ ਕਰਕੇ ਨਾਲ ਜਿਹੜੀ ਡਿਫਰੈਂਟ ਟਾਈਪ ਜਿਹੜੇ ਹਥਿਆਰ ਆ ਜਿਹੜੇ ਅੱਜ ਕੱਲ੍ਹ ਰਹੇ ਉਹ ਉਹਨਾਂ ਦੀ ਟ੍ਰੇਨਿੰਗ ਦੀ ਵੀ ਉਹਨਾਂ ਨੇ ਗੱਲ ਕੀਤੀ ਆ। ਉਹ ਉਹਨਾਂ ਨਾਲ ਇਹ ਹੈਗਾ ਆ ਕਿ ਉਹ ਜਿਹੜੇ ਆ ਗਵਰਨਮੈਂਟ ਦੇ ਨਿਗਾਹ 'ਚ ਦੇਖ ਰੇਖ 'ਚ ਅਗਰ ਉਹ ਕੋਈ ਵੀ ਸਕੂਲ ਬਣੂਗਾ ਰਾਈਟ, ਅਕੈਡਮੀ ਬਣੂਗੀ ਰਾਈਟ, ਉਹ ਉਹਦੇ ਵਿੱਚ ਦੀ ਗੱਲ ਕੀਤੀ ਆ। ਉਹਨਾਂ ਨੇ ਕੋਈ ਦੂਸਰਾ ਤਾਂ ਕਿਹਾ ਹੀ ਨਹੀਂ ਕਿਸੇ ਨੂੰ।
ਔਰ ਹਥਿਆਰ ਜਿਹੜਾ ਆ ਸਾਡੇ ਪੰਜਾਬ ਦੇ ਵਿੱਚ ਮੈਜੋਰਟੀ ਦੇ ਵਿੱਚ ਜਿਹੜੇ ਸਾਡੇ ਫੌਜੀ ਬ੍ਰਦਰ ਆ ਰਾਈਟ, ਉਹ ਤਾਂ ਗਵਰਨਮੈਂਟ ਕੋਲ ਸਿੱਖ ਕੇ ਹੀ ਆਏ ਹੁੰਦੇ ਆ ਜੇ ਕਿਸੇ ਨੇ ਦੂਜਾ ਕਰਨਾ ਹੋਵੇ ਤਾਂ। ਅਗਰ ਜੇਕਰ ਸਾਡੇ ਇਹਨਾਂ ਨੇ, ਸਾਡੇ ਧਾਰਮਿਕ ਲੀਡਰ ਨੇ ਅਗਰ ਇਹ ਗੱਲ ਦਾ ਬਿਆਨ ਦਿੱਤਾ ਆ ਕਿ ਸਾਡੇ ਜੇ ਨਾਲੇ ਰੈਫਰੈਂਸ ਦਿੱਤਾ ਉਹਨਾਂ ਨੇ ਕਿ ਅਖਾੜੇ ਜਿਹੜੇ ਆ ਜਿੱਦਾਂ ਸਾਡੇ ਗੱਤਕੇ ਦੇ ਆ ਗੱਲ ਹੁੰਦੀ ਆ ਉਸੇ ਤਰੀਕੇ ਦੂਜਿਆਂ ਨਾਲ ਵੀ ਸਿਰਫ ਅਸੀਂ ਐਨ ਇੱਕਦਮ ਗਵਰਨਮੈਂਟ ਦੇ ਉਹ ਵਿੱਚੋਂ ਅਦਾਰਿਆਂ ਚੋਂ ਲੈ ਕੇ ਸਿੱਧੀ ਹੋਣੀ ਚਾਹੀਦੀ ਹੈ ਟ੍ਰੇਨਿੰਗ। ਇਹਨੂੰ ਅਪੋਜ਼ਿਟ ਇੱਕਦਮ ਇੱਕ ਜਥੇਦਾਰ ਸਾਹਿਬ ਨੇ ਐਂ ਕਹਿ ਦਿੱਤਾ ਵੀ ਹਥਿਆਰਾਂ ਦੀ ਪ੍ਰਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ। ਇਹ ਜਿਹੜੀ ਗਲਤ ਨਹੀਂ ਹੋ ਰਹੀ ਤੁਹਾਡੇ ਖਿਆਲ ਨਾਲ ਇੰਟਰਪ੍ਰੀਟੇਸ਼ਨ? ਜਿਹੜਾ ਵੀ ਬਿਆਨ ਉਹਨਾਂ ਦੇ ਮੂੰਹ ਚੋਂ ਆਵੇ ਉਹ ਇੱਕਦਮ ਇਸ ਚੀਜ਼ ਨਾਲ ਰਿਲੇਟ ਕਰ ਦਿਓ ਕਿ ਇੱਕ ਹਥਿਆਰਾਂ ਦੀ ਗੱਲ ਕਰਦੇ, ਹਥਿਆਰਾਂ ਦੀ ਗੱਲ ਕਰਦੇ, ਲੇਕਿਨ ਉਹਨਾਂ ਦਾ ਜਿਹੜਾ ਮੇਨ ਕਨਸੈਪਟ ਹੈਗਾ ਆ ਰਾਈਟ, ਉਹ ਦੱਸਣ ਨੂੰ ਕਿਉਂ ਸਾਨੂੰ ਸਮਝ ਨਹੀਂ ਆਉਂਦੀ ਪਈ ਵੀ ਅਸੀਂ ਮਤਲਬ ਇਹ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਰਹੇ ਆ। ਜਿਹੜੇ ਸਾਡੇ ਇੱਕ ਧਾਰਮਿਕ ਲੀਡਰ ਦੇ ਬਾਰੇ ਜਿਹੜੀ ਅਸਲੀਅਤ ਗੱਲ ਕਹੀ ਹੁੰਦੀ ਆ ਉਹਨੂੰ ਸਾਰੀ ਨੂੰ ਪੇਸ਼ ਨਹੀਂ ਕੀਤਾ ਜਾਂਦਾ। ਮੈਨੂੰ ਇਹ ਥੋੜਾ ਜਿਹਾ ਕਲੀਅਰ ਕਰੋ ਵੀ ਇਹ ਕਿਉਂ ਇਦਾਂ ਹੋ ਰਿਹਾ। ਤੁਸੀਂ ਵੀ ਸੁਣਿਆ ਹੋਊਗਾ ਜਥੇਦਾਰ ਸਾਹਿਬ ਨੇ ਮੈਂਸ਼ਨ ਕਰਕੇ ਕਿਹਾ ਆ ਕਿ ਬਈ ਜਿੱਦਾਂ ਆਪਣੇ ਅਖਾੜੇ ਲੱਗਦੇ ਜਿੱਥੇ ਗੱਤਕੇ ਹੁੰਦੇ ਆ ਗਿਆ ਤੁਹਾਡਾ ਪੁਆਇੰਟ। ਹਾਂਜੀ ਆ ਗਿਆ ਤੁਹਾਡਾ। ਥੈਂਕ ਯੂ ਕਲੀਅਰ ਕਰਿਓ ਮਾੜਾ ਜਿਹਾ ਜੋਧਵੀਰ ਜੀ। ਥੈਂਕ ਯੂ। ਮਨਜੀਤ ਸਿੰਘ ਜੀ ਦੇਖੋ, ਮੇਰਾ ਵਿਊ ਪੁਆਇੰਟ ਇਹਦੇ ਤੇ ਇਹ ਹੈਗਾ ਹੈ ਕਿ ਅਸੀਂ ਜੋ ਜਥੇਦਾਰ ਸਾਹਿਬ ਨੇ ਕਿਹਾ ਸੀ ਬਿਆਨ ਸੁਣਾ ਦਿੱਤਾ, ਜੋ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਆਪਣਾ ਉੱਤੇ ਆਬਜੈਕਸ਼ਨ ਕੀਤੀ, ਅਸੀਂ ਭਗਵੰਤ ਮਾਨ ਸਾਹਿਬ ਦੀ ਆਬਜੈਕਸ਼ਨ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ, ਕਾਂਗਰਸ ਦੀ ਆਬਜੈਕਸ਼ਨ ਵੀ ਸ਼ੇਅਰ ਕਰ ਦਿੱਤੀ, SGPC ਨੇ ਸਹਿਮਤੀ ਜਤਾਈ, ਅਕਾਲੀ ਦਲ ਨੇ ਸਹਿਮਤੀ ਜਤਾਈ ਤੇ BJP ਨੇ ਆਪੋਜੀਸ਼ਨ ਕੀਤੀ। ਅਸੀਂ ਸਾਰੇ ਪਾਰਟੀਆਂ ਦੇ ਬਿਆਨ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ, ਠੀਕ ਹੈ। ਮੇਰੇ ਇੱਕ ਸਿੰਪਲ ਜਿਹਾ ਬੜਾ ਸਵਾਲ ਇਹ ਹੈ ਕਿ ਅੱਜ ਜੇ ਅਸੀਂ ਮਾਡਰਨ ਵੈਪਨਸ ਦੀ ਗੱਲ ਕਰ ਰਹੇ ਹਾਂ, ਉਹਨਾਂ ਮਾਡਰਨ ਵੈਪਨਸ ਦੇ ਨਾਲ ਅਸੀਂ ਕਰਨਾ ਕੀ ਹੈ? ਮਤਲਬ ਜੇ ਅਸੀਂ ਟ੍ਰੇਨਿੰਗ ਲੈ ਕੇ ਘਰ ਦੇ ਵਿੱਚ ਮਾਡਰਨ ਵੈਪਨ ਰੱਖ ਕੇ ਅਸੀਂ ਕਰਨਾ ਕੀ ਹੈ? ਦੇਖੋ ਨਾ, ਜੇ ਅਸੀਂ ਗੱਲ ਕਰਦੇ ਹੁਣ ਅੱਜ ਅਮਰੀਕਾ ਦੇ ਵਿੱਚ ਆਏ ਦਿਨ ਸ਼ੂਟਿੰਗ ਦੀਆਂ ਵਾਰਦਾਤਾਂ ਹੋ ਰਹੀਆਂ, ਐਡੀ ਸਟਰੋਂਗ ਹੋ ਗਈ ਹੈ ਗਨ ਲੌਬੀ ਅੱਜ ਅਮਰੀਕਾ ਦੇ ਵਿੱਚ ਕਿ ਹੁਣ ਵਾਪਸੀ ਨਹੀਂ ਕੀਤੀ ਜਾ ਸਕਦੀ, ਬਹੁਤ ਮੁਸ਼ਕਿਲ ਹੈ। ਬੁਸ਼ ਸਾਹਿਬ ਤੋਂ ਲੈ ਕੇ, ਜਾਰਜ ਬੁਸ਼ ਸਾਹਿਬ ਤੋਂ ਲੈ ਕੇ, ਬਰਾਕ ਓਬਾਮਾ ਸਾਹਿਬ ਤੋਂ ਲੈ ਕੇ, ਜੋ ਬਾਈਡਨ ਸਾਹਿਬ ਤੋਂ ਲੈ ਕੇ ਹਰ ਕੋਈ ਅਮਰੀਕਨ ਲੀਡਰ ਬਿਆਨ ਦਿੰਦਾ ਹੈ, ਬਟ ਆਏ ਦਿਨ ਉੱਥੇ ਸ਼ੂਟਿੰਗ ਦੀਆਂ ਵਾਰਦਾਤਾਂ ਹੁੰਦੀਆਂ ਔਰ ਜ਼ਿਆਦਾਤਰ ਇਹ ਲਾਇਸੈਂਸੀ ਹਥਿਆਰਾਂ ਦੇ ਨਾਲ ਹੀ ਹੁੰਦੀਆਂ ਨੇ। ਉਹ ਕਹਿੰਦੇ ਜੀ ਬੈਕਗਰਾਉਂਡ ਚੈੱਕ ਕਰੋ, ਅਸੌਲਟ ਵੈਪਨ, ਸੈਮੀ ਆਟੋਮੈਟਿਕ ਵੈਪਨ, ਇਹਨੂੰ ਰੋਕ ਦਿਓ, ਇਹਦੇ ਤੇ ਬੈਨ ਲਾ ਦਿਓ, ਪਰ ਕੁਝ ਨਹੀਂ ਹੁੰਦਾ ਕਿਉਂਕਿ ਮਿਲੀਅਨਸ ਐਂਡ ਮਿਲੀਅਨਸ ਡਾਲਰ ਗਨ ਲੌਬੀ ਬੜੀ ਸਟਰੋਂਗ ਹੋ ਚੁੱਕੀ ਹੈ। ਇਹ ਯੂਪੀ ਔਰ ਬਿਹਾਰ ਦੇ ਵਿੱਚ ਅਸੀਂ ਜਾਣਦੇ ਸੀਗੇ ਕਿ ਉੱਥੇ ਤੇ ਚੱਲਦੇ ਹੀ ਹਥਿਆਰ ਬੜੇ, ਉਹ ਤਾਂ ਕਹਿੰਦੇ ਹਥਿਆਰ ਤੋਂ ਬਿਨਾਂ ਸਾਡਾ ਕੰਮ ਨਹੀਂ ਚੱਲਦਾ, ਲੇਕਿਨ ਪੰਜਾਬ ਦੇ ਵਿੱਚ ਵੀ ਜੇ ਅਸੀਂ ਹਥਿਆਰਾਂ ਦੀ ਤਾਦਾਦ ਬਹੁਤ ਜ਼ਿਆਦਾ ਵਧਾ ਦਿਆਂਗੇ ਕਿਉਂਕਿ ਫੋਕਸ ਸਾਡਾ ਖਰਾਬ ਹੋ ਰਿਹਾ। ਪੰਜਾਬ ਦੇ ਯੂਥ ਨੂੰ ਦੇਖੋ ਅੱਜ ਦਾ ਮਾਡਰਨ ਹਥਿਆਰ ਕੀ ਹੈ, ਹਥਿਆਰ ਰੱਖੋ। ਮਾਡਰਨ ਹਥਿਆਰ ਕੀ ਹੈ? ਜਿਹੜਾ ਤੁਹਾਡੇ ਕੋਲ ਕੋਈ ਖੋ ਨਾ ਸਕੇ ਕਦੇ, ਜਿਹਦੇ ਨਾਲ ਤੁਸੀਂ ਕਿਸੇ ਨੂੰ ਮਾਰ ਨਾ ਸਕੋ, ਉਹ ਹੈਗੀ ਹੈ ਸਾਇੰਸ, ਉਹ ਹੈਗੀ ਹੈ ਇਨੋਵੇਸ਼ਨ। ਮੈਨੂੰ ਬੜੀ ਖੁਸ਼ੀ ਹੁੰਦੀ ਕਿ ਜੇ ਸਾਡੇ ਸਿੱਖ ਭਾਈਚਾਰੇ ਤੋਂ ਕੋਈ ਨੌਜਵਾਨ ਉੱਠ ਕੇ ਇੱਕ ਵੈਕਸੀਨ ਤਿਆਰ ਕਰਦਾ। ਇਹ ਹਥਿਆਰ ਹੈ ਅੱਜ ਦਾ ਹਥਿਆਰ ਕੀ ਹੈ? ਵੈਕਸੀਨ ਹੈ। ਕਿ ਆ ਲਓ ਜੀ ਹਥਿਆਰ ਦੇਤਾ ਤੁਹਾਨੂੰ, ਇਹ ਤੁਸੀਂ ਕੋਵਿਡ ਦੇ ਖਿਲਾਫ ਇਸਤੇਮਾਲ ਕਰ ਸਕਦੇ ਹੋ, ਇਹ ਤੁਸੀਂ ਵੱਖ-ਵੱਖ ਬਿਮਾਰੀਆਂ ਦੇ ਖਿਲਾਫ ਇਸਤੇਮਾਲ ਕਰ ਸਕਦੇ ਹੋ। ਅੱਜ ਤੇ ਸਾਨੂੰ ਇਸੇ ਹਥਿਆਰ ਦੀ ਜ਼ਰੂਰਤ ਹੈ। ਔਰ ਸਾਡੇ ਸਿੱਖ ਧਰਮ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਾਡੇ ਲੋਕ ਇੰਨੇ ਕਾਬਿਲ ਕਿਉਂ ਨਹੀਂ? ਬਿਲਕੁਲ ਹੈ। ਸਾਡੇ ਸਿੱਖ ਧਰਮ ਦਾ ਜਿਹੜਾ ਯੂਥ ਹੈ ਉਹ ਬੜਾ ਕਾਬਿਲ ਹੈ, ਉਹ ਬੜਾ ਸੂਝਵਾਨ ਹੈ, ਉਹਨੂੰ ਇਸ ਡਾਇਰੈਕਸ਼ਨ ਵੱਲ ਹੋਰ ਲਿਜਾਣ ਦੀ ਲੋੜ ਹੈ। ਸਾਡੇ ਸਿੱਖਾਂ ਕੋਲ ਹਥਿਆਰ ਕਿਹੜੇ ਚਾਹੀਦੇ ਨੇ? ਇਨੋਵੇਸ਼ਨ ਦੇ, ਸਾਇੰਸ ਦੇ, ਨੌਲੇਜ ਦੇ, ਜਿਹਦੇ ਨਾਲ ਕਿ ਅਸੀਂ ਵੈਕਸੀਨਸ ਤਿਆਰ ਕਰੀਏ ਕੋਵਿਡ ਨੂੰ ਖਤਮ ਕਰਨ ਦੀਆਂ, ਅਸੀਂ ਕੈਂਸਰ ਦਾ ਇਲਾਜ ਲੱਭ ਕੇ ਦਿਖਾ ਦਈਏ। ਨੋਬੈਲ ਪ੍ਰਾਈਜ਼ ਇਨ ਦਾ ਫੀਲਡ ਆਫ ਮੈਡੀਸਨ ਗੋਜ਼ ਟੂ ਆ ਦੇਖੋ ਜੀ, ਆ ਸਾਡੇ ਸਿੱਖ ਨੌਜਵਾਨ ਆ। ਦੁਨੀਆ ਭਰ ਦੇ ਵਿੱਚ ਧਰਮ ਦਾ ਪ੍ਰਚਾਰ ਆਪਣੇ ਆਪ ਹੁੰਦਾ ਚਲਾ ਜਾਏਗਾ। ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਨਗੇ ਕਿ ਜਿੰਨੇ ਵੀ ਤਰ੍ਹਾਂ ਦੇ ਕੈਂਸਰ ਸੀਗੇ ਜੀ, ਸਿੱਖ ਧਰਮ ਤੋਂ ਆ ਸ਼ਖਸ ਉੱਠਿਆ ਸੀ, ਸਿੱਖ ਧਰਮ ਤੋਂ, ਜਿਹਨੇ ਕਿ ਇੱਕ ਐਸੀ ਦਵਾਈ ਤਿਆਰ ਕਰ ਦਿੱਤੀ ਕਿ ਸਾਰੇ ਕੈਂਸਰ ਨੂੰ ਇਕੱਲੀ ਦਵਾਈ ਮਾਰ ਦਿੰਦੀ ਹੈ। ਜਿੱਦਾਂ ਉਹ ਕਹਿੰਦੇ ਜੀ ਵੈਕਸੀਨ ਆ ਜੀ, ਇਹ ਕਿਸੇ ਵੀ ਤਰ੍ਹਾਂ ਦਾ ਕੋਵਿਡ ਹੋਵੇ, ਇਹ ਲਗਭਗ 70%, 80% ਜਾਂ 90% ਤੱਕ ਖਤਮ ਕਰ ਦਿੰਦਾ ਹੈ। ਕੋਵਿਡ ਆਪਣਾ ਜਿੰਨੀ ਮਰਜ਼ੀ ਮਿਊਟੇਸ਼ਨ ਕਰ ਲਵੇ, ਇਹ ਜਿਹੜੀ ਵੈਕਸੀਨ ਆ ਜੀ, ਇਹ ਅਲੱਗ-ਅਲੱਗ ਹੋ ਜਾਂਦੀ ਹੈ, ਡਿਫਰੈਂਟ ਫਾਰਮਸ ਹੈਗੀਆਂ ਨੇ। ਕੋਵਿਡ ਆ ਗਿਆ, ਫਿਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਆ ਗਈਆਂ, ਲੇਕਿਨ ਇਹ ਜਿਹੜੀ ਵੈਕਸੀਨ ਹੈ ਇਹ 70%, 80%, 90% ਖਤਮ ਕਰ ਦਿੰਦੀ ਹੈ। ਸਾਡੇ ਸਿੱਖ ਭਾਈਚਾਰੇ ਤੋਂ ਸਾਨੂੰ ਇਨਕਰੇਜ ਕਰਨਾ ਹੈ, ਮਾਡਰਨ ਹਥਿਆਰ ਰੱਖੋ। ਕਿਹੜਾ ਹਥਿਆਰ? ਸਾਇੰਸ ਦਾ, ਨੌਲੇਜ ਦਾ, ਇਨੋਵੇਸ਼ਨ ਦਾ। ਔਰ ਜਿਹੜਾ ਬੱਚਾ ਇਹ ਕਰ ਦੇਗਾ, ਰਹਿੰਦੀ ਦੁਨੀਆ ਤੱਕ ਸਿੱਖ ਧਰਮ ਦਾ ਨਾਮ ਵੀ ਹੋਏਗਾ, ਹੋਰ ਜ਼ਿਆਦਾ ਪਪੂਲਰ ਹੋਏਗਾ, ਹੋਰ ਜ਼ਿਆਦਾ ਧਰਮ ਪ੍ਰਚਾਰ ਹੋਏਗਾ, ਠੀਕ ਹੈ। ਔਰ ਇੰਪੋਰਟੈਂਟ ਚੀਜ਼, ਅੱਜ ਇਨਵਾਇਰਨਮੈਂਟ ਦੇ ਨਾਲ ਦੁਨੀਆ ਜੂਝ ਰਹੀ ਹੈ, ਅਸੀਂ ਕਿਉਂ ਨਹੀਂ ਇਨਕਰੇਜ ਕਰਦੇ ਕਿ ਕੋਈ ਐਸੀ ਚੀਜ਼ ਅਸੀਂ ਲੈ ਕੇ ਆਈਏ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਸਾਲਟੀ ਵਾਟਰ ਹੈ,
ਆ ਲਓ ਜੀ ਅਸੀਂ ਚੀਜ਼ ਇਜਾਦ ਕੀਤੀ ਹੈ, ਇਹਦੇ ਨਾਲ ਪਾਣੀ ਦੀ ਕਿੱਲਤ ਦੁਨੀਆ ਭਰ 'ਚ ਖਤਮ ਹੋ ਜਾਏਗੀ। ਸਾਡੇ ਸਿੱਖ ਭਾਈਚਾਰੇ ਦੇ ਕਿਸੇ ਬੰਦੇ ਨੇ ਐਸੀ ਚੀਜ਼ ਅਸੀਂ ਇਨਕਰੇਜ ਕਰੀਏ, ਮੋਟੀਵੇਟ ਕਰੀਏ। ਦੁਨੀਆ ਦਾ ਸਭ ਤੋਂ ਵੱਡਾ ਤੋਹਫਾ ਕੀ ਹੈ? ਦੁਨੀਆ ਦਾ ਸਭ ਤੋਂ ਵੱਡਾ ਤੋਹਫਾ ਕੀ ਹੈ? ਇਸ ਤੋਂ ਵੱਡਾ ਤੋਹਫਾ ਨਹੀਂ ਹੋ ਸਕਦਾ, ਕੋਈ ਗਿਫਟ ਨਹੀਂ ਹੋ ਸਕਦਾ। ਇਨਸਪੀਰੇਸ਼ਨ, ਮੋਟੀਵੇਸ਼ਨ। ਸਿੱਖ ਕੌਮ ਨੂੰ ਇਸ ਤੋਂ ਵੱਡਾ ਹਥਿਆਰ ਨਹੀਂ ਦੇ ਸਕਦੇ ਅਸੀਂ ਅੱਜ। ਜੇ ਸਿੱਖ ਕੌਮ ਨੂੰ ਹਥਿਆਰ ਦੇਣਾ, ਅੱਜ ਗੱਲ ਕਰ ਰਹੇ ਹਾਂ ਅਸੀਂ 1984 ਆਪਰੇਸ਼ਨ ਬਲੂ ਸਟਾਰ ਦੀ, ਜੇ ਦੇਣਾ ਹੈ ਸਿੱਖਾਂ ਨੂੰ ਤੇ ਸਭ ਤੋਂ ਵੱਡਾ ਤੋਹਫਾ ਇਹੀ ਹੈ, ਇਨਸਪਾਇਰ ਕਰੀਏ, ਮੋਟੀਵੇਟ ਕਰੀਏ ਟੂ ਕਨੈਕਟ ਵਿਦ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ। ਸਾਡੇ ਸਿੱਖ ਧਰਮ ਤੋਂ ਲੋਕ ਉੱਠ ਕੇ ਕੋਈ ਐਸੀ ਚੀਜ਼ ਇਜਾਦ ਕਰ ਦੇਣ ਕਿ ਆ ਲਓ ਜੀ, ਇਹਦੇ ਬਾਅਦ ਦਿੱਲੀ ਕੀ ਤਾਂ ਟੋਕੀਓ ਕੀ ਤਾਂ ਲੰਡਨ ਕੀ ਤਾਂ ਟੋਰਾਂਟੋ ਕੀ ਪੋਲਿਊਸ਼ਨ ਖਤਮ ਹੋ ਜਾਏਗੀ। ਆ ਲਓ ਜੀ, ਇਹ ਚੀਜ਼ ਅਸੀਂ ਕੱਢ ਦਿੱਤੀ ਹੈ, ਇਹਦੇ ਨਾਲ ਪੋਲਿਊਸ਼ਨ ਖਤਮ। ਦੁਨੀਆ ਦੇ ਵਿੱਚ ਸਭ ਤੋਂ ਵੱਡਾ ਤੋਹਫਾ ਇਹੀ ਹੈ, ਇਨਕਰੇਜ ਕਰਨਾ, ਇਨਸਪਾਇਰ ਕਰਨਾ ਤੇ ਮੋਟੀਵੇਟ ਕਰਨਾ। ਜੀ ਨੈਕਸਟ ਕਾਲ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ ਜੀ ਸਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਗਵੀਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ। ਕੌਣ ਸਾਹਿਬ ਬੋਲ ਰਹੇ, ਨਾਮ ਜ਼ਰੂਰ ਦੱਸੋ ਸਰ। ਚਰਨਜੀਤ ਸਿੰਘ ਬੋਲ ਰਹੇ ਹਾਂ। ਚਰਨਜੀਤ ਸਿੰਘ ਜੀ, ਪਲੀਜ਼ ਗੋ ਹੈਡ ਸਰ। ਹਾਂ ਜੀ ਜਗਵੀਰ ਸਾਹਿਬ, ਦੇਖ ਲਓ ਪਹਿਲਾਂ ਪੰਜਾਬ ਸਰਕਾਰ ਨੇ ਜਥੇਦਾਰ ਸਾਹਿਬ ਦੀ ਸਿਕਿਉਰਿਟੀ ਵਾਪਸ ਲੈ ਲਈ ਸੀ ਜੀ, ਠੀਕ ਹੈ, ਤੇ ਉਦੋਂ ਬਾਅਦ ਸੈਂਟਰ ਨੇ ਇਹਨਾਂ ਨੂੰ ਦੇ ਦਿੱਤੀ ਜੈਡ ਸਟੇਟ ਦੀ ਸਿਕਿਉਰਿਟੀ ਜੀ। ਜਦੋਂ ਇਹਨਾਂ ਨੂੰ ਸਿਕਿਉਰਿਟੀ ਦੇ ਦਿੱਤੀ ਉਦੋਂ ਬਾਅਦ ਇਹ ਬਿਆਨ ਦਿੱਤਾ ਨਾ ਇਹਨੇ ਜਥੇਦਾਰ ਸਾਹਿਬ ਨੇ। ਇਹ ਉਸ ਤੋਂ ਪਹਿਲਾਂ ਵੀ ਦਿੱਤਾ ਸੀ ਇਹਨਾਂ ਨੇ, 2 ਹਫ਼ਤੇ ਪਹਿਲਾਂ ਵੀ ਦਿੱਤਾ ਸੀ। ਨਹੀਂ, ਇਹ ਬਿਆਨ ਜਿਹੜਾ ਹਥਿਆਰਾਂ ਦਾ ਬਿਆਨ ਆ ਨਾ ਜੀ, ਇਹ ਉਦੋਂ ਬਾਅਦ ਦਿੱਤਾ ਗਿਆ। ਦੇਖੋ ਨਾ 19 ਜਦੋਂ 90 ਦਾ ਦਹਾਕਾ ਸੀ ਨਾ, ਉਦੋਂ ਵੀ ਇਦਾਂ ਹੀ ਕੁਝ ਹੋਇਆ ਸੀਗਾ ਜੀ ਜੀ। ਸੈਂਟਰ ਨੇ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ, ਇੱਕ ਆਪਣੇ ਸਿੱਖ ਪੰਥ ਦੇ ਤਕੜੇ ਆਗੂ ਸੀਗੇ, ਉਹਨਾਂ ਨੂੰ ਇਦਾਂ ਹੀ ਅੱਗੇ ਲਿਆਂਦਾ ਸੀਗਾ, ਠੀਕ ਹੈ। ਇਹ ਕਿਤੇ ਇਹਨਾਂ ਦੀ ਸੈਂਟਰ ਦੀ ਕੋਈ ਉਦਾਂ ਦੀ ਸਾਜ਼ਿਸ਼ ਤਾਂ ਨਹੀਂ ਹੋ ਰਹੀ ਵੀ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ 90 ਦੇ ਦਹਾਕੇ ਦੇ ਵਿੱਚ ਉਸ ਕਾਂਗਰਸ ਦੇ ਟਾਈਮ ਹੋਇਆ ਸੀਗਾ, ਹੁਣ ਇਹ ਤਾਂ ਨਹੀਂ ਇਦਾਂ ਦਾ ਕੋਈ ਖਰਾਬੀ ਕਰਨਾ ਚਾਹੁੰਦੇ। ਇਹ ਵੀ ਇਦਾਂ ਦੀ ਵੀ ਗੱਲ ਹੋ ਸਕਦੀ ਹੈ ਨਾ ਕੋਈ ਨਾਲ। ਇਹ ਹੁਣ ਮਤਲਬ ਬੜੇ, ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਬੜਾ ਵਧੀਆ ਕੰਮ ਕਰ ਰਹੀ ਹੈ, ਉਹਨਾਂ ਨੂੰ ਇਹ ਮਤਲਬ ਬਦਨਾਮ ਕਰਨ ਦੀ ਖਾਤਰ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਖਾਤਰ ਇਹ ਸੈਂਟਰ ਦੀ ਤਾਂ ਕੋਈ ਚਾਲ ਹੋ ਸਕਦੀ ਹੈ। ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਜੀ ਹੋ ਸਕਦੀ ਹੈ ਜੀ, ਇਹਦੇ ਵਿੱਚ ਕੋਈ ਕਨਸਪੀਰੇਸੀ ਹੋਵੇ, ਬਿਲਕੁਲ ਹੋ ਸਕਦੀ ਹੈ, ਪਰ ਜਦੋਂ ਤੱਕ ਸਾਡੇ ਐਜ਼ ਅ ਜਰਨਲਿਸਟ ਸਾਡਾ ਕੰਮ ਹੁੰਦਾ ਹੈ ਕਿ ਅਸੀਂ ਵਿਚਾਰ ਜ਼ਰੂਰ ਸੁਣਦੇ ਹਾਂ ਸਾਰਿਆਂ ਦੇ, ਡਿਸਕਸ਼ਨ ਵੀ ਕਰਦੇ ਹਾਂ ਔਰ ਹਰ ਥਿਊਰੀ ਤੇ ਅਸੀਂ ਕੰਮ ਵੀ ਕਰਦੇ ਹਾਂ, ਬਟ ਮੋਹਰ ਉਸੇ ਥਿਊਰੀ ਤੇ ਲਗਾਉਂਦੇ ਹਾਂ, ਗੱਲ ਕਨਫਰਮ ਉਹਨੂੰ ਕਰਦੇ ਹਾਂ ਜਿਹੜੀ 100% ਕਨਫਰਮ ਹੋਵੇ। ਸੋ ਹੀਅਰ ਸੇ ਦੇ ਉੱਤੇ ਜਾਂ ਵੈਸੇ ਤੁਹਾਡਾ ਸਵਾਲ ਬੜਾ ਸਹੀ ਹੈ, ਥਿਊਰੀ ਹੋ ਸਕਦੀ ਹੈ ਕੋਈ ਕਿ ਕੋਈ ਵੱਡੀ ਸਾਜ਼ਿਸ਼ ਹੋ ਰਹੀ ਹੋਵੇ, ਔਰ ਉਸ ਦਰਮਿਆਨ ਉਸ ਦੌਰ ਦੇ ਵਿੱਚ ਵੀ, ਤਾਂ ਹੀ ਅੱਜ ਅਸੀਂ ਗੱਲ ਕਰ ਰਹੇ ਹਾਂ 1984 ਆਪਰੇਸ਼ਨ ਬਲੂ ਸਟਾਰ ਦੀ ਐਨਵਰਸਰੀ ਦੇ ਮੌਕੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਹੋ ਸਕਦਾ ਐਸੀ ਕੋਈ ਵੱਡੀ ਸਾਜ਼ਿਸ਼ ਜ਼ਰੂਰ ਹੋਵੇ। ਜੀ ਨੈਕਸਟ ਕਾਲ ਜੀ, ਚੈਨਲ ਵਾਈ ਤੇ ਸਵਾਗਤ ਹੈ ਜੀ ਤੁਹਾਡਾ। ਹੈਲੋ ਹੈਲੋ, ਹਾਂਜੀ ਜੀ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਪ੍ਰਿੰਸੀਪਲ ਕੁਲਵੰਤ ਸਿੰਘ ਜੀ। ਕੁਲਵੰਤ ਸਿੰਘ ਜੀ, ਹਾਂਜੀ ਗੋ ਹੈਡ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੁਲਵੰਤ ਸਿੰਘ ਜੀ। ਸਾਰੇ ਪੈਨਲ ਮੈਂਬਰਾਂ ਨੂੰ ਵੀ ਮੇਰਾ ਸਤਿ ਸ਼੍ਰੀ ਅਕਾਲ ਤੇ ਲਿਸਨਰ ਜਿੰਨੇ ਵੀ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ। ਤੇ ਪਹਿਲਾਂ ਤਾਂ ਬਹੁਤ ਤੁਹਾਡਾ ਮਤਲਬ ਤੁਸੀਂ ਵਧੀਆ ਢੰਗ ਨਾਲ ਸਰ ਦੱਸ ਰਹੇ ਹੋ ਵੀ ਜਿਹੜੀ ਸਿੱਖੀਜ਼ਮ ਆ ਉਹਨੂੰ ਕਿਸ ਤਰ੍ਹਾਂ ਪ੍ਰਫੁੱਲਤ ਕਰ ਸਕਦੇ ਹਾਂ ਆਪਾਂ। ਉਹ ਬਹੁਤ ਵਧੀਆ ਗੱਲ ਲੱਗਿਆ ਤੁਹਾਡੀਆਂ ਵੀ ਮਤਲਬ ਕੋਈ ਇਸ ਤਰ੍ਹਾਂ ਇਨਵੈਂਸ਼ਨ ਹੋਣੀ ਚਾਹੀਦੀ ਆ ਸਾਰੇ ਕੰਮਾਂ ਲਈ। ਤੇ ਬਾਕੀ ਜਿਹੜੀ ਮੈਂ ਜਿਹੜਾ 1984 ਦਾ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਸੀਗਾ। ਪਲੀਜ਼ ਗੋ ਅਹੈਡ ਜੀ। ਕਿ ਦੇਖੋ ਜੀ ਮਤਲਬ ਜਿਹੜਾ ਪੰਜਾਬ ਨੂੰ ਹਮੇਸ਼ਾ ਮਤਲਬ ਸਿਆਸੀ ਪਾਰਟੀਆਂ ਵੱਲੋਂ ਇੱਕ ਐਕਸਪੈਰੀਮੈਂਟ ਦਾ ਜਾਨੀ ਅਖਾੜਾ ਬਣਾਇਆ ਗਿਆ। ਜੇ ਆਪਾਂ ਦੇਖੀਏ 84 ਦਾ ਬਲੂ ਸਟਾਰ ਆਪਰੇਸ਼ਨ ਕਿਉਂ ਹੋਇਆ ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਮੇਰੇ ਹਿਸਾਬ ਨਾਲ ਸਿਆਸੀ ਪਾਰਟੀ ਕਾਂਗਰਸ ਆ, ਕਿਉਂਕਿ ਉਸ ਸਮੇਂ ਤੱਕ ਅਕਾਲੀ ਪਾਰਟੀ ਬਹੁਤ ਸਟਰੋਂਗ ਸੀ ਤੇ ਕਾਂਗਰਸ ਨਹੀਂ ਚਾਹੁੰਦੀ ਸੀ ਵੀ ਅਕਾਲੀ ਲਗਾਤਾਰ ਪੰਜਾਬ 'ਚ ਰਾਜ ਕਰਨ, ਉਹ ਚਾਹੁੰਦੇ ਸੀ ਵੀ ਕਾਂਗਰਸ ਦਾ ਹੀ ਰਾਜ ਹੋਵੇ। ਇਸ ਕਰਕੇ ਉਹਨਾਂ ਨੇ ਅਕਾਲੀਆਂ ਦੇ ਬਰਾਬਰ, ਕਿਉਂ ਮੈਂ ਵੀ ਸਾਰਾ ਉਸ ਟਾਈਮ ਦੇਖਿਆ ਜੀ ਉਦੋਂ, ਤੇ ਮਤਲਬ ਮੇਰਾ ਕਹਿਣ ਦਾ ਮਤਲਬ ਵੀ ਉਹਨਾਂ ਨੇ ਇਹ ਦੇਖਿਆ ਵੀ ਕਿਵੇਂ ਨਾ ਕਿਵੇਂ ਅਕਾਲੀਆਂ ਨੂੰ ਡਾਊਨ ਕਰਨ ਲਈ ਆਪਾਂ ਉਸ ਤੋਂ ਵੀ ਜ਼ਿਆਦਾ ਜਿਹੜੇ ਗਰਮ ਸੁਭਾਅ ਦੇ ਜਾਂ ਕਹ ਲਓ ਵੀ ਗਰਮ ਤੱਤ ਨੇ ਉਹਨੂੰ ਅੱਗੇ ਲਿਆਂਦਾ ਜਾਵੇ। ਤਾਂ ਉਹਦਾ ਆਪਾਂ ਦੇਖ ਹੀ ਲਿਆ ਕੀ ਬਣਿਆ ਉਹਦਾ। ਬਾਅਦ ਚ ਉਹ ਜਿਹੜੇ ਗਰਮ ਸਿਆਸੀ ਤੱਤ ਸੀ ਉਹਨਾਂ ਨੂੰ ਉਹਨਾਂ ਨੇ ਖਤਮ ਕਰਤਾ। ਤਾਂ ਇਸ ਚੱਕਰ ਦੇ ਵਿੱਚ ਜਾਨੀ ਇੱਕ ਸਿਆਸੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰਤਾ। ਕਿੰਨਾ ਪੈਸਾ ਕਿੰਨਾ ਕਰਜ਼ਾ ਚੜ ਗਿਆ, ਉਹ ਤਜਰਬਾ ਇਹ ਵੀ ਚੱਲੀ ਜਾ ਰਿਹਾ। ਹੁਣ ਆਮ ਆਦਮੀ ਪਾਰਟੀ ਆਈ ਹੈ, ਉਹ ਤਜਰਬਾ ਇਹ ਵੀ ਚੱਲੀ ਜਾ ਰਿਹਾ। ਹੁਣ ਮਤਲਬ ਉਹ ਜਿਹੜੀਆਂ ਕੁਝ ਪਾਰਟੀਆਂ ਇਹ ਚਾਹੁੰਦੀਆਂ ਨੇ ਵੀ ਆਮ ਆਦਮੀ ਪਾਰਟੀ ਨੂੰ ਜਿਵੇਂ ਅਕਾਲੀਆਂ ਨੂੰ ਡਾਊਨ ਕਰਨ ਲਈ ਕਾਂਗਰਸ ਨੇ ਇਹ ਕੰਮ ਕੀਤਾ ਤੇ ਆਮ ਲੋਕ ਕਿੰਨੇ ਮਾਰੇ ਗਏ, ਕਿੰਨੇ ਸਿੱਖ ਨੌਜਵਾਨ ਮਾਰੇ ਗਏ, ਉਹੀ ਕੰਮ ਹੁਣ ਚੱਲ ਰਿਹਾ।
ਮੈਨੂੰ ਉਹ ਸਮਝ ਲੱਗਦੀ ਵੀ ਇਹ ਲੋਕ ਇਸ ਤਰ੍ਹਾਂ ਸੈਂਟਰ ਹਮੇਸ਼ਾ ਕਿਉਂ ਚਾਹੁੰਦਾ ਵੀ ਪੰਜਾਬ ਨੂੰ ਐਕਸਪੈਰੀਮੈਂਟ ਬਣਾ ਕੇ ਇੱਥੇ ਆਮ ਨੌਜਵਾਨਾਂ ਨੂੰ ਮਾਰਿਆ ਜਾਵੇ ਤਾਂ ਕਿ ਸਾਡੀ ਸੱਤਾ ਬਣ ਜੇ। ਮਤਲਬ ਮੇਰੇ ਸਾਹਮਣੇ ਇਹੀ ਗੇਮ ਚੱਲ ਰਹੀ ਹੈ। ਪਹਿਲਾਂ ਕਾਂਗਰਸ ਨੇ ਇਹ ਚਲਾਈ ਗੇਮ ਤੇ ਹੁਣ ਦੂਜੀਆਂ ਪਾਰਟੀਆਂ ਚਲਾ ਰਹੀਆਂ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਡਾਊਨ ਕਰ ਦੋ ਤੇ ਮਤਲਬ ਕਿਵੇਂ ਨਾ ਕਿਵੇਂ ਇਹ ਚਾਹੇ ਜਿੰਨਾ ਮਰਜ਼ੀ ਬੰਦੇ ਮਰ ਜਾਣ, ਯਾਨੀ ਉਹਨਾਂ ਨੂੰ ਕਿਸੇ ਆਪਣੇ ਮਨੁੱਖੀ ਜ਼ਿੰਦਗੀ ਨਾਲ ਕੋਈ ਮਤਲਬ ਲੱਗ ਦੇਗਾ ਨਹੀਂ ਹੈ, ਨਾ ਕਾਂਗਰਸ ਨੂੰ ਸੀਗਾ ਤੇ ਨਾ ਹੁਣ ਬਾਕੀਆਂ ਪਾਰਟੀ ਨੂੰ। ਆਹੀ ਕਹਿਣਾ ਚਾਹੁੰਦੇ ਸੀ। ਥੈਂਕ ਯੂ ਜੀ। ਥੈਂਕ ਯੂ। ਕੁਲਵੰਤ ਸਾਹਿਬ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਔਰ ਵਾਈ ਮੀਡੀਆ ਦੇ ਉੱਤੇ ਅਸੀਂ ਸੋਲੂਸ਼ਨਸ ਦੀ ਗੱਲ ਕਰਦੇ ਹਾਂ। ਤੁਹਾਡੀ ਜਿੰਨੀ ਗੱਲ ਹੈ ਕੁਲਵੰਤ ਸਿੰਘ ਜੀ ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ ਕਿ ਉਸ ਦੌਰ ਦੇ ਵਿੱਚ ਜਦੋਂ ਅਸੀਂ 90s ਦੇ ਵਿੱਚ ਸਕੂਲ ਦੇ ਵਿੱਚ ਪਾਸ ਆਊਟ ਕਰ ਰਹੇ ਸੀ, 12ਵੀਂ ਕਲਾਸ ਦੇ ਵਿੱਚ ਸੀਗਾ 90s 'ਚ ਮੈਂ, ਅਸੀਂ ਕਹਿੰਦੇ ਸੀ ਕਿ IIT ਨਹੀਂ ਹੈ ਪੰਜਾਬ ਦੇ ਵਿੱਚ, ਕੋਈ ਪੰਜਾਬ ਦੇ ਵਿੱਚ ਕੋਈ IIM ਨਹੀਂ ਹੈ। MBA ਕਰਨੀ ਹੋਵੇ ਕਿਸੇ ਵਧੀਆ ਇੰਸਟੀਚਿਊਟ 'ਚੋਂ ਤੇ ਸਾਰੇ ਪੰਜਾਬ ਦੇ ਵਿੱਚ ਕੋਈ ਮੈਨੇਜਮੈਂਟ ਦਾ ਇੰਸਟੀਚਿਊਟ ਕਿਉਂ ਨਹੀਂ ਹੈ? ਸਾਡੇ ਇੱਥੇ ਕੋਈ ਵਧੀਆ ਇੰਜੀਨੀਅਰਿੰਗ ਕਰਨੀ ਹੋਵੇ ਤੇ IIT ਕਿਉਂ ਨਹੀਂ ਹੈ? ਮੈਡੀਕਲ ਇੰਸਟੀਚਿਊਟ ਏਮਸ ਕਿਉਂ ਨਹੀਂ ਹੈ? ਕਿਉਂਕਿ ਉਸ ਦੌਰ ਦੇ ਵਿੱਚ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਸਾਨੂੰ ਇਹ ਕਹਿਣ ਲੱਗ ਪਈ ਵੀ ਤੁਹਾਡਾ ਧਰਮ ਖਤਰੇ 'ਚ ਹੈ ਜੀ, ਜੋ ਅੱਜ ਵੀ ਕਿਹਾ ਜਾ ਰਿਹਾ ਜੀ ਕਿ ਧਰਮ ਖਤਰੇ 'ਚ ਹੈ। ਸੋ ਉਹ ਧਰਮ ਖਤਰੇ 'ਚ ਉਸ ਵੇਲੇ ਵੀ ਸਾਨੂੰ ਇਹੀ ਬਿਆਨ ਦਿੱਤੇ ਜਾ ਰਹੇ ਸੀ, ਅੱਜ ਵੀ ਇਹੀ ਦਿੱਤੇ ਜਾ ਰਹੇ ਆ। ਇਹਦਾ ਸੋਲੂਸ਼ਨ ਤੁਹਾਨੂੰ ਅਸੀਂ ਦੇ ਰਹੇ ਹਾਂ। ਜੇ ਅੱਜ ਸਾਨੂੰ ਕੋਈ ਇਹ ਗੱਲ ਕਰਦਾ ਹੈ ਕਿ ਜੀ ਸਾਨੂੰ ਕੋਈ ਖਤਰਾ ਹੈ, ਧਰਮ ਨੂੰ ਕੋਈ ਖਤਰਾ ਨਹੀਂ, ਧਰਮ ਨੂੰ ਕੋਈ ਖਤਰਾ ਨਹੀਂ। ਧਰਮ ਨੂੰ ਉਸ ਵੇਲੇ ਖਤਰਾ ਹੁੰਦਾ ਹੈ ਕਿ ਜਦੋਂ ਸਾਡੇ ਐਥਿਕਸ ਖਰਾਬ ਹੁੰਦੇ ਨੇ। ਜੇ ਧਰਮ ਨੂੰ ਖਤਰੇ 'ਚੋਂ ਬਾਹਰ ਕੱਢਣਾ, ਬਿਲਕੁਲ ਸਿੰਪਲ ਜਿਹਾ ਸੋਲੂਸ਼ਨ ਦੇ ਦਿੰਦੇ ਆ। ਜੇ ਪਿਛਲੇ 10 ਸਾਲ ਦੇ ਵਿੱਚ ਸਾਡੇ ਜਿੰਨੇ ਵੀ ਵੀਰ ਨੇ, ਮੈਂ ਇੱਕ ਸਿੰਪਲ ਜਿਹਾ ਸੋਲੂਸ਼ਨ ਦਿੰਦਾ ਹੈ। ਜੇ ਪਿਛਲੇ 10 ਸਾਲਾਂ 'ਚ ਅਸੀਂ ਇਹ ਗਿਣਤੀ ਕਰ ਲਈਏ, ਪਿਛਲੇ 10 ਸਾਲਾਂ 'ਚ ਵੀ ਅਸੀਂ ਕਿੰਨੇ ਵਾਰ ਐਬਿਊਸਿਵ ਲੈਂਗੁਏਜ ਦਾ ਇਸਤੇਮਾਲ ਕੀਤਾ, ਅਸੀਂ ਕਿੰਨੇ ਵਾਰ ਐਬਿਊਸਿਵ ਲੈਂਗੁਏਜ, ਅਸੀਂ ਸਾਡੀ ਗੁਰਬਾਣੀ ਤਾਂ ਲਿਖਿਆ ਮਿੱਠ ਬੋਲਣਾ, ਅਸੀਂ ਗੁੱਸੇ ਦੇ ਵਿੱਚ ਕਈ ਵਾਰ ਲੋਕਾਂ ਨੂੰ ਗਾਲਾਂ ਕੱਢਦੇ ਹਾਂ, ਗੁੱਸੇ ਦੇ ਵਿੱਚ ਲੋਕਾਂ ਨੂੰ ਗਾਲਾਂ ਕੱਢਦੇ ਹਾਂ, ਅਸੀਂ ਬੜਾ ਕੁਝ ਕਰਦੇ ਹਾਂ। ਅਸੀਂ ਇਹ ਦੇਖ ਲਈਏ ਕਿ ਪਿਛਲੇ 10 ਸਾਲਾਂ 'ਚ ਅਸੀਂ ਕਿਹੜੇ ਗਲਤ ਕੰਮ ਕੀਤੇ ਨੇ ਤੇ ਅਗਲੇ 10-15 ਸਾਲਾਂ 'ਚ ਅਸੀਂ ਕਿਹੜੇ ਐਸੇ ਚੰਗੇ ਕੰਮ ਕਰਾਂਗੇ ਜਿਹਦੇ ਨਾਲ ਕਿ ਅਸੀਂ ਵਾਕਈ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਉਹਦੇ ਉੱਤੇ ਚੱਲਾਂਗੇ। ਅਸੀਂ ਪੂਰੀ ਚੀਜ਼ ਤਾਂ ਸਾਰੀ ਠੀਕ ਨਹੀਂ ਹੋ ਸਕਦੀ, ਇਨਸਾਨ ਗਲਤੀਆਂ ਦਾ ਪੁਤਲਾ ਹੈ, ਸਾਡੇ ਸਾਰਿਆਂ ਕੋਲ ਗਲਤੀਆਂ ਹੋ ਸਕਦੀਆਂ ਨੇ, ਸਭ ਕੋਲ। ਜੇ ਕੋਈ ਇਹ ਕਹਿੰਦਾ ਜੀ ਮੈਂ ਕੋਈ ਗਲਤੀ ਨਹੀਂ ਕਰਾਂਗਾ ਸਾਰੀ ਉਮਰ, ਤਾਂ ਫਿਰ ਉਹ ਤੇ ਰੱਬ ਹੀ ਹੋ ਗਿਆ, ਪਰਮਾਤਮਾ ਹੀ ਹੋ ਗਿਆ, ਐਸੀ ਤਾਂ ਕੋਈ ਸ਼ਖਸੀਅਤ ਹਜੇ ਹੈ ਨਹੀਂ। ਲੇਕਿਨ ਜੋ ਸਾਡੇ ਕੋਲੋਂ ਗਲਤੀਆਂ ਹੋਈਆਂ, ਅੱਗੇ ਅਸੀਂ ਗਲਤੀਆਂ ਨਹੀਂ ਕਰਾਂਗੇ। ਸਾਨੂੰ ਕੋਈ ਵੀ ਆ ਕੇ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੈ ਜੀ 1984 ਦਾ ਦੁਖਾਂਤ ਨਹੀਂ ਚਾਹੀਦਾ, 1947 ਜੇ ਸਾਨੂੰ ਨਹੀਂ ਚਾਹੀਦਾ, ਸਾਨੂੰ ਕੋਈ ਵੀ ਕਹੇ ਜੀ ਤੁਹਾਡੇ ਧਰਮ ਨੂੰ ਉਹਨਾਂ ਨੇ ਬੜਾ ਮਾੜਾ ਗਿਆ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਪਰਮਾਤਮਾ ਕੋਲੋਂ ਰੋਜ਼ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਂਦੇ ਹਾਂ। ਅਸੀਂ ਚਾਹੁੰਦੇ ਹਾਂ ਮੈਨੂੰ ਵੀ ਪਰਮਾਤਮਾ ਬਖਸ਼ੇ, ਮੇਰੇ ਪਰਿਵਾਰ ਨੂੰ ਵੀ ਬਖਸ਼ੇ, ਮੇਰੇ ਬੱਚਿਆਂ ਨੂੰ ਵੀ ਬਖਸ਼ੇ। ਤੇ ਜੇ ਕਿਸੇ ਨੇ ਸਾਡੇ ਧਰਮ ਨੂੰ ਮਾੜਾ ਕੀਤਾ ਹੈ, ਜੇ ਕਿਸੇ ਨੇ, ਮੈਂ ਔਨ ਦੀ ਏਅਰ ਬੋਲ ਰਿਹਾ, ਔਨ ਦੀ ਏਅਰ, ਕਈ ਬੰਦੇ ਕਹਿੰਦੇ ਜੀ ਉਹਨੇ ਤੁਹਾਡੇ ਨਾਲ ਮਾੜਾ ਕੀਤਾ ਆਪੇ ਪਰਮਾਤਮਾ ਨੂੰ ਸਜ਼ਾ ਦੇਗਾ। ਕਿਉਂ ਭਾਈ? ਨੋ। ਮੈਂ ਕਦੇ ਨਹੀਂ ਕਹਾਂਗਾ ਜੇ ਕਿਸੇ ਨੇ ਯੁੱਧਵੀਰ ਜਸਵਾਲ ਨਾਲ ਮਾੜਾ ਕੀਤਾ, ਵਾਈ ਮੀਡੀਆ ਨਾਲ ਜਿੰਨਾ ਮਰਜ਼ੀ ਕੋਈ ਮਾੜਾ ਕਰੀ ਜਾਏ, ਔਨ ਦੀ ਏਅਰ ਬੋਲ ਰਿਹਾ, ਔਨ ਦੀ ਏਅਰ, ਇਹ ਰਿਕਾਰਡ ਰੱਖ ਲੈਣਾ ਰਹਿੰਦੀ ਦੁਨੀਆ ਤੱਕ। ਜੇ ਕੋਈ ਯੁੱਧਵੀਰ ਜਸਵਾਲ ਨਾਲ ਕੋਈ ਮਾੜਾ ਕਰ ਰਿਹਾ, ਕੋਈ ਵਾਈ ਮੀਡੀਆ ਨਾਲ ਮਾੜਾ ਕਰ ਰਿਹਾ, ਪਰਮਾਤਮਾ, ਮੈਂ ਕਦੇ ਨਹੀਂ ਕਹਾਂਗਾ ਉਹਨੂੰ ਸਜ਼ਾ ਦੇ ਜਾਂ ਪਰਮਾਤਮਾ ਇਨਸਾਫ ਦੇ। ਨਹੀਂ, ਬਿਲਕੁਲ ਕਹਿ ਨਹੀਂ ਸਕਦਾ, ਕਿਉਂਕਿ ਮੈਂ ਆਪਣੇ ਲਈ ਮੰਗ ਕਰਦਾ, ਮੈਂ ਆਪਣੇ ਲਈ ਰੋਜ਼ ਮੰਗ ਕਰਦਾ ਦੋ ਚੀਜ਼ਾਂ ਰੋਜ਼ ਸਵੇਰੇ। ਪਹਿਲੀ ਚੀਜ਼ ਸ਼ੁਕਰ ਹੈ ਪਰਮਾਤਮਾ ਦਾ, ਕਿਉਂਕਿ ਸਾਡੇ ਵਰਗੇ ਇਨਸਾਨਾਂ ਨੂੰ ਪਰਮਾਤਮਾ ਨੇ ਇੰਨਾ ਕੁਝ ਦਾਲ ਫੁਲਕਾ ਖਾਣ ਜੋਗਾ ਕਰ ਦਿੱਤਾ, ਇੰਨਾ ਕੁਝ ਕਰ ਦਿੱਤਾ। ਅੱਜ ਲੋਕ 10 ਸਾਲ ਦੀ, 15 ਸਾਲ ਦੀ, 20 ਸਾਲ ਦੀ, 30 ਸਾਲ ਦੀ ਉਮਰ ਹੁੰਦੀ ਹੈ, ਬੜੀ ਸਾਰੇ ਅਨਫੋਰਚੂਨੇਟ ਇੰਸੀਡੈਂਟ ਹੋ ਜਾਂਦੇ। ਯੁੱਧਵੀਰ ਜਸਵਾਲ 49 ਈਅਰਸ 올ਡ ਔਰ 50 ਹੋ ਜਾਣੇ ਨੇ ਅਗਲੇ ਸਾਲ। ਜ਼ਿੰਦਗੀ ਦੇ ਰਿਹਾ ਪਰਮਾਤਮਾ ਤੁਹਾਨੂੰ, ਦਾਲ ਫੁਲਕਾ ਤੁਹਾਨੂੰ ਪਰਮਾਤਮਾ ਦੇ ਰਿਹਾ। ਬਾਹਰ ਬੈਕਯਾਰਡ ਦੇਖਦਾ, ਵਾਹ ਜੀ ਵਾਹ, ਉੱਥੇ ਕਿੰਨਾ ਵਧੀਆ ਨੇਚਰ ਹੈ, ਸਾਰਾ ਕੁਝ ਇੰਨਾ ਵਧੀਆ ਹੈ। ਔਰ ਮੈਂ ਗਲਤੀਆਂ ਦਾ ਪੁਤਲਾ, ਕੱਲ ਮੇਰੇ ਕੋਲ 1000 ਗਲਤੀਆਂ ਸੀ, ਸਿਰਫ ਇੰਨਾ ਹੀ ਕਰ ਰਿਹਾ ਵੀ ਜਿਹੜੀਆਂ ਮੇਰੇ ਅੰਦਰ ਕੱਲ 1000 ਖਰਾਬ ਚੀਜ਼ਾਂ ਸੀ, ਅੱਜ 999, ਕੱਲ 998, ਹੌਲੀ ਹੌਲੀ ਉਹਨੂੰ ਠੀਕ ਕਰੀਏ। ਤੇ ਜਦੋਂ ਮੈਂ ਪਰਮਾਤਮਾ ਤੋਂ ਇਹ ਉਮੀਦ ਰੱਖਦਾ ਹਾਂ ਕਿ ਰੋਜ਼ ਮੈਨੂੰ ਬਖਸ਼ਿਆ ਜਾਏ, ਸਾਡੇ ਪਰਿਵਾਰ ਨੂੰ ਬਖਸ਼ਿਆ ਜਾਏ, ਤੇ ਫਿਰ ਜੇ ਕੋਈ ਸਾਡੇ ਖਿਲਾਫ, ਧਰਮ ਬਾਰੇ ਸਾਡੇ ਖਿਲਾਫ ਕੋਈ ਗੱਲ ਕਰਦਾ, ਸਾਡੇ ਧਰਮ ਬਾਰੇ, ਸਾਡੇ ਦੇਸ਼ ਬਾਰੇ ਕੋਈ ਵੀ ਕੁਝ ਵੀ ਕਹਿੰਦਾ, ਕੋਈ ਗੱਲ ਨਹੀਂ। ਉਨਾ ਹੀ ਪਿਆਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਤੁਹਾਨੂੰ ਦੇਣਾ ਹੀ ਦੇਣਾ ਪਿਆਰ। ਪਰਮਾਤਮਾ ਨੇ ਤੁਹਾਨੂੰ ਪੁੱਛ ਕੇ ਨਹੀਂ ਕਿਸੇ ਨੂੰ ਸਜ਼ਾ ਦੇਣੀ, ਮੈਨੂੰ ਪੁੱਛ ਕੇ ਕਿਸੇ ਨੂੰ ਸਜ਼ਾ ਨਹੀਂ ਦੇਣੀ। ਪਰਮਾਤਮਾ ਨੇ ਤਾਂ ਪਿਆਰ ਦੇਣਾ ਹੀ ਦੇਣਾ ਹੈ। ਇਸ ਸਟੂਡੀਓ ਦੇ ਦਰਵਾਜ਼ੇ ਦੇ ਅੰਦਰ ਜੇ ਕੋਈ ਆ ਕੇ ਕਹਿੰਦਾ ਹੈ ਕਿ ਯੁੱਧਵੀਰ ਤੇਰੇ ਖਿਲਾਫ, ਵਾਈ ਮੀਡੀਆ ਦੇ ਖਿਲਾਫ ਆ ਹੋਇਆ, ਯੁੱਧਵੀਰ ਤੇਰੇ ਖਿਲਾਫ ਆ ਹੋਇਆ, ਔਰ ਉਹਦੇ ਪਿੱਛੇ ਹੀ ਉਹ ਬੰਦਾ ਆ ਜਾਵੇ ਸਟੂਡੀਓ ਦੇ ਵਿੱਚ, ਤੇ ਉਹਨੂੰ ਉਨਾ ਹੀ ਪਿਆਰ ਮਿਲੇਗਾ, ਉਨਾ ਹੀ ਪਿਆਰ ਮਿਲੇਗਾ। ਜੇ ਮੇਰੀ ਜੱਫੀ ਦੇ ਵਿੱਚ ਕਿਤੇ ਵੀ ਕੋਈ ਕਮੀ ਆ ਗਈ, ਫਿਰ ਮੇਰੀ ਟ੍ਰੇਨਿੰਗ ਕਿਤੇ ਨਾ ਕਿਤੇ ਫੇਲ ਹੋ ਰਹੀ ਹੈ। ਬਾਕੀ 1000
ਚੈਲੰਜਸ ਮੇਰੇ ਅੰਦਰ ਵੀ 1000 ਗੁਨਾਹ ਹੋ ਸਕਦੇ ਨੇ, 1000 ਖਾਮੀਆਂ ਹੋ ਸਕਦੀਆਂ, ਪਰ ਆਹ ਚੀਜ਼ ਕੁੱਟ ਕੇ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਯੁੱਧਵੀਰ ਜਸਵਾਲ ਜੀ ਤੁਸੀਂ ਪ੍ਰਮਾਤਮਾ ਤੋਂ ਉਮੀਦ ਕਰਦੇ ਹੋ ਰੋਜ਼, ਤੁਹਾਨੂੰ ਦੇਖੋ ਤਾਂ ਮੇਰੇ ਵਾਈਫ ਕਈ ਵਾਰ ਕਹਿੰਦੇ ਦੁਨੀਆ 'ਚ ਟੈਲੈਂਟ ਭਰਿਆ ਪਿਆ, ਤੁਹਾਡੇ ਅੰਦਰ ਕੀ ਹੈ, ਨੌਲੇਜ ਹੈ, ਸਭ ਕੁਛ ਹੈ, ਉਹ ਦੁਨੀਆ ਭਰੀ ਪਈ ਹੈ, ਸ਼ੁਕਰ ਕਰੋ ਉਸ ਪ੍ਰਮਾਤਮਾ ਦਾ, ਸ਼ੁਕਰ ਪ੍ਰਮਾਤਮਾ ਨੇ ਲਿਆ ਕੇ ਅੱਜ ਦਾਲ ਫੁਲਕਾ ਖਾਣ ਜੋਗਾ ਕਰ ਦਿੱਤਾ। ਸੋ ਇਸ ਕਾਰਨ ਆਪਣੇ ਅੰਦਰ ਕੁੱਟ ਕੇ ਭਰ ਲਓ। ਮੈਨੂੰ ਕੋਈ ਕਹੇਗਾ ਜੀ ਤੁਹਾਡੇ ਧਰਮ ਨੂੰ ਕਿਸੇ ਨੇ ਮਾੜਾ ਕਹਿਤਾ, ਤੁਹਾਡੇ ਧਾਰਮਿਕ ਸਥਾਨ ਤੇ ਕੋਈ ਅਟੈਕ ਹੋਇਆ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਮੈਂ ਕੀ ਕਰ ਰਿਹਾ, ਅਸੀਂ ਇਸ ਸਮਾਜ ਨੂੰ ਕਿਸ ਤਰ੍ਹਾਂ ਦਾ ਸਮਾਜ ਛੱਡ ਕੇ ਜਾਣਾ ਚਾਹੁੰਦੇ ਹਾਂ ਆਪਣੇ ਆਉਣ ਵਾਲੇ ਬੱਚਿਆਂ ਲਈ। 2-4 ਬੰਦਿਆਂ ਵਾਸਤੇ, 2 4 6 8 10 ਜਿੰਨੇ ਵੀ ਬੰਦਿਆਂ ਵਾਸਤੇ ਕੋਈ ਆਸਾਨੀ ਪੈਦਾ ਕਰ ਸਕਦੇ ਹਾਂ, ਕੋਈ ਕਿਸੇ ਨੂੰ ਇੰਸਪਾਇਰ ਕਰ ਸਕਦੇ ਹਾਂ, ਕਿਸੇ ਨੂੰ ਮੁਸਕਰਾਹਟ ਦੇਣਾ ਵੀ ਕੋਈ ਚੀਜ਼ ਦੇਣਾ ਹੈ। ਵਟ ਆਰ ਵੀ ਗਿਵਿੰਗ ਟੂ ਦਿਸ ਸੋਸਾਇਟੀ, ਕਿਸੇ ਨੂੰ ਇੰਸਪਾਇਰ ਕਰ ਸਕਦੇ ਹਾਂ, ਕਿਸੇ ਨੂੰ ਪੜ੍ਹਾ ਲਿਖਾ ਸਕਦੇ ਹਾਂ, ਕਿਸੇ ਦੇ ਅਸੀਂ ਅੱਜ 2 ਵਕਤ ਦੀ ਰੋਟੀ ਲਈ ਜੇ ਕੋਈ ਚਾਹੁੰਦਾ ਹੈ ਕਿ ਮੇਰੀ ਕੋਈ ਸਪੋਰਟ ਹੋਵੇ, ਕੋਈ ਅਸੀਂ ਸਪੋਰਟ ਕਰ ਸਕਦੇ ਹਾਂ। ਇਹ ਸਭ ਤੋਂ ਵੱਡਾ ਧਰਮ ਹੈ। ਜਦੋਂ ਵੀ ਕਿਤੇ ਕੁਝ ਮਾੜਾ ਹੁੰਦਾ, ਦੇਖੋ ਦੁਨੀਆ 'ਚ ਮਾੜਾ ਹੋ ਰਿਹਾ ਹੈ ਇਸ ਵੇਲੇ, ਐਜ਼ ਵੀ ਸਪੀਕ ਦੁਨੀਆ ਦੇ ਵਿੱਚ ਕਤਲ ਵੀ ਹੋ ਰਹੇ ਨੇ, ਐਜ਼ ਵੀ ਸਪੀਕ ਦੁਨੀਆ ਦੇ ਵਿੱਚ ਰੇਪ ਵੀ ਹੋ ਰਹੇ ਨੇ, ਦੁਨੀਆ 'ਚ ਬੜਾ ਕੁਝ ਹੋ ਰਿਹਾ ਹੈ। ਮੈਂ ਕਈ ਵਾਰ ਖਬਰਾਂ ਪੜ੍ਹਦਾ ਰਹਿਣਾ, ਫਿਰ ਸੋਚਦਾ ਰਹਿਣਾ ਕਿ ਇੰਨਾ ਕੁਝ ਹੋ ਰਿਹਾ ਹੈ, ਕਿੱਦਾਂ ਠੀਕ ਕਰੀਏ, ਪਰਮਾਤਮਾ ਕਿੱਥੇ ਹੈ। ਮੈਂ ਪਰਮਾਤਮਾ ਦੇ ਵੀ ਸਵਾਲ ਕਈ ਵਾਰ ਪੁੱਛ ਲੈਂਦਾ, ਪਰਮਾਤਮਾ ਕਿੱਥੇ ਹੈ, ਇੰਨਾ ਕੁਝ ਹੋ ਹੀ ਜਾ ਰਿਹਾ। ਫਿਰ ਮੈਂ ਆਪਣੇ ਤੇ ਗੱਲ ਕਰਦਾ, ਯੁੱਧਵੀਰ ਜਸਵਾਲ ਜੀ 1000 ਗੁਨਾਹ ਤਾਂ ਤੁਸੀਂ ਵੀ ਕਰਦੇ ਹੋ, ਤੁਹਾਡੇ ਕੋਲ ਵੀ 1000 ਗਲਤੀਆਂ ਹੁੰਦੀਆਂ ਨੇ। ਫਿਰ ਆਨਸਰ ਕੀ ਆ ਗਿਆ, ਜੋ ਕੁਝ ਵੀ ਮੇਰੇ ਕੋਲੋਂ ਚੰਗਾ ਹੋ ਸਕਦਾ ਹੈ। ਜਦੋਂ ਵੀ ਕਿਤੇ ਕਈ ਵਾਰ ਦੁੱਖ ਬੜਾ ਹੁੰਦਾ, ਖਬਰ ਸੁਣੀ ਦੀ ਹੈ ਇਹਦਾ ਕਤਲ ਹੋ ਗਿਆ, ਉਹਦਾ ਮਰਡਰ ਹੋ ਗਿਆ, ਫਿਰ ਬੜਾ ਦੁੱਖ ਲੱਗਦਾ, ਯਾਰ ਬੜੇ ਮਾੜੇ ਬੰਦੇ ਸੀ, ਇੰਨੇ ਬੇਰਹਿਮ ਬੰਦੇ, ਇੱਦਾਂ ਕਰਕੇ ਫਿਰ ਆਪਣੇ ਆਪ ਨੂੰ ਸਵਾਲ ਕਰੀਦਾ, ਛੱਡ ਦੇ ਭਾਈ ਸਾਹਿਬ, ਤੁਸੀਂ ਕੀ ਚੰਗਾ ਕਰ ਸਕਦੇ ਹੋ। ਦੁਨੀਆ ਨੇ ਜੱਜ ਸਹੀ ਕਰਨਾ ਗਲਤ ਕਰਨਾ ਛੱਡ ਦਿਓ। ਕੋਈ ਕਹਿੰਦਾ ਯੁੱਧਵੀਰ ਜੀ ਤੁਹਾਡੀ ਕੀ ਲੈਗੇਸੀ ਹੋਏਗੀ। ਮੈਂ ਕਹਾਂ ਜੀ ਅੱਜ 90% ਲੋਕਾਂ ਨੂੰ ਪੁੱਛ ਲਓ, ਉਹਨਾਂ ਨੂੰ ਇਹ ਕਹੋ ਜੀ ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ, 90% ਲੋਕਾਂ ਨੂੰ ਨਹੀਂ ਪਤਾ ਹੋਏਗਾ। ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ, 90% ਲੋਕਾਂ ਨੂੰ ਨਹੀਂ ਪਤਾ ਹੋਏਗਾ। ਪਿਛਲੇ 1 ਮਹੀਨੇ 'ਚ ਕਿੰਨੀ ਕੁ ਵਾਰੀ ਹਿਟਲਰ ਤੇ ਐਲਬਰਟ ਆਇਨਸਟਾਈਨ ਨੂੰ ਯਾਦ ਕੀਤਾ। ਹਿਟਲਰ ਮਾੜੇ ਤੋਂ ਮਾੜਾ ਕੰਮ ਕਰ ਗਿਆ, ਐਲਬਰਟ ਆਇਨਸਟਾਈਨ ਸਾਹਿਬ ਚੰਗੇ ਤੋਂ ਚੰਗੇ ਕੰਮ ਕਰ ਗਏ। ਪਿਛਲੇ 1 ਮਹੀਨੇ 'ਚ ਕਿੰਨੀ ਵਾਰੀ ਯਾਦ ਕੀਤਾ। ਇਸ ਕਾਰਨ ਲੈਗੇਸੀ ਛੱਡ ਦਿਓ ਕਿ ਕੀ ਮੇਰੀ ਲੈਗੇਸੀ ਹੋਏਗੀ, ਮੇਰਾ ਨਾਮ ਰਹੇਗਾ, ਨਹੀਂ, ਉਹਨੂੰ ਛੱਡ ਦਿਓ। ਅੱਜ ਇਸ ਘੜੀ ਦੇ ਵਿੱਚ ਜੇ ਅਸੀਂ ਚਾਹੁੰਦੇ ਹਾਂ ਆਪਣੀ ਜਨਰੇਸ਼ਨ ਵਾਸਤੇ ਔਰ ਆਪਣੇ ਸਕੂਨ ਵਾਸਤੇ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਕ ਬੈਟਰ ਸੁਸਾਇਟੀ ਛੱਡ ਕੇ ਜਾਣਾ। ਦੇਖੋ ਜਿਹੜੇ ਲੋਕ ਅੱਜ, ਮੈਂ ਤਾਂ ਬਾਰ-ਬਾਰ ਗੱਲ ਕਰਨਾ, ਕਈ ਬੰਦੇ ਫਿਰ ਉਹ ਕਹਿੰਦੇ ਜੀ ਤੁਸੀਂ ਤਾਂ ਬਜ਼ੁਰਗਾਂ ਵਾਲੀ ਗੱਲਾਂ ਕਰਨ ਲੱਗ ਪਏ ਹੋ। ਜਿਹੜੇ ਬੰਦੇ 35 ਸਾਲ ਕ੍ਰਾਸ ਕਰਕੇ 70 ਸਾਲ ਐਵਰੇਜ ਏਜ ਆ, ਸੈਕਿੰਡ ਇਨਿੰਗਸ ਚੱਲ ਰਹੀ ਹੈ ਉਹਨਾਂ ਦੀ 36 37 38, ਉਹ 35 ਸਾਲ ਜਿੰਨੇ ਵੀ ਬੰਦੇ ਕ੍ਰਾਸ ਕਰ ਗਏ, ਉਹ ਬਸ ਇਹ ਸੋਚਣ ਕਿ ਹੁਣ ਜਿਹੜੀ ਸੈਕਿੰਡ ਇਨਿੰਗਸ ਚੱਲ ਰਹੀ ਹੈ ਪਤਾ ਨਹੀਂ ਕਦੋਂ ਸੈਕਿੰਡ ਇਨਿੰਗ ਵਿੱਚ ਰਨ ਆਊਟ ਵੀ ਹੋ ਸਕਦੇ ਆ, ਸਟੰਪ ਆਊਟ ਵੀ ਹੋ ਸਕਦੇ ਆ, ਕੈਚ ਆਊਟ ਵੀ ਹੋ ਸਕਦੇ ਆ। ਹੁਣ ਤਾਂ ਇਹੀ ਸੋਚੋ ਕਿ ਸੈਕਿੰਡ ਇਨਿੰਗ 'ਚ ਜਿੰਨਾ ਕੋਈ ਚੰਗਾ ਕੰਮ ਕਰਕੇ ਨਿਕਲ ਜਾਓ, ਉਸ ਤੋਂ ਬਾਅਦ ਲੋਕਾਂ ਨੂੰ ਜੱਜ ਕਰਨ ਦਿਓ। ਗਲਤੀਆਂ ਵੀ ਹੋਣਗੀਆਂ, ਕੋਈ ਗੱਲ ਨਹੀਂ। ਭਗਵਾਨ ਬੁੱਧ ਜੀ ਸਾਫ਼ ਕਹਿੰਦੇ ਨੇ, ਭਗਵਾਨ ਬੁੱਧਾ ਜੀ ਕਹਿੰਦੇ ਨੇ ਸਭ ਤੋਂ ਜ਼ਿਆਦਾ ਤੁਹਾਡੀ ਮਾਫੀ ਦਾ ਹੱਕਦਾਰ ਤੁਸੀਂ ਹੋ। ਸਭ ਤੋਂ ਪਹਿਲਾਂ ਆਪਣੇ ਗਲਤੀਆਂ ਹੋਣਗੀਆਂ, ਕੋਈ ਗੱਲ ਨਹੀਂ, ਫਿਰ ਚੰਗਾ ਕੰਮ ਕਰਦੇ ਰਹੋ। ਸਪਿਰਿਚੁਅਲਿਜ਼ਮ ਦੇ ਵਿੱਚ 2 ਹੀ ਗੱਲਾਂ ਗਲਤ ਹੋ ਸਕਦੀਆਂ। ਇੱਕ ਇਹ ਹੈ ਤੁਸੀਂ ਇੱਕ ਸਹੀ ਕੰਮ ਕਰਨ ਵਾਲੀ ਤੁਰੇ ਤਾਂ ਦੂਸਰਾ ਛੱਡ ਦਿੱਤਾ। ਕੋਈ ਚੰਗਾ ਕੰਮ ਕਰਨ ਦਾ ਸੋਚ ਰਹੇ ਹੋ ਨਾ, ਕੁਝ ਵੀ ਚੰਗਾ ਕੰਮ ਕਰਨ ਦੇ ਬਾਰੇ ਸੋਚ ਰਹੇ ਹੋ, 2 ਹੀ ਗਲਤੀਆਂ ਨੇ, ਤੀਸਰੀ ਗਲਤੀ ਕੋਈ ਨਹੀਂ ਹੈ ਕਿ ਜਾਂ ਇੱਕ ਸ਼ੁਰੂਆਤ ਨਹੀਂ ਕੀਤੀ ਤੇ ਜਾਂ ਫਿਰ ਉਹਨੂੰ ਵਿੱਚ ਹੀ ਛੱਡ ਦਿੱਤਾ। ਨੈਕਸਟ ਕਾਲ ਜੀ, ਚੈਨਲ ਵਾਈਜ਼ ਤੋਂ ਸਵਾਗਤ ਹੈ। ਇਸ਼ਾਰਾ ਹੋ ਰਿਹਾ ਜੀ, ਅਸੀਂ ਕੁਝ 1-2 ਕਾਲਸ ਲੈ ਕੇ ਰੈਪ ਅਪ ਕਰਨ ਦੇ ਹੁਕਮ ਆ ਚੁੱਕੇ ਨੇ ਜੀ। ਯੁੱਧਵੀਰ ਜੀ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਦਾਸ ਇਕਬਾਲ ਸਿੰਘ ਬੋਲਦਾ ਹੈ। ਸਤਿ ਸ੍ਰੀ ਅਕਾਲ ਜੀ ਇਕਬਾਲ ਸਿੰਘ ਜੀ, ਕੀ ਕਹਿਣਾ ਚਾਹੋਗੇ ਜੀ। ਦਾਸ ਨੇ 1947 ਵੀ ਵੇਖੀ ਬੜੀ ਚੰਗੀ ਤਰ੍ਹਾਂ ਯਾਦ ਆ, 1984 ਵੀ ਦੇਖੀ ਬੜੀ ਚੰਗੀ ਤਰ੍ਹਾਂ ਯਾਦ ਆ। ਰਾਤ ਮੋਗੇ ਫੋਨ ਕੀਤਾ, ਇੱਕ ਸੱਜਣ ਕਹਿੰਦਾ, ਦੂਜੇ ਕਹਿੰਦਾ ਜੀ ਅਸੀਂ 1947 ਕਿਤਾਬਾਂ ਦੇ ਵਿੱਚ ਪੜ੍ਹੀ, ਦੂਸਰਾ ਕਹਿੰਦਾ ਚਿੰਤਾ ਨਾ ਕਰ ਤੇਰੀ ਜ਼ਿੰਦਗੀ ਦੇ ਅੰਦਰ ਫਿਰ 1947 ਵਰਗੇ ਹਾਲਤ ਪੈਦਾ ਹੋ ਜਾਣਗੇ, ਇਸ ਵਿੱਚ ਸ਼ੱਕ ਹੀ ਕੋਈ ਨਹੀਂ ਹੈ। ਸਾਨੂੰ 1947 ਚ ਮੇਰਾ 32 ਕਰੋੜ ਦੇ ਕਰੀਬ ਆਬਾਦੀ ਸੀ ਤੇ 10 ਲੱਖ ਲੋਕ ਉਸ ਵੇਲੇ ਮਾਰਿਆ ਗਿਆ ਸੀ, ਹਿੰਦੂ ਸਿੱਖ ਮੁਸਲਮਾਨ। ਅਗਰ ਉਸ ਵੇਲੇ ਬਾਰਿਸ਼ ਆ ਕੇ ਮੀਂਹ ਵਗੈਰਾ ਤੂਫਾਨ ਵਗੈਰਾ ਹੜ੍ਹ ਨਾ ਆਉਂਦੇ, ਲਾਸ਼ਾਂ ਦੇ ਇੰਨਾ ਸੜਿਆਲ ਹੋ ਜਾਣਾ ਸੀ, ਬੜੀਆਂ ਬਿਮਾਰੀਆਂ ਫੈਲ ਜਾਣੇ। ਮੈਂ ਆਪ ਦੇਖਿਆ ਲਾਸ਼ਾਂ ਦੇ ਟੁਕੜੇ ਹੋਏ ਵੇ। ਔਰ ਮੇਰਾ ਫਾਦਰ ਸਾਹਿਬ ਉਸ ਵੇਲੇ ਪੁਲਿਸ 'ਚ ਹੁੰਦਾ ਸੀ, ਮੋਗੇ ਥਾਣੇ ਦੇ ਵਿੱਚ। ਇੱਕ ਵੀ ਮੁਸਲਮਾਨ ਮੇਰੇ ਪਿੰਡ ਦੇ ਵਿੱਚ ਮਰ ਨਹੀਂ ਦਿੱਤਾ ਮੇਰੇ ਫਾਦਰ ਨੇ।
ਮੇਰੀ ਉਮਰ 82 ਸਾਲ ਹੋ ਗਈ। ਮੈਂ ਅੱਜ ਵੀ ਸੋਚਦਾ ਹਾਂ ਕਿ ਉਹਨੇ ਕਿਸੇ ਮੁਸਲਮਾਨ ਨੂੰ ਮਾਰਨ ਨਹੀਂ ਦਿੱਤਾ ਜੋ ਦੀ ਵਜ੍ਹਾ ਨਾਲ ਮੈਂ ਇੰਨੀ ਉਮਰ ਭੋਗ ਰਿਹਾ ਹੈਗਾ। ਸੰਨ 1984 ਵਿੱਚ ਦੋਨਾਂ ਦੀ ਗਲਤੀ ਸੀ, ਇੰਦਰਾ ਗਾਂਧੀ ਵੀ ਤੇ ਉਹ ਕਾਲੀਆਂ ਦੀ ਵੀ ਗਲਤੀ ਸੀ। ਕਾਲੀ ਵੇਖ ਲੈਂਦੇ ਵੀ ਹੁਣ ਅਸੀਂ ਸੱਤਾ 'ਚ ਨੇ, ਉਦੋਂ ਮੋਰਚੇ ਲਾ ਕੇ ਬਹਿ ਜਾਂਦੇ ਆ। ਇਹਨਾਂ ਨੇ ਧਰਮ ਯੁੱਧ ਮੋਰਚਾ ਲਾਇਆ, ਮੰਗਾਂ 4 ਕਹਿੰਦੇ ਸੀ ਸੈਂਟਰ ਰੱਖ ਲਏ, ਬਾਕੀ ਸਾਨੂੰ ਦੇ। ਅਗਰ ਸੈਂਟਰ ਗਵਰਨਮੈਂਟ 4 ਮੰਗਾਂ ਉਹ ਆਪਦੇ ਕੋਲੇ ਰੱਖ ਲੈਂਦੀ, ਚੀਜ਼ਾਂ ਬਾਕੀ ਦੇ ਦਿੰਦੀ, ਸ਼ਾਇਦ ਉਹ ਕੋਈ ਨਾ ਹੁੰਦਾ। ਇੱਕ ਨੂੰ ਉਸ ਵੇਲੇ ਹੁੰਦਾ ਕਿ ਇਹਨਾਂ ਨੇ ਰੱਖਤਾ ਆਨੰਦਪੁਰ ਦਾ ਪਤਾ। ਲੋਕ ਸੋਚਦੇ ਪਤਾ ਨਹੀਂ ਗਾਹ ਨੂੰ ਇਹ ਖਾਲਿਸਤਾਨ ਮੰਗਣ, ਗੱਲ ਕੁਛ ਬਣੀ। ਉਹ ਪੰਜਾਬ ਦਾ ਇੱਕ ਚੰਗਾ ਮਤਾ ਰੱਖ ਦਿੰਦੇ, ਬਾਕੀ ਸੂਬੇ ਵੀ ਤਾਂ ਭਾਲਦੇ ਹੀ ਸੀ ਨਾ। ਧਰਮ ਯੁੱਧ ਮੋਰਚਾ ਲਾਤਾ ਇਹਨਾਂ ਨੇ, ਇਹ ਸੋਚਿਆ ਵੀ ਸੰਤ ਜਰਨੈਲ ਸਿੰਘ ਹੁਣੀ ਸਾਡੀ ਮਦਦ ਕਰਨਗੇ। ਉਹ ਗੁਰਦੁਆਰਾ ਅੰਮ੍ਰਿਤਸਰ ਅੰਦਰ ਆ ਗਏ ਔਰ ਇਸ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਦੀ ਵਜ੍ਹਾ ਦੇ ਨਾਲ ਮੋਰਚਾ ਖੂਬ ਚੱਲਿਆ। ਜੱਟ ਵਿਚਾਰੇ ਆਉਂਦੇ ਸੀ ਸਵੇਰੇ, ਪੀਲੀ ਜਿਹੀ ਪੱਟੀ ਬੰਨ ਲਏ ਸੀ ਔਰ ਬੱਸਾਂ ਭਰ ਕੇ ਚਲੀਆਂ ਜਾਂਦੀਆਂ ਸੀ। ਤੀਜੇ ਦਿਨ ਫੇਰ ਮੁੜ ਆਉਂਦੇ ਸੀ, ਬਸ ਉਹੀ ਧੰਦਾ ਚੱਲਦਾ ਰਿਹਾ। ਜਦੋਂ ਦੇਖਿਆ ਕਾਲੀਆਂ ਨੇ ਵੀ ਸਾਥੋਂ ਜੋ ਆਏ, ਮੋਰਚਾ ਬੇਵਸ ਹੋ ਗਿਆ ਔਰ ਗੁਰਦੁਆਰੇ ਦੀ ਆਮਦਨ ਘਟ ਗਈ ਹੈਗੀ ਹੈ। ਦਾਸ ਸੰਤ ਜਰਨੈਲ ਸਿੰਘ ਦੇ ਕੋਲ ਹੀ ਬੈਠੇ ਸੀ। ਉਹ ਕਹਿੰਦੇ, ਉਹ ਦੱਸੋ ਭਾਈ ਗੁਰਮੁਖੋ, ਮੈਂ ਤੁਹਾਡੇ ਕੋਲੋਂ ਕਦੋਂ ਪੈਸੇ ਮੰਗਦਾ ਹੈਗਾ, ਤੁਸੀਂ ਆਪ ਮੱਥਾ ਟੇਕਦੇ ਆ। ਆ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਆ ਸਾਰੀ ਆਮਦਨ ਜੋ ਹੈ ਆਪਣਾ ਉੱਪਰ ਜਾਣ ਲੱਗੀ ਆ ਲੰਗਰ ਦੇ ਬਿਲਡਿੰਗ ਕੋਲੇ। ਹਾਂਜੀ ਇਕਬਾਲ ਜੀ, ਬਰੀਫ ਚ ਰੱਖਾਂਗੇ ਥੋੜਾ ਜਿਹਾ ਕਿਉਂਕਿ ਸਮੇਂ ਸਾਡਾ ਸਮਾਂ। ਉਸ ਵੇਲੇ 50,000 ਰੋਜ਼ ਦੀ ਆਮਦਨ ਘਟ ਗਈ ਸੀ ਤੇ ਇਹਨਾਂ ਅਕਾਲੀਆਂ ਨੂੰ ਚੁਭਣ ਲੱਗ ਗਈ ਸੀ। ਇਹਨਾਂ ਨੇ ਆਪ ਸੱਦਾ ਪੱਤਰ ਦਿੱਤਾ ਹੈਗਾ ਤੇ ਰਹਿੰਦੇ ਹੁੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਰਤੀ ਭਾਰਤੀ ਫੌਜ ਨੂੰ ਬਗਾਵਤ ਵਾਸਤੇ ਪ੍ਰੇਰਿਆ। ਉਸ ਤੇ ਅੱਜ ਤੱਕ ਕਿਸੇ ਨੇ ਮੁਕੱਦਮਾ ਨਹੀਂ ਚਲਾਇਆ। ਬਾਦਲ ਸਾਹਿਬ ਨੂੰ ਪੁੱਛੋ, ਜਿਹੜੇ ਫੌਜੀ ਜਵਾਨ ਉਸ ਵੇਲੇ ਸ਼ਹੀਦ ਹੋ ਗਏ ਔਰ ਉਹਨਾਂ ਦੀਆਂ ਵਿਧਵਾ ਰੋੜੀਆਂ, ਕੀ ਦਿੱਤਾ ਉਸਨੇ ਫੌਜੀਆਂ ਨੂੰ? ਕੱਖ ਨਹੀਂ। ਇਹ ਸਿਆਸੀ ਲੋਕ ਉਹੀ ਕੰਮ ਹੁਣ ਫੇਰ ਕਰ ਰਹੇ। ਇੱਕ ਚੰਗੀ ਪਾਰਟੀ ਆਈ ਹੈ ਲੇਕਿਨ ਇਸ ਨੂੰ ਇਹ ਟਿਕਟ ਨਹੀਂ ਦੇ ਰਹੇ। ਇਹੀ ਹਾਲਤ ਰਹੇ ਤੇ ਇਸ ਵਿੱਚ ਕੋਈ ਸ਼ੱਕ ਨਹੀਂ 1947 ਇਹ ਨੌਜਵਾਨਾਂ ਨੂੰ ਫਿਰ ਦੇਖਣੀ ਪਊਗੀ। ਸ਼ਾਇਦ ਅਸੀਂ ਤਾਂ ਨਾ ਦੇਈਏ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਔਰ ਗੁਰਦੀਪ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਹਾਂਜੀ ਗੁਰਦੀਪ ਜੀ। ਹਾਂਜੀ ਜਗਵੀਰ ਜੀ, ਤੁਹਾਨੂੰ ਵੀ ਤੇ ਪੈਨਲ ਮੈਂਬਰਸ ਨੂੰ ਜਿੰਨੇ ਵੀ ਦੇਖਣ ਜਿਹੜੇ ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਜਸਵੀ ਸਪੋਰਟ, ਸਤਿ ਸ੍ਰੀ ਅਕਾਲ ਜੀ। ਯਸਵੀ ਸਪੋਰਟ ਸਰ ਨਾਲ ਹੀ 84 ਨੂੰ ਯਾਦ ਕਰਦੇ ਉਹਨਾਂ ਸਾਰਿਆਂ ਨੂੰ ਜਾਣ ਪਾਉਣ ਵਾਲਿਆਂ ਨੂੰ ਪ੍ਰਣਾਮ ਔਰ ਉਹਨਾਂ ਸਾਰਿਆਂ ਨਾਲ ਹਮਦਰਦੀ ਆ ਜਿਹੜੇ ਸੰਤਾਪ ਹੰਡਾ ਰਹੇ ਆ। ਸੋ ਅਰਦਾਸ ਕਰਦੇ ਹਾਂ ਵਾਹਿਗੁਰੂ ਦੇ ਚਰਨਾਂ 'ਚ ਵੀ ਵਾਹਿਗੁਰੂ ਚ ਪਾਤਸ਼ਾਹ ਉਹਨਾਂ ਨੂੰ ਇਸ ਜਿਹੜੇ ਸੰਤਾਪ ਹੋ ਰਿਹਾ ਇਸ ਸੰਤਾਪ ਚੋਂ ਕੱਢਿਆ ਜਾਵੇ ਤੇ ਜਿੰਨੀ ਵੀ ਹੈਲਪ ਕਰ ਸਕਦੇ ਸਾਰਿਆਂ ਨੂੰ ਕਰਨੀ ਚਾਹੀਦੀ। ਔਰ ਮੈਂ ਤਾਂ ਜਦਵੀਰ ਜੀ ਜੋ ਮਨਮੋਹਨ ਸਿੰਘ ਜੀ ਕਹਿ ਗਏ ਜਾਂ ਪੈਸਾ ਹੋਰ ਆਇਆ ਸੀ, ਅੱਜ ਕੋਈ ਸ਼ਬਦ ਨਹੀਂ ਛੱਡੇ ਤੁਸੀਂ, ਮਤਲਬ ਜਿਹੜੇ ਅਸੀਂ ਕਹਿ ਸਕਦੇ ਹੋਈਏ। ਔਰ ਮੈਂ ਤਾਂ ਇਹ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਵੀ ਤੁਹਾਡਾ ਉਹ ਜਿੰਨੇ ਕੁ ਸ਼ਬਦ ਸੀ ਉਦੋਂ ਤੁਸੀਂ ਲਗਾਤਾਰ ਕੰਟੀਨਿਊ ਬੋਲੇ, ਉਹਨਾਂ ਨੂੰ ਪੈਨ ਪੁਆਇੰਟ ਕਰਕੇ ਤੁਹਾਡੇ ਪ੍ਰੋਗਰਾਮ ਦੀ ਕਿਤੇ ਸ਼ੁਰੂਆਤ ਵੀ ਤੁਸੀਂ ਰੱਖੀ ਵੀ ਇੰਨੇ ਵਜੇ ਤੋਂ ਸ਼ੁਰੂ ਹੁੰਦਾ, ਉਹਨੂੰ ਉਦੋਂ ਵੀ ਲਾਓ ਤੇ ਜਦੋਂ ਸਮਾਪਤ ਹੁੰਦੇ ਉਦੋਂ ਵੀ ਲਾਓ। ਚਾਹੇ ਇੱਕ ਮਿਡਲ ਦੇ ਵਿੱਚ ਵੀ ਕੋਈ ਟਾਈਮ ਦੇ ਦਿਓ ਤੇ ਉਹ ਸਪੀਚ ਆ ਜਿਹੜੀ ਤੁਹਾਡਾ ਪ੍ਰੋਗਰਾਮ ਜਦੋਂ ਤੱਕ ਰਹਿੰਦੀ ਦੁਨੀਆ ਤੇ ਚੱਲੇ ਤੇ ਉਹ ਸਪੀਚ ਤੁਹਾਡੀ 3 ਟਾਈਮ ਚੱਲਣੀ ਚਾਹੀਦੀ ਹੈ। ਮੇਰੀ ਹੱਥ ਜੋੜ ਕੇ ਬੇਨਤੀ। ਥੈਂਕ ਯੂ। ਤੁਸੀਂ ਉਹ ਸਾਰਾ ਕੁਛ ਹੀ ਕਹਿ ਗਏ, ਮਤਲਬ ਜਿਹੜਾ ਕੁਛ ਪਤਾ ਨਹੀਂ ਕਿਸ ਰੂਪ ਦੇ ਵਿੱਚ ਆ ਕੇ ਜਾਂ ਕਿਸ ਕੋਈ ਵੀ ਕਿੱਦਾਂ ਵੀ ਕਹਿਣਾ ਚਾਹੁੰਦਾ, ਅੱਜ ਤੁਸੀਂ ਉਹ ਸਾਰਾ ਕੁਛ ਸਮੇਟ ਕੇ ਰੱਖਤਾ। ਸੋ ਸਲੂਟ ਆ ਤੁਹਾਨੂੰ ਔਰ ਤੁਹਾਡੇ ਉਸ ਪਰਿਵਾਰ ਨੂੰ ਜਿਨ੍ਹਾਂ ਦੇ ਵਿੱਚ ਤੁਹਾਡੇ ਸਾਰੇ ਇਹ ਗੁਣ ਆਏ ਆ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਸੋ ਔਰ ਮੈਂ ਫਿਰ ਐਕਸਟਰਾ ਸਲੂਟ ਕਰਦਾ ਵੀ ਤੁਸੀਂ ਪਰ ਇਹ ਚੀਜ਼ ਨੂੰ ਰਿਲੀਜ਼ ਮੇਰੀ ਤੁਹਾਨੂੰ ਹਰ ਰੋਜ਼ ਇਹੀ ਉਦੋਂ ਤੱਕ ਅਪੀਲ ਰਹੂ ਜਦ ਤੱਕ ਤੁਹਾਡੇ 3 ਟਾਈਮ ਇਹ ਉਨੀ ਕੁ ਸਪੀਚ ਕੱਟ ਕੇ, ਮੈਂ ਨਹੀਂ ਕਹਿੰਦਾ ਵੀ ਬਾਕੀ ਸਾਰੀ ਸਪੀਚ, ਪੂਰਾ ਪ੍ਰੋਗਰਾਮ ਤਾਂ ਤੁਹਾਡਾ ਸਦਾ ਹੀ ਰਹਿੰਦਾ ਪਰ ਉਹ ਸ਼ਾਇਦ ਸੁਣੇ ਕੋਈ ਨਾ ਸੁਣੇ, ਪਰ ਅਸੀਂ ਚਾਹੁੰਦੇ ਹਾਂ ਜਿਹੜੀ ਉਹ ਤੁਹਾਡੀ ਉਨੀ ਕੁ ਸਪੀਚ ਆ 10 ਮਿੰਟ ਦੀ 3 ਟਾਈਮ ਪ੍ਰੋਗਰਾਮ ਦੇ ਵਿੱਚ ਚੱਲਦੀ ਰਹੇ, ਤਾਂ ਕਿ ਸ਼ਾਇਦ ਭਾਵੇਂ ਕੋਈ ਵੀ ਕਿਸੇ ਧਰਮ ਦਾ, ਭਾਵੇਂ ਕਿਸੇ ਦੇਸ਼ ਦਾ, ਕਿਸੇ ਕੰਟਰੀ ਦਾ, ਸ਼ਾਇਦ ਕਿਸੇ ਦਾ ਸੁਣ ਕੇ ਸਾਡੇ ਖਾਸ ਕਰਕੇ, ਚਲੋ ਤੁਹਾਡਾ ਉਹ ਪੰਜਾਬੀ 'ਚ ਆ ਤੇ ਈਵਨ ਜੇ ਉਹਨੂੰ ਟਰਾਂਸਲੇਟ ਕਰਕੇ ਇੰਗਲਿਸ਼ 'ਚ ਵੀ ਜਾਂ ਪਾਇਆ ਜਾ ਸਕਦਾ ਤਾਂ ਉਹ ਉਦੋਂ ਵੀ ਵਧੀਆ ਗੱਲ ਹੋਏਗੀ। ਸਭ ਲਈ ਸੁਨੇਹਾ ਉਹ ਦੁਨਿਆਵੀ ਤੌਰ ਦੇ ਉੱਤੇ ਜਿਹੜੇ ਵੀ ਦੁਨੀਆ ਭਾਵੇਂ ਕਿਸੇ ਧਰਮ 'ਚ ਨੇ, ਭਾਵੇਂ ਕਿਸੇ ਤਰ੍ਹਾਂ ਵੀ ਆ, ਜਿਹੜਾ ਧਰਮ ਦਾ ਫਲਸਫਾ ਉਹ ਸਭ ਦਾ ਇੱਕੋ ਹੀ ਇਨਸਾਨੀਅਤ ਆ।
ਔਰ ਸਰਕਾਰਾਂ ਨੂੰ ਵੀ ਇਹ ਇੱਕ ਦਿਨ ਸਾਰੀ ਚੀਜ਼ ਅਪਣਾਉਣੀ ਪਏਗੀ। ਧਰਮ ਨੂੰ ਜਿਸ ਤਰ੍ਹਾਂ ਆਪਣੇ ਇੱਥੇ ਅਜੇ ਕੋਈ ਬਹੁਤਾ ਰੌਲਾ ਨਹੀਂ, ਪਰ ਹੁਣ ਤਾਂ ਆਪਣੇ ਲੋਕਾਂ ਨੇ ਬਹੁਤ ਰੌਲਾ ਵਧਾ ਲਿਆ ਇਸ ਗੱਲ ਦਾ। ਧਰਮਾਂ ਇੱਥੇ ਵੀ ਉਹੀ ਬੋਲਬਾਲਾ ਹੋ ਗਿਆ ਜਿਹੜਾ ਅਸੀਂ ਪਿੱਛੇ ਛੱਡ ਗਿਆ ਸੀ। ਪਰ ਜਿਹੜਾ ਕੁਛ ਅੱਜ ਦੇਖੋ ਦੁਨੀਆ ਚੇਂਜ ਹੋ ਰਹੀ ਆ, ਕਿਉਂਕਿ ਵੈਪਨ ਦੀ ਦੁਨੀਆ ਚੋਂ ਸਾਰੀ ਦੁਨੀਆ ਨਿਕਲਣਾ ਚਾਹੁੰਦੀ ਹੈ। ਅੱਜ ਜਿਹੜੀ ਆਮ ਆਦਮੀ ਪਾਰਟੀ ਨੇ ਜੇ ਉੱਥੇ ਸਰਕਾਰ ਬਣਾਈ ਆ ਤਾਂ ਉਹਨਾਂ ਨੇ ਐਜੂਕੇਸ਼ਨ ਮਾਡਲ ਤੇ ਹੈਲਥ ਦਾ ਕਹਿ ਕੇ ਅੱਜ ਇਹ ਚੇਂਜ ਆਈ ਆ। ਔਰ ਇਹਨਾਂ ਲੋਕਾਂ ਦੀ ਵੀ ਸਾਰੇ ਕੰਟਰੀਆਂ ਦੀ ਇਹ ਮਜਬੂਰੀ ਡੇ ਬਾਏ ਡੇ ਬਣਦੀ ਜਾ ਰਹੀ ਹੈ ਜਿਸ ਹਿਸਾਬ ਨਾਲ ਵੈਪਨ ਦਾ ਗੱਲਬਾਤ ਚੱਲ ਰਹੀ ਹੈ। ਮੈਂ ਇਸ ਕਰਕੇ ਬਿਲਕੁਲ ਇਸ ਚੀਜ਼ ਨੂੰ ਬਹੁਤ ਜ਼ਿਆਦਾ ਕਹਿਣਾ ਵੀ ਸਾਨੂੰ ਪਹਿਲਾਂ ਸਿਹਤ ਜ਼ਰੂਰੀ ਹੈ ਸਾਡੀ, ਕਿਉਂਕਿ ਅੱਜ ਸਿਹਤਾਂ ਦੇ ਪੱਖੋਂ ਸਾਡੀਆਂ ਏਜ ਜਿਹੜੀ ਡੈਥ ਰੇਟ ਵੱਧਦਾ ਜਾ ਰਿਹਾ, ਘਟਦਾ ਜਾ ਰਿਹਾ, ਸਾਰਾ ਆਨੰਦ ਹੀ ਖਤਮ ਹੁੰਦਾ ਜਾ ਰਿਹਾ, ਜਾਂ ਰੋਗ ਹੀ ਇੰਨੇ ਲੱਗਦੇ ਜਾ ਰਹੇ ਆ। ਸਾਨੂੰ ਪਹਿਲਾਂ ਹੈਲਥ ਸਾਰੇ ਵਰਲਡ ਲਈ ਬਹੁਤ ਜ਼ਰੂਰੀ ਆ, ਇੰਪੋਰਟੈਂਟ ਆ। ਔਰ ਨੌਲੇਜ ਆ ਜਿਹੜੀ ਸਿੱਖਿਆ, ਅੱਜ ਸਾਡਾ ਪੰਜਾਬ ਜਾਂ ਭਾਰਤ ਦੇ ਵਿੱਚ ਜੇ ਆਮ ਆਦਮੀ ਪਾਰਟੀ ਇੰਨੀ ਛੇਤੀ ਵਧੀ ਆ, ਮੈਂ ਉਹਦਾ ਕਾਰਨ ਕੋਈ ਇਹੀ ਮੰਨਦਾ। ਔਰ ਮੈਂ ਉਹਦੇ ਲਈ ਅੱਜ ਜੇ ਇਹ ਵਰਕਆਊਟ ਕਰ ਰਹੇ ਇਸ ਲਈ ਕਰ ਰਿਹਾ, ਉਹ ਸਾਰਿਆਂ ਲਈ ਆ। ਔਰ ਜਿਹੜੀ ਗੱਲ ਆਪਾਂ ਕਰਦੇ ਹਾਂ, ਦੇਖੋ ਭਾਵੇਂ ਉਹ ਕਿਸੇ ਵੀ ਚੀਜ਼ ਦੀ ਟ੍ਰੇਨਿੰਗ ਆ, ਸਾਡੇ ਉੱਥੇ ਕਾਲਜਾਂ ਤੁਸੀਂ ਪੜ੍ਹ ਕੇ ਜੀ ਸਕੂਲਾਂ ਦੇ ਵਿੱਚ ਉਹ NSS ਦੇ ਕੈਂਪ ਲੱਗਦੇ ਹੁੰਦੇ ਆ। ਔਰ ਧਾਰਮਿਕ ਇੱਕ ਸਵੇਰੇ ਆਪਾਂ ਨੂੰ ਕਰਾਇਆ ਜਾਂਦਾ ਸਟਾਰਟਿੰਗ ਦੇ ਵਿੱਚ ਵੀ, ਮਤਲਬ ਉੱਥੇ ਕਮੀ ਕੋਈ ਨਹੀਂ, ਪਰ ਉਹਨਾਂ ਨੂੰ ਅਸਲੀ ਜਾਮਾ ਪਹਿਨਾਉਣ ਦੀ ਲੋੜ ਆ। ਉੱਥੇ ਹਰ ਚੀਜ਼ ਦੀ ਸਿੱਖਿਆ ਗਾਈਡੈਂਸ ਤਾਂ ਸਮੇਂ ਸਿਰ ਹਰੇਕ ਕਲਾਸ ਦਾ ਪੀਰੀਅਡ ਹੁੰਦਾ। ਤੁਸੀਂ ਕਿੰਨੇ ਨੇਚਰ ਦੇ ਨਾਲ ਕਿੰਨੇ ਕੁ ਲੋਕ ਉਹਦੇ 'ਚ ਕਰਾਉਂਦੇ ਆ, ਇਹ ਆਪਾਂ ਤੋਂ ਉੱਥੋਂ ਖੋਹਿਆ ਗਿਆ ਹੋਇਆ। ਔਰ ਇਹਦੇ 'ਚ ਲੋਕਾਂ ਨੂੰ ਵਿਸ਼ਵਾਸ ਕਰਨਾ ਪਏਗਾ। ਕਿਸੇ ਸਪੈਸ਼ਲ ਧਰਮ ਵੱਲੋਂ ਕਿਸੇ ਟ੍ਰੇਨਿੰਗ ਦੀ ਜ਼ਰੂਰਤ ਨਹੀਂ। ਧਰਮ ਦੇ ਵਿੱਚ ਤੁਹਾਨੂੰ ਸਾਰਾ ਕੁਝ ਸਿਖਾਇਆ ਜਾਂਦਾ। ਆਪਣਾ ਤਾਂ ਧਰਮ ਹੀ ਕਹਿੰਦਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸੋ ਸਾਡੇ ਕੋਲ ਤਾਂ ਇਹੋ ਜਿਹੀਆਂ ਚੀਜ਼ਾਂ ਦਾ ਕੋਈ ਨਾਂ ਤੇ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਜੇ ਕਿਸੇ ਨੂੰ ਕੋਈ ਸ਼ੱਕ ਆ ਤਾਂ ਜਿਹੜੀ ਪੁਰਾਣੀ ਹਿਸਟਰੀ ਹੈ ਜਾਂ ਪੁਰਾਣਾ ਸਾਡਾ ਕਲਚਰ ਆ, ਸੱਭਿਆਚਾਰ ਸਾਰੇ ਕੰਟਰੀਆਂ ਦਾ, ਉੱਥੋਂ ਤੁਸੀਂ ਸਿੱਖ ਸਕਦੇ ਹੋ। ਮੈਂ ਵੀ ਕਾਲਜ ਟਾਈਮ ਪੜ੍ਹਦਾ, ਮੈਨੂੰ ਕਿਤੇ ਸਪੈਸ਼ਲ ਹਥਿਆਰਾਂ ਦੀ ਟ੍ਰੇਨਿੰਗ ਭਾਵੇਂ ਨੌਕਰੀ ਦੇ ਬੇਸ ਤੇ ਵੱਖ ਮਿਲੀ, ਪਰ ਸਾਨੂੰ ਤਾਂ ਜਦੋਂ ਕਾਲਜਾਂ ਦੇ ਵਿੱਚ ਉਹ NSS ਕੈਂਪ ਲੱਗਦੇ ਸੀ ਉੱਥੇ ਸਿਖਾਇਆ ਜਾਂਦਾ ਸਾਰਾ ਕੁਛ। ਸੋ ਉਹ ਐਨਫ ਆ ਸਾਡੇ ਲਈ। ਉਹ ਤੁਹਾਨੂੰ ਆਪਣੀ ਸੇਫਟੀ ਲਈ ਜਾਂ ਤੁਹਾਨੂੰ ਸਾਰੀ ਚੀਜ਼ ਸਮੇਂ ਦਾ ਹਾਣੀ ਬਣਾਉਂਦੇ ਆ, ਪਰ ਇਹ ਨਹੀਂ ਕਿ ਵੀ ਤੁਹਾਨੂੰ ਅੱਜ ਜੇ ਆਪਾਂ ਕਹਿੰਦੇ ਵੈਪਨਾਂ ਦੇ ਨਾਲ ਸਾਰੀ ਦੁਨੀਆ ਲੈਸ ਹੋ ਜੂ, ਪਰਮਾਣੂ ਹਥਿਆਰ ਬਣ ਗਏ, ਤੇ ਉਹ ਤੋਂ ਜੇ ਪਰਮਾਣੂ ਹਥਿਆਰ ਬਣਾ ਵੀ ਦਿੱਤੇ ਫਿਰ ਲੋਕੀ ਡਰ ਵੀ ਰਹੀਆਂ ਨੇ, ਸਰਕਾਰਾਂ ਪੂਰਾ ਵਰਲਡ ਡਰ ਰਿਹਾ, ਕਿਤੇ ਉਹ ਚੱਲ ਨਾ ਜਾਣ, ਬਣਾਉਣ ਦੀ ਕੀ ਜ਼ਰੂਰਤ ਪੈ ਗਈ। ਇਹਦਾ ਮਤਲਬ ਸਾਨੂੰ ਬੈਕ, ਹੁਣ ਅੱਜ ਅਸੀਂ ਸਾਰੇ ਜਿੱਦਾਂ ਕਹਿੰਦੇ ਨੇ ਵੀ ਬੈਕ ਫੁੱਟ ਤੇ ਦੁਬਾਰਾ ਉਹ ਲਾਈਫ ਚਾਹੁੰਦੇ ਆ, ਹੱਥੀਂ ਕੰਮ ਕਰਨਾ ਚਾਹੁੰਦੇ ਆ। ਅੱਜ ਦੇਖੋ ਆ ਜਿੰਨੀਆਂ ਦਵਾਈਆਂ ਬੂਟੀਆਂ ਤੋਂ ਅਸੀਂ ਅੱਜ ਖੜਾ ਛਡਾਉਣਾ ਚਾਹੁੰਦੇ, ਦੂਸਰੀ ਖੇਤੀ ਕਰਨਾ ਚਾਹੁੰਦੇ, ਇਹ ਚੀਜ਼ਾਂ ਸਾਨੂੰ ਕਿੱਥੇ ਲੈ ਕੇ ਜਾਣਗੇ। ਉਹੀ ਜਿੱਥੋਂ ਦੁਨੀਆ ਸ਼ੁਰੂ ਹੋਈ ਸੀ, ਸਾਨੂੰ ਉਸੇ ਦੁਨੀਆ 'ਚ ਜਿਉਣਾ ਪਏਗਾ। ਉਹ ਅੱਜ ਜਿਉਂ ਲੋ, ਕੱਲ ਜਿਉਂ ਲੋ, ਨਹੀਂ ਤਾਂ ਕਹਿੰਦੇ ਹੁੰਦੇ ਵੀ ਇੱਕ ਘਰ ਤਮਾਸ਼ਾ ਦੇਦਾ ਸਾਰੇ ਕਿਤੇ ਆਉਣਾ। ਅੱਜ ਵੱਖਰੇ ਵੱਖਰੇ ਕੰਟਰੀ ਵੀ ਇਹੀ ਕੁਛ ਆ। ਸਾਨੂੰ ਅਸੀਂ ਖੁਸ਼ਕਿਸਮਤ ਆ ਵੀ ਸਾਡੇ ਦੇਸ਼ ਦੇ ਵਿੱਚੋਂ ਪਹਿਲੀ ਵਾਰੀ ਇਹ ਗੱਲ ਚੱਲੀ ਆ ਸਿੱਖਿਆ ਔਰ ਹੈਲਥ ਦੀ। ਮੈਂ ਸਲੂਟ ਕਰਦਾ ਇਸੇ ਕਰਕੇ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਅੱਜ ਤੱਕ ਮੰਨਦੇ ਆ। ਜਿਸ ਦਿਨ ਇਹਦੇ ਵਿੱਚ ਕੋਈ ਵੀ ਜ਼ਹਿਰ ਘੁਲ ਗਿਆ, ਉਸ ਦਿਨ ਕੋਈ ਸਾਡਾ ਨੇੜੇ ਨਹੀਂ ਲੱਗਦਾ। ਅਸੀਂ ਇਨਸਾਨੀਅਤ ਦੀ ਜੋ ਤੁਸੀਂ ਅੱਜ ਸਪੀਚ 'ਚ ਕਹਿ ਗਏ, ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇ ਪੂਰੇ ਵਰਲਡ ਦੇ ਵਿੱਚ ਇਹੋ ਜਿਹੀ ਵਰਡਿੰਗ ਜਿਹੜੀ ਤੁਸੀਂ ਬੋਲੀ ਹੈ ਸਾਰੇ ਅਪਣਾਉਣ ਔਰ ਉਹਦੇ ਤੇ ਪੈਰਾ ਦੇਣ। ਕਹਿਣ ਨਾਲ ਨਹੀਂ ਕੁਛ ਹੋਣਾ। ਤੁਹਾਨੂੰ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਦੋਂ ਅਸੀਂ ਕਹਿੰਦੇ ਵੀ ਜੇ ਕੁਝ ਤੁਹਾਡਾ ਬੁਰਾ ਕਰਦਾ ਤਾਂ ਉਹਨੂੰ ਕੋਈ ਪ੍ਰਮਾਤਮਾ ਉਹਨੂੰ ਵੀ ਸਮਤ ਬਖਸ਼ੇ। ਸਾਨੂੰ ਤਾਂ ਇਹੋ ਜਿਹੀ ਫਿਲਾਸਫੀ ਦੇ ਵਿੱਚੋਂ, ਸਾਨੂੰ ਇਹੋ ਜਿਹੇ ਧਰਮ ਦੇ ਵਿਰਸੇ 'ਚੋਂ ਮਿਲਿਆ ਸਾਰਾ ਕੁਛ। ਔਰ ਇਸੇ ਕਰਕੇ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ, ਇਹਨੂੰ ਇੰਗਲਿਸ਼ 'ਚ ਵੀ ਟ੍ਰਾਂਸਫਰ ਕਰਕੇ 3 ਟਾਈਮ ਤੁਹਾਡਾ ਉਹਨੂੰ ਕਿੰਗ ਪੈਨ ਕਰਕੇ ਰੱਖੋ ਪਲੀਜ਼, ਰੱਬ ਦਾ ਵਾਸਤਾ, ਕਿਉਂਕਿ ਸਾਨੂੰ ਲੋੜ ਅੱਜ ਸਮੇਂ ਦੀ। ਤੁਸੀਂ ਬਹੁਤ ਸਮਾਂ ਦਿੱਤਾ ਵੀ ਆ, ਹਾਲਾਂਕਿ ਮੈਨੂੰ ਪਤਾ ਅੱਜ ਆਮ ਆਦਮੀ ਪਾਰਟੀ ਨੇ ਕਿਸੇ ਇਹੋ ਜਿਹੇ ਚੈਨਲ ਨੂੰ ਨਹੀਂ ਸਮਝਿਆ ਜਾਂ ਨਹੀਂ ਸਮਾਂ ਦਿੱਤਾ, ਜਾਂ ਜਿਨ੍ਹਾਂ ਨੇ ਵੀ ਵਰਕਆਊਟ ਕੀਤਾ ਉਹਨਾਂ ਨੂੰ ਵੀ ਅਜੇ ਤੱਕ ਆਮ ਆਦਮੀ ਪਾਰਟੀ ਨੇ ਨਹੀਂ ਕੁਛ ਸਜਦਾ ਕੀਤਾ, ਪਰ ਉਹ ਇੱਕ ਚੰਗਾ ਕੰਮ ਕਰਦੇ ਆ। ਅਸੀਂ ਕਹਿੰਦੇ ਕਿਸੇ ਨੂੰ ਕ੍ਰੈਡਿਟ ਦੀ ਸਾਨੂੰ ਲੋੜ ਨਹੀਂ, ਪਰ ਜਿੱਦਾਂ ਕਿ ਉਸ ਫਲਸਫੇ ਦੇ ਉੱਤੇ ਵੱਧ ਰਹੇ ਆ ਤਾਂ ਅਸੀਂ ਉਦੋਂ ਤੱਕ ਉਹਨਾਂ ਦੇ ਨਾਲ ਜਾਨ ਮਾਰਨ ਤੱਕ ਜਾਵਾਂਗੇ। ਅਸੀਂ ਕਿਸੇ ਦੀ ਜਾਨ ਲੈਣ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਇਹ ਕਹਿੰਦੇ ਵੀ ਚੰਗਾ ਕੁਛ ਕਰ ਰਹੀ ਆ ਪਾਰਟੀ, ਉਹਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜੋ। ਇੱਥੇ ਵੀ ਸਾਨੂੰ ਇਹੀ ਬਣਾਉਣਾ ਪਏਗਾ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰ ਦਿੰਦਾ, ਅਸੀਂ ਇੱਥੋਂ ਜਿਵੇਂ ਕਹਿੰਦੇ ਆਪਦਾ ਇੱਥੋਂ ਵਿਗਾੜ ਲਿਆ, ਅਸੀਂ ਆਪਦੇ ਪੀੜੇ ਥੱਲੇ ਸੋਟਾ ਨਹੀਂ ਮਾਰ ਰਹੇ। ਅੱਜ ਅਸੀਂ ਸਾਨੂੰ ਇਹਨਾਂ ਕੰਟਰੀ ਨੇ ਜਗ੍ਹਾ ਦਿੱਤੀ ਆ, ਅਸੀਂ ਸਾਨਵੰਦ ਇਹਨਾਂ ਦੀ ਸਾਰੀ ਉਮਰ, ਪਰ ਅਸੀਂ ਇੱਥੇ ਖਰਾਬ ਕਰ ਰਹੇ ਹਾਂ। ਇੰਡੀਆ ਵਾਲਾ ਇੱਥੇ ਸਾਰਾ ਕੁਛ ਕਰਨਾ, ਇੰਡੀਆ ਦੇ ਵਿੱਚ ਇਹ ਮੁਹਿੰਮ ਸ਼ੁਰੂ ਹੋ ਗਈ, ਸਾਨੂੰ ਇੱਥੇ ਵੀ ਨਾਲ ਅਪਣਾਉਣੀ ਪਊ, ਪੂਰੇ ਵਰਲਡ ਨੂੰ ਅਪਣਾਉਣੀ ਪਊਗੀ ਇਹ ਮੁਹਿੰਮ। ਸੋ ਇੰਨੀਆਂ ਖਾਈਆਂ ਪ੍ਰਵਾਨ ਕਰੋ। ਤੇ ਮੇਰੀ ਫਿਰ ਲਾਸਟ ਦੇ ਵਿੱਚ ਹੱਥ ਜੋੜ ਕੇ ਤੁਹਾਨੂੰ ਇਹੀ ਬੇਨਤੀ ਹੈ, ਤੁਹਾਡਾ ਉਹ 3 ਟਾਈਮ ਪ੍ਰੋਗਰਾਮ ਦੇ ਉੱਤੇ ਕਿੰਗ ਪੈਨ ਨੂੰ ਕਰ ਦਿਓ, ਤਾਂ ਕਿ ਜੇ ਕਿਤੇ ਕਿਸੇ ਨੂੰ ਵੀ ਸੁਣਨਾ ਪੈ ਜੇ ਉਹ ਟਾਈਮ ਤੇ ਕੋਈ ਲਾਵੇ ਪ੍ਰੋਗਰਾਮ ਸੁਣਦਾ। ਜਿਵੇਂ ਕਹਿੰਦੇ ਨੇ ਵੀ ਮੈਂ ਹੁਣ ਉਹ ਗੱਲ ਨੂੰ ਜੋੜਨਾ ਨਹੀਂ ਚਾਹੁੰਦਾ ਉਸ ਪਾਸੇ, ਕਿਉਂਕਿ ਸਾਡੀ ਲੋਕ ਬੜੇ ਉਸ ਪਾਸੇ ਲੈ ਜਾਂਦੇ। ਜਿੱਦਾਂ ਆਪਾਂ ਇਲਾਹੀ ਬੋਲ ਕਹਿੰਦੇ ਹੁੰਦੇ ਨਾ, ਮੈਂ ਉਹਨਾਂ ਨੂੰ ਇਲਾਹੀ ਬੋਲ ਕਹਿੰਦਾ। ਮੈਂ ਬਾਕੀ ਮਾਫੀ ਮੰਗ ਲੈਣਾ ਜੇ ਕੋਈ
ਬੁਰਾ ਮਨਾਉਂਦਾ ਜਾਂ ਕੋਈ ਧਾਰਮਿਕ ਤੌਰ ਤੇ ਲੈਂਦਾ ਨਹੀਂ, ਪਰ ਮੈਂ ਇਨਸਾਨੀਅਤ ਦੇ ਨਾਤੇ ਕਹਿੰਦਾ ਉਹ ਇਲਾਹੀ ਬੋਲ ਨੇ ਅੱਜ ਦੇ ਤੁਹਾਨੂੰ। ਪਲੀਜ਼ ਪਲੀਜ਼ ਪਲੀਜ਼, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ ਗੁਰਦੀਪ ਜੀ। ਹੱਥ ਜੋੜ ਕੇ ਤੁਹਾਡਾ ਵੀ ਧੰਨਵਾਦ, ਔਰ ਇਸ ਮੌਕੇ ਦੇ ਉੱਤੇ ਮੈਂ ਹੱਥ ਜੋੜ ਕੇ ਸਾਰੀ ਕਮਿਊਨਿਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਫॉर ऑल द ਕਾਈਂਡ ਵਰਡਸ, ਫॉर ऑल द ਸਪੋਰਟ ਜੋ ਹਮੇਸ਼ਾ ਤੁਹਾਡੇ ਸਾਰਿਆਂ ਵੱਲੋਂ ਮਿਲਦੀ ਹੈਗੀ ਆ। ਗੁਰਦੀਪ ਜੀ, ਮੈਂ ਤੁਹਾਡੀ ਗੱਲ ਨੂੰ ਹੀ ਸਿਰਫ ਅੱਗੇ ਵਧਾ ਦਿੰਦਾ ਹੈ ਕਿ 2 ਪੁਆਇੰਟ ਇੱਥੇ ਬਸ ਕੁਇਕਲੀ ਹਾਈਲਾਈਟ ਕਰਾਂਗਾ। ਇੱਕ ਤੇ ਹੈਗਾ ਕਿ ਸਿੱਖ ਕੌਮ ਨੂੰ ਬਹੁਤ ਆਸਾਨ ਹੈ ਸਿੱਖ ਕੌਮ ਤੋਂ ਪਿਆਰ ਲੈਣਾ, ਬੜਾ ਆਸਾਨ ਹੈ। ਪਿਆਰ ਦੇ ਦਿਓ, ਖਤਮ ਗੱਲ। ਸਿੱਖ ਕੌਮ ਇੱਕੋ ਚੀਜ਼ ਮੰਗਦੀ ਆ, ਪਿਆਰ। ਜੇ ਤੁਸੀਂ ਪਿਆਰ ਦੇ ਦਿਓਗੇ ਸਿੱਖ ਕੌਮ ਨੂੰ ਤੇ ਸਿੱਖ ਕੌਮ ਸਭ ਕੁਝ ਆਪਾ ਵਾਰਨ ਲਈ ਤਿਆਰ ਬੈਠੀ ਹੈ। ਜੇ ਸਿਆਸਤ ਕਰਨੀ ਹੈ, ਹੋਰ ਕੁਝ ਕਰਨਾ, ਫਿਰ ਦਿੱਕਤ ਹੈ। ਸਿੱਖ ਕੌਮ ਇੱਕੋ ਚੀਜ਼ ਮੰਗਦੀ ਹੈ, ਉਹ ਪਿਆਰ। ਜੇ ਤੁਸੀਂ ਪਿਆਰ ਦੇ ਦਿਓਗੇ, ਮੈਂ ਤਾਂ ਦੇਖ ਕੇ ਕਈ ਵਾਰ ਹੈਰਾਨ ਹੋ ਜਾਂਦਾ ਹੈ, ਇੰਨਾ ਜਜ਼ਬਾ, ਇੰਨਾ ਜੋਸ਼, ਇੰਨੀ ਮਿਹਨਤ, ਜੋ ਮਰਜ਼ੀ ਮੰਗ ਲਓ, ਦੇਣ ਨੂੰ ਤਿਆਰ ਹੈ। ਪਿਆਰ ਨਾ ਮੰਗੋ, ਪਿਆਰ ਦਿਓ, ਦਿਲੋਂ ਪਿਆਰ ਦਿਓ, ਜੋ ਮਰਜ਼ੀ ਕਰਾ ਲਓ। ਪੁਆਇੰਟ ਨੰਬਰ 1। ਸੈਕੰਡ, ਕੁਇਕਲੀ ਰੈਪ ਅਪ ਕਰ ਦਿੰਦੇ ਆ ਜੀ ਗੱਲ ਨੂੰ ਕਹਿ ਕੇ, ਤੁਸੀਂ ਹਮੇਸ਼ਾ ਹੀ ਤੁਹਾਡੇ ਵਿਚਾਰ ਗੁਰਦੀਪ ਜੀ, ਇਸ ਲਈ ਤੁਹਾਨੂੰ ਸਾਰੇ ਗੁਰਦੀਪ ਢਿੱਲੋਂ ਸਾਹਿਬ ਵੀ ਕਹਿੰਦੇ ਨੇ, ਪਰ ਸਭ ਤੋਂ ਜ਼ਿਆਦਾ ਤੁਹਾਨੂੰ ਪਿਆਰ ਨਾਲ ਸਾਰੇ ਮਾਮੂ ਜੀ ਕਹਿੰਦੇ ਨੇ, ਕਿਉਂਕਿ ਤੁਸੀਂ ਵੈਰੀ ਥਾਟ ਪ੍ਰੋਵੋਕਿੰਗ ਆਈਡੀਆਜ਼। ਗੁਰਦੀਪ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਆ 3 ਚੀਜ਼ਾਂ, ਔਰ ਜੇ ਅਸੀਂ 3 ਚੀਜ਼ਾਂ ਆਪਣੇ ਜੀਵਨ 'ਚ ਅਪਣਾ ਲਈਏ, ਸਾਡੇ ਇੱਥੇ ਆ ਕੇ ਕੋਈ ਕਹਿ ਦਿਓ, ਔਰ ਇਹ ਦੇਖੋ ਜਿਹੜੀ ਚੰਗੀ ਚੀਜ਼ ਹੈ ਨਾ, ਅਹਿਮਦੀਆ ਮੁਸਲਿਮ ਕਮਿਊਨਿਟੀ ਤੋਂ ਮੈਂ ਸਿੱਖਿਆ ਲਵ ਫॉर ਆਲ, ਹੇਟਡ ਫॉर ਨਨ। ਬੜੀ ਵਧੀਆ ਗੱਲ ਉਹਨਾਂ ਨੇ ਕਹੀ। ਕ੍ਰਿਸਚੀਅਨ ਕਮਿਊਨਿਟੀ ਤੋਂ ਇਹ ਸਿੱਖਿਆ ਕਿ ਬੜੇ ਪ੍ਰੋਗਰੈਸਿਵ ਨੇ, ਇਹਨਾਂ ਦੇ ਧਰਮ ਦੇ ਖਿਲਾਫ ਕੋਈ ਗੱਲ ਕਰ ਜੇ ਉਹਦੇ ਤੇ ਬੁਰਾ ਨਹੀਂ ਮਨਾਉਂਦੇ। ਉਹ ਕਹਿੰਦੇ ਕੋਈ ਗੱਲ ਨਹੀਂ, ਸਾਨੂੰ ਸਾਡੇ ਧਰਮ ਨੇ ਚੰਗੀ। ਇੱਕ ਗਾਲ ਤੇ ਥੱਪੜ ਮਾਰਨਾ ਤੇ ਦੂਸਰੇ ਗੱਲ ਨੂੰ ਅੱਗੇ ਕਰਨਾ, ਮੈਂ ਸੋਚਦਾ ਸੀ ਇਹ ਗਾਂਧੀ ਜੀ ਨੇ ਲਿਖਿਆ। ਉਹ ਮੈਨੂੰ ਪਤਾ ਲੱਗਾ, ਉਹ ਕਹਿੰਦੇ ਜੀ ਆਫਰ ਦਾ ਦਰਚੀਕ ਹੈ ਤਾਂ ਸਾਡੀ ਕ੍ਰਿਸਚੀਅਨਿਟੀ 'ਚ ਹੈ। ਮੈਂ ਕਿਹਾ ਅੱਛਾ, ਇਹ ਤੁਹਾਡੇ ਇੱਥੇ ਕ੍ਰਿਸਚੀਅਨਿਟੀ, ਉਹਨਾਂ ਨੇ ਦੱਸਿਆ ਕਿ ਕ੍ਰਿਸਚੀਅਨਿਟੀ 'ਚ ਹੈ ਸਾਡੇ, ਔਰ ਇਹਨਾਂ ਦੀ ਸੋਚ ਇੰਨੀ ਪ੍ਰੋਗਰੈਸਿਵ ਹੈ। ਇਹ ਹਿਪੋਕ੍ਰੇਸੀ ਨਹੀਂ ਦਿਖਾਉਂਦੇ ਕਿ ਸਾਡੇ ਧਰਮ ਨੂੰ ਮਾੜਾ ਕਹਿ ਦਿੱਤਾ ਜਾਂ ਸਾਡੇ ਧਰਮ ਦੀ ਬੇਅਦਬੀ ਹੋ ਗਈ। ਨਹੀਂ, ਇਹ ਇਸ ਗੱਲ ਤੇ ਬੁਰਾ ਮਨਾਉਂਦੇ ਆ ਕਿ ਜੇ ਅਸੀਂ ਝੂਠ ਬੋਲੀਏ, ਜੇ ਅਸੀਂ ਗਲਤ ਕੰਮ ਕਰੀਏ। ਇਹ ਵੈਸਟਰਨ ਸੁਸਾਇਟੀ 'ਚ ਦੇਖ ਕੇ ਅਸੀਂ ਹੈਰਾਨ ਹੋ ਗਏ ਕਿ ਆਪਣਾ ਟੈਕਸ ਤੁਸੀਂ ਆਪ ਦੱਸਣਾ ਕਿ ਜੀ ਇੰਨਾ ਸਾਡਾ ਖਰਚਾ ਹੈ, ਇੰਨੀ ਸਾਡੀ ਇਨਕਮ ਹੈ, ਆਹ ਅਸੀਂ ਫਾਈਲ ਕਰ ਦਿੱਤਾ, ਉਹਦੇ ਤੇ ਕੁਝ ਚੀਜ਼ਾਂ ਆਡਿਟ ਕਰਦੇ, ਬਾਕੀ ਤੁਹਾਨੂੰ ਸੱਚਾ ਹੀ ਮੰਨਦੇ ਆ ਵੀ ਤੁਸੀਂ ਸੱਚ ਹੀ ਬੋਲਦੇ ਹੋਵੋਗੇ। ਤੇ ਇੱਥੇ ਦੇ ਰੈਵਨਿਊ ਕੈਨੇਡਾ ਵੀ ਕਹਿੰਦਾ ਵੀ 2-4-5% ਲੋਕ ਇੱਧਰ ਉੱਧਰ ਕਰਦੇ, ਬਾਕੀ 95% ਲੋਕ ਸੱਚਾ ਹੀ ਕਰਦੇ ਸਾਰਾ ਕੁਝ। ਇਹ ਉੱਥੇ ਨੰਬਰ ਦੱਸਦੇ ਨੇ, ਕਮਾਲ ਹੈ। ਤਾਂ ਹੀ ਇਹ ਕੰਟਰੀ ਸੱਚ ਦੇ ਆਧਾਰ ਦੇ ਉੱਤੇ, ਤਾਂ ਹੀ ਇੱਥੇ ਹਿਊਮਨ ਵੈਲਿਊਜ਼ ਨੇ। ਕਿੰਨੇ ਕੁ % ਲੋਕ ਇੱਥੇ ਪੁਲਿਸ ਵਾਲੇ ਆ ਕੇ ਤੁਹਾਨੂੰ ਰਿਸ਼ਵਤ ਮੰਗਦੇ ਨਜ਼ਰ ਆਉਂਦੇ ਨੇ, ਤੁਹਾਨੂੰ ਸਰ ਕਹਿ ਕੇ ਗੱਲ ਕਰਦੇ ਨੇ ਜੀ। ਇਹ ਫਾਊਂਡੇਸ਼ਨ ਆ ਇਸ ਸੋਸਾਇਟੀ ਦੀ। ਸੋ ਸਾਡੇ ਸਿੱਖ ਧਰਮ ਦੀ ਜਿੱਥੋਂ ਚੰਗੀ ਚੀਜ਼ ਮਿਲੇ, ਕ੍ਰਿਸਚੀਅਨਿਟੀ ਤੋਂ ਮਿਲ ਜਾਏ। ਅਹਿਮਦੀਆ ਮੁਸਲਿਮ ਕਮਿਊਨਿਟੀ ਕਹਿੰਦੀ ਲਵ ਫॉर ਆਲ, ਹੇਟਡ ਫॉर ਨਨ, ਮੈਨੂੰ ਬੜਾ ਵਧੀਆ ਲੱਗਦਾ। ਸਿੱਖ ਧਰਮ ਦੇ ਬਾਰੇ ਜੋ ਅੱਜ ਤੁਸੀਂ ਗੱਲਾਂ ਬਹੁਤ ਚੰਗੀਆਂ ਕੀਤੀਆਂ ਗੁਰਦੀਪ ਸਿੰਘ ਜੀ, ਮੈਂ ਇੱਕ ਹੀ ਗੱਲ ਕਹਿ ਕੇ ਰੈਪ ਅਪ ਕਰ ਦਿੰਦਾ, ਜੇ ਆਹ 3 ਗੱਲਾਂ ਅਸੀਂ ਅਪਣਾ ਲਈਏ, ਕੋਈ ਇਨਸਾਨ ਸਾਨੂੰ ਕਹਿ ਦੇਵੇ, ਕੋਈ ਇਨਸਾਨ ਸਿੱਖ ਧਰਮ ਤੇ ਹਰ ਸਿੱਖ ਤੇ ਖੁਸ਼ਹਾਲ ਹੋਏਗਾ ਹੀ ਹੋਏਗਾ। ਜਿਹੜਾ ਵੀ ਕੋਈ ਇਨਸਾਨ ਸਿੱਖ ਧਰਮ ਦੀਆਂ 3 ਗੱਲਾਂ ਅਪਣਾ ਲਏ ਜਿਹੜੀਆਂ ਹੁਣੇ ਤੁਸੀਂ ਕਹਿ ਕੇ ਹਟੇ ਹੋ ਗੁਰਦੀਪ ਜੀ। ਪਹਿਲੀ ਚੀਜ਼, ਕਿਰਤ ਕਰਨਾ ਮਿਨੀਮਮ। ਜੇ ਅਸੀਂ ਫਿਜ਼ੀਕਲੀ ਔਰ ਮੈਂਟਲੀ, ਜੇ ਅਸੀਂ ਫਿਜ਼ੀਕਲੀ ਔਰ ਮੈਂਟਲੀ ਫਿੱਟ ਹੈ ਤੇ ਮਿਨੀਮਮ ਸਾਨੂੰ 8 ਘੰਟੇ 9 ਘੰਟੇ ਡੇਲੀ ਕੰਮ ਕਰਨਾ। ਡੇਲੀ ਯਾਨੀ ਕਿ 5 ਦਿਨ ਲਾ ਲਓ ਜਾਂ 6 ਦਿਨ ਵੀ ਜੇ ਕਰ ਸਕਦੇ 6 ਕਰ ਲਓ। 5 to 6 ਡੇਜ਼ ਸਾਨੂੰ 8 ਘੰਟੇ ਕੰਮ ਕਰਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ, ਕਿਰਤ ਕਰਨਾ ਪਹਿਲਾ ਕੰਮ। ਬਹੁਤ ਕੁਝ ਠੀਕ ਹੋ ਜਾਏਗਾ। ਦੂਸਰਾ ਤੁਸੀਂ ਕੀ ਕਿਹਾ ਜੀ, ਨਾਮ ਜਪਣਾ। ਠੀਕ ਹੈ ਜੀ, ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਸਾਡਾ ਭਟਕਦਾ ਰਹਿੰਦਾ ਇਹਨਾਂ ਚੀਜ਼ਾਂ ਨਾਲ। ਨਾਮ ਜਪਣ ਦੇ ਨਾਲ ਕਾਫੀ ਹੱਦ ਤੱਕ ਅਸੀਂ ਆਪਣੇ ਮਨ ਨੂੰ ਉਹ ਜਿਹੜੀ ਭਟਕਾਟ ਆ ਘਟਾ ਸਕਦੇ ਹਾਂ। ਖਤਮ ਤਾਂ ਨਹੀਂ ਹੋਣੀ, ਸਾਰਾ ਕੁਝ ਇਹ ਸਰੀਰ ਦੇ ਨਾਲ ਹੀ ਜਾਣਾ ਹੈ। ਜੇ ਕੋਈ ਬੰਦਾ ਕਹਿੰਦਾ ਜੀ ਮੈਂ ਜੀਂਦਾ ਸਾਹ ਚੱਲਦੇ ਆ, ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਗੋ, ਜੈਲਸੀ ਕਿਤੇ ਖਤਮ ਕਰ ਲਈ, ਹੋਣੀ ਤਾਂ ਹੈ ਨਹੀਂ। ਸੋ ਨਾਮ ਜਪਣਾ। ਔਰ ਤੀਸਰਾ ਤੁਸੀਂ ਬੜੀ ਵਧੀਆ ਗੱਲ ਕਹੀ ਹੈ, ਮੈਂ ਕਨਫੈਸ ਕਰਾਂਗਾ ਕਿ ਬੜੀ ਲੇਟ ਮੈਨੂੰ ਸਮਝ ਆਈ ਆ। 49 ਈਅਰ ਓਲਡ ਹੋ ਗਿਆ ਮੈਂ, 50 ਦਾ ਹੋਣ ਲੱਗਾ, 50 ਸਾਲ ਦਾ, ਲੇਕਿਨ ਹੁਣੇ ਹੀ ਸਮਝ ਆਈ ਆ ਜਿਹੜੀ ਤੀਸਰੀ ਤੁਸੀਂ ਗੱਲ ਕਹੀ ਹੈ ਵੀ ਸਾਰੀ ਖੁਸ਼ੀ ਇੱਕ ਹੀ ਗੱਲ 'ਚ ਹੈ, ਵੰਡ ਛਕਣ 'ਚ। ਸਾਰੀ ਖੁਸ਼ੀ ਇੱਥੇ ਪਈ ਹੈ ਜੀ ਵੰਡਣ ਦੇ ਵਿੱਚ। ਹੋਰ ਕਿਤੇ ਵੀ ਖੁਸ਼ੀ, ਮੈਂ ਤਾਂ ਦੱਸ ਦਿੰਦਾ ਜੀ ਮੈਨੂੰ 50 ਸਾਲ ਹੋਣ ਵਾਲੇ, ਪਰ ਮੈਨੂੰ ਕਿਤੇ ਖੁਸ਼ੀ ਲੱਭੀ ਆ, ਪਰ ਉਹ ਸਟੇਬਿਲਿਟੀ ਨਹੀਂ ਲੱਭੀ। ਤੁਸੀਂ ਕੁਝ ਕਰ ਲਓ, ਤੁਸੀਂ ਕਹੋ ਜੀ ਮੈਂ ਸ਼ੋਹਰਤ ਮਿਲ ਗਈ, ਨਾਮ ਮਿਲ ਗਿਆ, ਲੋਕ ਮੈਨੂੰ ਬੱਲੇ ਬੱਲੇ ਕਰਦੇ, ਪਾਵਰ ਲੈ ਲਓ, ਬੜਾ ਕਰ ਲੈ ਲਓ, ਗੱਡੀਆਂ, ਜਹਾਜ਼ ਵੀ ਤੁਹਾਡੇ ਕੋਲ ਪ੍ਰਾਈਵੇਟ ਹੋਣ। ਵੰਡ ਛਕਣ ਦੇ ਵਿੱਚ ਸਾਰੀ ਖੁਸ਼ੀ ਇਹਦੇ ਵਿੱਚ ਪਈ ਹੈ, ਵੰਡਣ ਦੇ ਵਿੱਚ। ਸੋ ਥੈਂਕ ਯੂ ਤੁਹਾਡਾ। ਇਸੇ ਗੱਲ ਦੇ ਨਾਲ ਪ੍ਰੋਗਰਾਮ ਨੂੰ ਰੈਪ ਅਪ ਕਰਦੇ ਹੈਗੇ ਆ। ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਬਹੁਤ ਬਹੁਤ ਸ਼ੁਕਰੀਆ ਸਾਰੇ ਪੈਨਲ ਮੈਂਬਰ ਦਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ। ਹੱਥ ਜੋੜ ਕੇ ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਔਰ ਗੁਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਰੀ ਵਾਈ ਮੀਡੀਆ ਫੈਮਿਲੀ ਦਾ ਧੰਨਵਾਦ, ਪਰਮਾਤਮਾ ਦਾ ਸ਼ੁਕਰੀਆ, ਸਾਡੇ ਸਾਰੇ ਸਪਾਂਸਰ ਦਾ ਸ਼ੁਕਰੀਆ। ਔਰ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁੱਧੀ ਜਸਵਾਲ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ। ਥੈਂਕ ਯੂ ਫॉर ਆਲ ਦ ਕਾਈਂਡ ਵਰਡਸ। ਪਰਮਾਤਮਾ ਸਾਨੂੰ ਇਸੇ ਤਰ੍ਹਾਂ
ਸਾਡੇ ਉੱਤੇ ਆਸ਼ੀਰਵਾਦ ਰੱਖੇ ਕਿ ਅਸੀਂ ਇਸੇ ਤਰ੍ਹਾਂ ਕੋਈ ਨਾ ਕੋਈ ਵਧੀਆ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਜ਼ਰੂਰ ਕਰਦੇ ਰਹੀਏ। ਯੁੱਧਵੀਰ ਜਸਵਾਲ ਨੂੰ ਇੱਥੇ ਇਜਾਜ਼ਤ ਦਿਓ। ਤੁਸੀਂ ਇਸੇ ਤਰ੍ਹਾਂ ਵਾਈ ਮੀਡੀਆ ਦੇ ਨਾਲ ਜੁੜੇ ਰਹੋ ਔਰ ਦੇਖਦੇ ਰਹੋ ਚੈਨਲ ਵਾਈ। ਥੈਂਕ ਯੂ। You are watching Channel Y. Channel Y, a South Asian Canadian channel. Hi, this is Priyanka Chopra and you are watching Channel Y. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan, and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का नंबर 1 रेडियो स्टेशन FM 91.9 Television. You are watching Channel Y. Channel Y. Prime Minister, welcome. It's a pleasure to be back. Online, SouthAsianDaily.com, the biggest South Asian media